ਲੱਗਿਆ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਅਸੀਂ ਵੀ ਆਏ ਜਾਣਾ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ। ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਅੱਜ ਦਿਨ ਸੋਮਵਾਰ 25 ਮਈ 2020 ਵਾਲੇ ਦਿਨ ਮੈਂ ਯਾਨੀ ਅਨੂ ਔਰ ਮੇਰੇ ਨਾਲ ਭਾਰਤੀ ਜੀ ਵੀ ਸਟੂਡੀਓ 'ਚ ਮੌਜੂਦ ਨੇ। ਅਸੀਂ ਪੂਰੇ 2 ਮਹੀਨੇ ਬਾਅਦ ਅੱਜ ਲਾਈਵ ਸ਼ੋ ਸਟੂਡੀਓ 'ਚੋਂ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ। ਇੱਥੇ ਨਿਊਜ਼ੀਲੈਂਡ ਵਿੱਚ ਹੋਰ ਕਾਫੀ ਸਾਰੇ ਦੇਸ਼ਾਂ ਦੀ ਤਰ੍ਹਾਂ ਕਰੋਨਾ ਵਾਇਰਸ COVID-19 ਕਰਕੇ ਲੋਕਡਾਊਨ ਸੀ, ਉਹ ਇਸ ਕਰਕੇ ਸਟੂਡੀਓ ਜਿਹੜਾ ਸੀ ਬੰਦ ਸੀ। ਤੋ ਅਸੀਂ ਬੀਤੇ 2 ਮਹੀਨੇ ਲਗਾਤਾਰ ਕੋਸ਼ਿਸ਼ ਕੀਤੀ ਹੈ ਕਿ ਸਾਡੀ ਜਿਹੜੀ ਇੱਕ ਲਗਾਤਾਰਤਾ ਨਾਲ ਅਸੀਂ ਤੁਹਾਡੇ ਨਾਲ ਸਾਂਝ ਪਾਉਂਦੇ ਆਏ ਹਾਂ। ਹਰ ਸੋਮਵਾਰ ਉਹ ਅਸੀਂ ਰਿਕਾਰਡਡ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਦੇ ਰਹੇ ਹਾਂ, ਪਰ ਅੱਜ ਦਾ ਪ੍ਰੋਗਰਾਮ ਬਕਾਇਦਾ ਲਾਈਵ ਠੀਕ 6:30 ਵਜੇ ਤੱਕ ਚੱਲੇਗਾ। ਭਾਰਤੀ ਜੀ ਤੁਹਾਡਾ ਵੀ ਸਵਾਗਤ ਹੈ ਪ੍ਰੋਗਰਾਮ 'ਚ। ਦੋਸਤੋ ਸਲਾਮ ਆਖਦਾ। ਤੋ ਅੱਜ ਦੇ ਇਸ ਪ੍ਰੋਗਰਾਮ 'ਚ ਪਲੈਨਟ 104.6 FM ਦੇ ਮਾਧਿਅਮ ਤੋਂ ਅਸੀਂ ਜਲਦ ਹੀ ਕੋਸ਼ਿਸ਼ ਕਰਾਂਗੇ ਕਿ ਕਾਮਰੇਡ ਸ਼ਿਵਾਨੀ ਜਿਹੜੇ ਕਿ ਮਜ਼ਦੂਰ ਬਿਗੁਲ ਤੋਂ ਨੇ ਔਰ ਰੈਵੋਲੂਸ਼ਨਰੀ ਵਰਕਰਸ ਪਾਰਟੀ ਆਫ ਇੰਡੀਆ ਦੇ ਕਾਰਕੁਨ ਨੇ, ਉਹਨਾਂ ਨਾਲ ਫੋਨ ਤੇ ਗੱਲਬਾਤ ਕਰਾਂਗੇ ਔਰ ਵਿਸ਼ਾ ਰਹੇਗਾ ਜਿਹੜਾ ਕਿ ਕਾਫੀ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੋਇਆ ਇਸ ਲੋਕਡਾਊਨ ਨੇ ਇਸ ਸਮੇਂ, ਖਾਸ ਤੌਰ ਤੇ ਜਿਹੜੇ ਪ੍ਰਵਾਸੀ ਕੰਮੇ ਨੇ, ਮਾਈਗ੍ਰੈਂਟ ਵਰਕਰਸ ਨੇ ਜਿਹੜੇ ਜਾਂ ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾ ਕੇ ਕੰਮ ਕਰਦੇ ਨੇ ਜਾਂ ਭਾਰਤ ਵਰਗੇ ਵੱਡੇ ਦੇਸ਼ ਵਿੱਚ ਇੱਕ ਪ੍ਰਾਂਤ ਤੋਂ ਦੂਸਰੇ ਪ੍ਰਾਂਤ 'ਚ ਜਾ ਕੇ ਉਹ ਪ੍ਰਵਾਸ ਕਰਕੇ ਆਪਣਾ ਜਿਹੜਾ ਰੁਜ਼ਗਾਰ ਹੈ ਰੋਜ਼ੀ ਰੋਟੀ ਕਮਾਉਂਦੇ ਨੇ। ਤੋ ਭਾਰਤ ਵਿੱਚ ਕਿਸ ਤਰ੍ਹਾਂ ਜਿਹੜੇ ਸਾਡੇ ਪ੍ਰਵਾਸੀ ਕੰਮੇ ਨੇ ਉਹ ਪੀੜਤ ਨੇ, ਇਹ ਖਾਸ ਟੌਪਿਕ ਰਹੇਗਾ। ਔਰ ਨਾਲ ਹੀ ਉਹਦੇ ਮੈਨੂੰ ਪੂਰਾ ਯਕੀਨ ਹੈ ਕਿ ਸਾਡੇ ਜਿਹੜੇ ਸਾਥੀ ਨੇ ਉਹ ਇੱਕ ਪੂਰੀ ਦੁਨੀਆ ਤੇ ਗਲੋਬਲ ਸਿਚੁਏਸ਼ਨ ਤੇ ਨਜ਼ਰ ਬਣਾ ਕੇ ਰੱਖਦੇ ਨੇ, ਉਹ ਉਧਰ ਨੂੰ ਵੀ ਗੱਲਬਾਤ ਸਾਡੀ ਜ਼ਰੂਰ ਮੇਰਾ ਖਿਆਲ ਜਾਏਗੀ ਕਾਮਰੇਡ ਸ਼ਿਵਾਨੀ ਹੋਰਾਂ ਦੇ ਨਾਲ ਜਦੋਂ ਅਸੀਂ ਸਾਂਝ ਪਾਵਾਂਗੇ ਜਲਦ ਹੀ। ਔਰ ਉਸ ਤੋਂ ਬਾਅਦ ਕੁਝ ਟੌਪਿਕ ਜਿਹੜੇ ਨੇ ਮੇਰੇ ਖਿਆਲ ਇੱਥੋਂ ਦੇ ਸਥਾਨਕ ਨੇ ਔਰ ਇੱਕ ਦੋ ਸਾਡੀਆਂ ਮਹਾਨ ਹਸਤੀਆਂ ਜਿਹੜੀਆਂ ਹੋਈਆਂ ਨੇ ਉਹਨਾਂ ਨੂੰ ਵੀ ਯਾਦ ਕਰਨਾ ਸਾਡਾ ਫਰਜ਼ ਬਣਦਾ ਹੈ। ਬੀਤੇ ਕੱਲ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਸੀ, ਤੋ ਉਹਦੇ ਤੇ ਥੋੜੀ ਜਿਹੀ ਗੱਲਬਾਤ ਤੁਹਾਡੇ ਨਾਲ ਕਰਾਂਗੇ। ਔਰ ਮੇਰੇ ਖਿਆਲ ਜਿਹੜੇ ਸਾਡੇ ਸਾਥੀ ਦੀਪਕ ਧਵਨ ਹੋਏ ਨੇ ਉਹਨਾਂ ਦਾ ਵੀ ਦਿਨ ਹੋ ਕੇ ਗਿਆ ਸ਼ਾਇਦ ਰੀਸੈਂਟ ਵੀ। ਹਾਂਜੀ, ਤੋ ਔਨ ਦੇ ਪ੍ਰੋਗਰਾਮਾਂ 'ਚ ਐਕਚੁਅਲੀ ਕੋਸ਼ਿਸ਼ ਰਹੇਗੀ ਕਿ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨਾਲ ਅਸੀਂ ਜਲਦੀ ਗੱਲਬਾਤ ਕਰੀਏ ਤਾਂ ਕਿ ਉਹ ਇੱਕ ਅਲੱਗ ਤਰੀਕੇ ਦੀ ਜਿਹੜੀ ਹੈ ਡਿਸਕਸ਼ਨ ਹੋਏਗੀ। ਅਗਰ ਅਸੀਂ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨਾਲ ਗੱਲਬਾਤ ਕਰਾਂਗੇ ਤਾਂ ਉਹ ਵੀ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ ਔਨ ਦੇ ਪ੍ਰੋਗਰਾਮਾਂ 'ਚ। ਉਸ ਤੋਂ ਬਾਅਦ ਇੱਥੇ ਜਿਸ ਤਰ੍ਹਾਂ ਮੈਂ ਪਹਿਲੇ ਪ੍ਰਵਾਸੀ ਕਾਮਿਆਂ ਦੀ ਮਾਈਗ੍ਰੈਂਟ ਵਰਕਰਸ ਦੀ ਗੱਲ ਕੀਤੀ ਹੈ, ਇੱਥੇ ਨਿਊਜ਼ੀਲੈਂਡ 'ਚ ਵੀ ਜਿਹੜੇ ਮਾਈਗ੍ਰੈਂਟਸ ਨੇ ਟੈਂਪਰਰੀ ਵੀਜ਼ਾਜ਼ ਵਾਲੇ ਨੇ ਜਿਹੜੇ ਖਾਸ ਕਰਕੇ ਉਹਨਾਂ ਵਾਸਤੇ ਇੱਕ ਬਹੁਤ ਹੀ ਔਖਾ ਸਮਾਂ ਹੈ। ਖੈਰ ਸਮਾਂ ਤਾਂ ਸਾਰੇ ਜਿੰਨੇ ਵੀ ਕਿਰਤੀ ਜਮਾਤ ਹੈ ਦੁਨੀਆ ਭਰ ਦੀ ਉਹਨਾਂ ਲਈ ਔਖਾ ਸਮਾਂ ਹੈ, ਪਰ ਜਿਨ੍ਹਾਂ ਦੇ ਪਹਿਲਾਂ ਹੀ ਹੱਕ ਹਕੂਕ ਜਿਹੜੇ ਨੇ ਬਾਕੀ ਲੋਕਾਂ ਨਾਲੋਂ ਘੱਟ ਹੁੰਦੇ ਨੇ ਉਹਨਾਂ ਵਾਸਤੇ ਇਹ ਸਮਾਂ ਥੋੜਾ ਹੋਰ ਜ਼ਿਆਦਾ ਮੁਸ਼ਕਿਲ ਦਾ ਹੈ। ਤੋ ਇਸ ਕਿਸਮ ਦੇ ਟੌਪਿਕ ਰਹਿਣਗੇ ਇਮੀਗ੍ਰੇਸ਼ਨ ਨੂੰ ਲੈ ਕੇ। ਔਰ ਅਗਰ ਸਮਾਂ ਰਿਹਾ ਤੋ ਜਿਹੜੇ ਨੈਸ਼ਨਲ ਪਾਰਟੀ ਓਪੋਜੀਸ਼ਨ ਵਿੱਚ ਜਿਹੜੀ ਇੱਥੇ ਪਾਰਟੀ ਹੈ ਉਹਨਾਂ ਦੇ ਜਿਹੜੇ ਲੀਡਰ ਨੇ ਉਹ ਬਦਲਾਵ ਉੱਥੇ ਆਇਆ, ਤੋ ਅਸੀਂ ਜਿਹੜੇ ਨਵੇਂ ਉਹਨਾਂ ਦੇ ਲੀਡਰ ਨੇ ਉਹਨਾਂ ਬਾਰੇ ਸਾਡਾ ਕੀ ਰਾਏ ਹੈ ਉਹ ਸਾਂਝ ਜ਼ਰੂਰ ਤੁਹਾਡੇ ਨਾਲ ਪਾਵਾਂਗੇ ਅਗਰ ਸਮਾਂ ਬਚਿਆ। ਤੋ ਦੋਸਤੋ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਇੱਕ ਗੀਤ ਦੇ ਦੌਰਾਨ ਅਸੀਂ ਕੋਸ਼ਿਸ਼ ਕਰਾਂਗੇ ਕਿ ਕਾਮਰੇਡ ਸ਼ਿਵਾਨੀ ਨਾਲ ਰਾਬਤਾ ਕਰ ਸਕੀਏ। मैं हूँ एक मजदूर वे लोगो, मैं हूँ एक मजदूर, मैं हूँ एक मजदूर वे लोगो,
दी बुरकी खातिर रहना पैंदे कर तो दूर। मैं हाँ एक मजदूर वे लोको, मैं हाँ एक मजदूर, मैं हाँ एक मजदूर वे लोको, मैं हाँ एक मजदूर। बाप मेरे ने साडी खातिर बलदा वांग कमाया, बलदा वांग कमाया। जून बंदे दी कम पशु दा साडे हिस्से आया, साडे हिस्से आया। ठंडियां रातां होके परदा, ठंडियां रातां होके परदा, थकिया हुंदा जो। मैं हाँ एक मजदूर वे लोको, मैं हाँ एक मजदूर, मैं हाँ एक मजदूर वे लोको, मैं हाँ एक मजदूर। गालियां मरामा मेरी ने गोहा कूड़ा करके तड़के तुर दीवाग। ਦੋਸਤੋ ਅਸੀਂ ਕਾਮਰੇਡ ਸ਼ਿਵਾਨੀ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਥੋੜੇ ਜਿਹਾ ਮਸਰੂਫ ਨੇ ਤਾਂ 2-4 ਮਿੰਟ ਬਾਅਦ ਦੁਬਾਰਾ ਅਸੀਂ ਉਹਨਾਂ ਨਾਲ ਕੰਟੈਕਟ ਕਰਾਂਗੇ। ਸੋ ਉਹਨਾਂ ਚਿਰ ਅਸੀਂ ਸ਼ੁਰੂ ਚ ਜਿਸ ਤਰ੍ਹਾਂ ਕਿਹਾ ਸੀ ਕਿ ਕਾਮਰੇਡ ਦੀਪਕ ਧਵਨ ਹੋਰਾਂ ਦੀ ਗੱਲਬਾਤ ਕਰਾਂਗੇ। ਅਨੂ ਜੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੁੰਦਾ ਕਿ ਵੇਖੋ ਸ਼ਹੀਦ ਕਰਤਾਰ ਸਿੰਘ ਸਰਾਭੇ ਹੁਣਾਂ ਵਾਸਤੇ ਬਹੁਤ ਲਿਖਤਾਂ ਨੇ ਜੀ, ਬਹੁਤ ਕੁਝ ਉਹਨਾਂ ਦੇ ਬਾਰੇ ਕਿਹਾ ਗਿਆ ਹੈ, ਉਹਨਾਂ ਦੀਆਂ ਆਪਣੀਆਂ ਵੀ ਲਿਖਤਾਂ ਨੇ ਔਰ ਉਹਨਾਂ ਦੇ ਬਾਰੇ ਬਹੁਤ ਕੁਝ ਕਹਿਣਾ ਜ਼ਰੂਰੀ ਵੀ ਆ। ਔਰ ਕਿਉਂਕਿ ਜਿਹੜੀ ਉਹਨਾਂ ਦੀ ਸ਼ਹਾਦਤ ਕਿਹੜੀ ਉਮਰ ਦੇ ਵਿੱਚ ਕਿਹੜੀਆਂ ਉਪਲਬਧੀਆਂ ਨੇ ਉਹਨਾਂ ਦੀਆਂ, ਪਰ ਇਹਦੀ ਨਾਲ ਦੇ ਨਾਲ ਸਾਡੇ ਅਜੋਕੇ ਸਮੇਂ ਦੇ ਜਿਹੜੇ ਸ਼ਹੀਦ ਨੇ ਕਾਮਰੇਡ ਦੀਪਕ ਧਵਨ ਜਿਹੜੇ CPM ਦੇ ਜਨਰਲ ਸੈਕਟਰੀ ਸੀਗੇ, ਉਹਨਾਂ ਨੂੰ 19 ਮਈ 1987 ਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਸੰਘਾ ਦੇ ਵਿੱਚ ਦਹਿਸ਼ਤਗਰਦੀ, ਪੰਜਾਬ ਦੇ ਜਿਹੜੇ ਦਹਿਸ਼ਤਗਰਦੀ ਦੌਰ ਸੀਗਾ, ਦਹਿਸ਼ਤਗਰਦਾਂ ਨੇ ਗੋਲੀ ਦੇ ਨਾਲ ਉਹਨਾਂ ਨੂੰ ਨਿਹੱਥਿਆਂ ਨੂੰ ਉਹਨਾਂ ਨੂੰ ਕਤਲ ਕੀਤਾ ਗਿਆ ਸੀ। ਔਰ ਮੈਂ ਅਨੂ ਜੀ ਇਹਦੇ ਵਿੱਚ ਐਡ ਕਰਨਾ ਚਾਹੁੰਦਾ ਕਿ ਅਸੀਂ ਇਹ ਗੱਲ ਘੱਟੋ ਘੱਟ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਜਿਨ੍ਹਾਂ ਦਹਿਸ਼ਤਗਰਦਾਂ ਨੇ ਸਾਥੀ ਦੀਪਕ ਧਵਨ ਦਾ ਕਤਲ ਕੀਤਾ, ਉਹਨਾਂ ਦਾ ਦੂਰੋਂ ਪਾਰੋਂ ਸਿੱਖੀ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੋਊਗਾ। ਇਹ ਗੱਲ ਅਸੀਂ ਦਾਅਵੇ ਦੇ ਨਾਲ ਕਹਿ ਸਕਦੇ ਹਾਂ। ਉਹ ਕਦੇ ਵੀ ਸਿੱਖ ਨਹੀਂ ਹੋ ਸਕਦੇ ਜਿਨ੍ਹਾਂ ਨੇ ਇਹੋ ਜਿਹੇ ਸਾਡੇ ਸੋਨੇ ਵਰਗੇ ਸਾਥੀਆਂ ਦਾ। ਮੇਰੇ ਖਿਆਲ ਪੰਜਾਬ ਦੀ ਅੱਜ ਮੂਵਮੈਂਟਾਂ ਨੂੰ ਜੀ ਕੋਈ ਹੋਰ ਹੁੰਦੀ ਜੇ ਇਹ ਸਾਥੀ ਅੱਜ ਜਿਉਂਦੇ ਹੁੰਦੇ ਤੇ ਵਾਂਗਡੋਰ ਕਿਤੇ ਹੋਰ ਜਾਣੀ ਸੀ। ਸੋ ਉਹਨਾਂ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਇੱਕ ਛੋਟੀ ਜਿਹੀ ਸ਼ਰਧਾਂਜਲੀ ਆ। ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਉਹਨਾਂ ਦੇ ਕਿਸੇ ਪਰਿਵਾਰ ਦੇ ਨਾਲ ਮੈਂਬਰ ਨਾਲ ਗੱਲ ਕਰਕੇ ਜਾਂ ਹੋਰ ਕਿਸੇ ਸਾਥੀ ਨਾਲ ਅਸੀਂ ਡਿਟੇਲ 'ਚ ਆਉਂਦੇ ਸਮੇਂ ਦੇ ਵਿੱਚ ਗੱਲਬਾਤ ਕਰਾਂਗੇ। ਪਰ ਇਹ ਸਰਬਜੀਤ ਸੋਹੀ ਹੁਣਾਂ ਨੇ ਉਹਨਾਂ ਦੇ ਬਾਰੇ ਚਾਰ ਹਾਂਜੀ ਹਾਂ ਜ਼ਰੂਰ ਜੀ। ਇਹ ਸਾਥੀ ਸਰਬਜੀਤ ਸੋਹੀ ਲਿਖ ਰਹੇ ਨੇ। ਸਰਬਜੀਤ ਸੋਹੀ ਵੀ ਮਾਝੇ ਤੋਂ ਨੇ ਔਰ ਇਸ ਵਕਤ ਬ੍ਰਿਸਬਨ ਆਸਟ੍ਰੇਲੀਆ ਦੇ ਵਸਨੀਕ ਨੇ। ਸੋ ਲਿਖਦੇ ਨੇ, ਇਸ ਤੋਂ ਪਹਿਲਾਂ ਕਿ ਅਸੀਂ ਭੁੱਲ ਜਾਈਏ, ਪੰਜਾਬ ਦੀ ਧਰਤੀ ਨੇ ਅਜਿਹੇ ਬਹੁਤ ਦੌਰ ਹੰਢਾਏ ਹਨ ਜਦੋਂ ਹਮਲਾਵਰਾਂ ਨੇ ਇਹਦੀ ਅਸਮਤ ਨੂੰ ਰੋਂਦਣ ਦੀ ਗੁਸਤਾਖੀ ਕੀਤੀ ਤੇ ਇਹਦੇ ਜਾਇਆਂ ਹੱਥੋਂ ਮੂੰਹ ਦੀ ਖਾਧੀ। ਪਰ ਇਤਿਹਾਸ ਵਿੱਚ ਕੁਝ ਕਾਲੇ ਵਰਕੇ ਐਸੇ ਵੀ ਆਏ ਜਦੋਂ ਇਹਦੇ ਆਪਣੇ ਹੀ ਜਾਇਆਂ ਵੱਲੋਂ ਪੰਜਾਬ ਦੀ ਸਾਂਝੀ ਵਿਰਾਸਤ ਨੂੰ ਲਹੂ ਲੁਹਾਨ ਕਰਕੇ ਸਦੀਆਂ ਦੀ ਭਾਈਚਾਰਕ ਸਾਂਝ ਨੂੰ ਲੀਰੋ ਲੀਰ ਕਰਨ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਕਾਲੇ ਦੌਰ ਵਿੱਚ ਪੰਜਾਬ ਦੀ ਸਾਂਝੀ ਮਿੱਟੀ ਦੀ ਮਹਿਕ ਮਰ ਨਹੀਂ ਸਕੀ। ਬਹੁਤ ਸਾਰੇ ਸੂਰਬੀਰ ਯੋਧਿਆਂ ਨੇ ਇਸ ਧਰਤੀ ਦੀ ਕੁਰਬਾਨੀਆਂ ਭਰੀ ਗਾਥਾ ਨੂੰ ਦੁਹਰਾਇਆ ਅਤੇ ਆਖਰ ਪੰਜਾਬ ਨੇ ਹਿੰਦੂ ਸਿੱਖ ਏਕਤਾ ਨੂੰ ਕਾਇਮ ਰੱਖਦਿਆਂ ਉੱਲੂਆਂ ਦੀ ਬਾਦਸ਼ਾਹਤ ਖਤਮ ਕਰ ਦਿੱਤੀ। ਪਰ ਕੀਰਨਿਆਂ ਦੇ ਮੌਸਮ ਨੂੰ ਦੂਰ ਕਰਦਿਆਂ ਕਿੰਨੇ ਹੀ ਜੁਗਨੂ ਹਨੇਰੇ ਦੀ ਭੇਂਟ ਚੜ ਗਏ। ਇਸ ਵਾਰ ਮਸਲਾ ਕਸ਼ਮੀਰੀ ਪੰਡਤਾਂ ਦਾ ਨਹੀਂ ਸੀ,
ਆਪਣੀ ਹੀ ਮਿੱਟੀ ਦੇ 40% ਲੋਕਾਂ, ਸ਼ਾਇਦ 40 ਤੋਂ ਵੀ ਬਹੁਤ ਜ਼ਿਆਦਾ, ਕਿਉਂਕਿ ਫਿਰਕੂ ਵੈਸ਼ੀਆਂ ਨੇ ਪੱਗ ਦਾੜੀ ਦੀ ਸ਼ਰਤ ਰੱਖ ਕੇ ਲੜਾਈ ਪਹਿਚਾਣ ਤੇ ਹੀ ਕੇਂਦਰਿਤ ਕਰ ਦਿੱਤੀ ਸੀ। ਉਸ ਫਿਰਕੂ ਹਨੇਰੀ ਵਿੱਚ ਪੰਜਾਬ ਦੀ ਸਾਂਝੀ ਵਿਰਾਸਤ ਲਈ ਕੁਰਬਾਨੀਆਂ ਦੇਣ ਵਾਲੇ ਹਜ਼ਾਰਾਂ ਹੀ ਸਿਰਲੱਥ ਸੂਰਮਿਆਂ ਵਿੱਚ ਇੱਕ ਨਾਮ ਕਾਮਰੇਡ ਦੀਪਕ ਧਵਨ ਦਾ ਹੈ। ਅੱਤਵਾਦ ਦੇ ਦੌਰ ਵਿੱਚ ਤਰਨਤਾਰਨ ਦਾ ਏਰੀਆ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ। ਉਨੀ ਦਿਨੀ ਸ਼ਾਮ ਹੁੰਦਿਆਂ ਹੀ ਤਰਨਤਾਰਨ, ਪੱਟੀ, ਵਲਟੋਹਾ, ਖੇਮਕਰਨ, ਝਬਾਲ, ਭਿੱਖੀਵਿੰਡ, ਚੋਲਾ ਸਾਹਿਬ, ਖਡੂਰ ਸਾਹਿਬ ਆਦਿ ਖੇਤਰਾਂ ਵਿੱਚ ਖਾਲਿਸਤਾਨ ਬਣ ਜਾਇਆ ਕਰਦਾ ਸੀ। ਪੰਜਾਬੀਆਂ ਨੂੰ ਪਤਾ ਹੀ ਨਹੀਂ ਲੱਗਾ 1978 ਵਿੱਚ ਸ਼ੁਰੂ ਹੋਇਆ ਨਿਰੰਕਾਰੀ/ਸਿੱਖ ਵਿਵਾਦ ਕਦੋਂ ਹਿੰਦੂ/ਸਿੱਖ ਵਿਵਾਦ ਬਣ ਗਿਆ। ਜਦੋਂ ਬੇਕਸੂਰ ਹਿੰਦੂ ਜਾਂ ਕੇਸ ਰਹਿਤ ਲੋਕਾਂ ਦੇ ਲਹੂ ਨਾਲ ਸ਼ਰੇਆਮ ਹੋਲੀ ਖੇਡੀ ਜਾਣ ਲੱਗੀ ਤਾਂ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਹਿਜਰਤ ਸ਼ੁਰੂ ਹੋ ਗਈ। ਤਰਨਤਾਰਨ ਦੇ ਇਲਾਕੇ ਵਿੱਚ ਸਭ ਤੋਂ ਵੱਧ ਹਿਜਰਤ ਹੋਈ। ਸਦੀਆਂ ਤੋਂ ਪੰਜਾਬ ਵਿੱਚ ਵਸਦੇ ਹਿੰਦੂ ਕੀਮਤੀ ਜ਼ਮੀਨਾਂ ਅਤੇ ਜਾਇਦਾਦਾਂ ਵੇਚ ਕੇ ਪੰਜਾਬ ਛੱਡ ਕੇ ਜਾਣ ਲੱਗੇ। ਇਨ੍ਹਾਂ ਦਹਿਸ਼ਤੀ ਹਵਾਵਾਂ ਵਿੱਚ ਕਾਮਰੇਡ ਦੀਪਕ ਧਵਨ ਵਰਗੇ ਯੋਧਿਆਂ ਦੀ ਆਵਾਜ਼ ਗੂੰਜੀ ਕਿ ਅਸੀਂ ਕਿਸੇ ਵੀ ਕੀਮਤ ਤੇ ਅਖੌਤੀ ਖਾੜਕੂਆਂ ਦੇ ਮਨਸੂਬੇ ਸਫਲ ਨਹੀਂ ਹੋਣ ਦੇਵਾਂਗੇ। ਕਾਮਰੇਡ ਦੀਪਕ ਧਵਨ ਬਹੁਤ ਹੀ ਛੋਟੀ ਉਮਰ ਵਿੱਚ ਪਾਰਟੀ ਦਾ ਸੂਬਾ ਕਮੇਟੀ ਮੈਂਬਰ ਬਣ ਗਿਆ ਸੀ। 28 ਫਰਵਰੀ 1955 ਵਿੱਚ ਜਨਮਿਆ ਦੀਪਕ ਧਵਨ ਕਾਲਜ ਦੇ ਦਿਨਾਂ ਤੋਂ ਹੀ ਸਮਾਜਵਾਦੀ ਵਿਚਾਰਧਾਰਾ ਨਾਲ ਜੁੜ ਗਿਆ ਸੀ। ਉਸ ਦੇ ਪਿਤਾ ਜੀ ਡਾਕਟਰ ਸਤਿਆਪਾਲ ਧਵਨ ਕਸਬਾ ਖੇਮਕਰਨ ਵਿੱਚ ਡਾਕਟਰੀ ਦੀ ਦੁਕਾਨ ਕਰਿਆ ਕਰਦੇ ਸਨ। ਸੰਨ 1965 ਵਿੱਚ ਹੋਈ ਹਿੰਦ ਪਾਕ ਜੰਗ ਤੋਂ ਬਾਅਦ ਉਹ ਆਪਣੇ ਪੁਸ਼ਤੈਨੀ ਪਿੰਡ ਗੰਡੀਵਿੰਡ ਸਰਾਂ ਆ ਗਏ। ਇੱਥੇ ਹੀ ਉਸਨੇ 8ਵੀਂ ਦੀ ਪ੍ਰੀਖਿਆ ਪਾਸ ਕੀਤੀ। ਇਸ ਤੋਂ ਬਾਅਦ 1969 ਵਿੱਚ ਉਹਨਾਂ ਦਾ ਪਰਿਵਾਰ ਤਰਨਤਾਰਨ ਸ਼ਹਿਰ ਵਿਖੇ ਆ ਗਿਆ। ਉਸਨੇ ਵਿਦਿਆਰਥੀ ਅੰਦੋਲਨ ਵਿੱਚ ਜਿਸ ਤਰ੍ਹਾਂ ਅਗਵਾਈ ਕੀਤੀ ਸੀ ਉਸ ਦਾ ਕੋਈ ਸਾਨੀ ਨਹੀਂ। ਉਹ ਪੜ੍ਹਨ ਵਿੱਚ ਬਹੁਤ ਜ਼ਹੀਨ ਸੀ। ਉਸ ਵੇਲੇ ਉਹ ਕੋਈ ਵੀ ਨੌਕਰੀ ਜੁਆਇਨ ਕਰ ਸਕਦਾ ਸੀ, ਪਰ ਉਸਨੇ ਕਾਮਿਆਂ ਕਿਸਾਨਾਂ ਦੀ ਲੋਕ ਲਹਿਰ ਲਈ ਕੁਲਵਕਤੀ ਬਣਨ ਨੂੰ ਪਹਿਲ ਦਿੱਤੀ। ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਹਨ, ਪਰ ਕੁਲਵਕਤੀ ਹੋਣ ਲਈ ਜਿਗਰੇ ਵਾਲੇ ਬੰਦੇ ਹੀ ਨਿੱਤਰਦੇ ਹਨ। ਪਾਰਟੀ ਪ੍ਰਤੀ ਉਸਦੀ ਵਚਨਬੱਧਤਾ ਦਾ ਇੱਥੋਂ ਪਤਾ ਲੱਗਦਾ ਹੈ ਕਿ MA ਅੰਗਰੇਜ਼ੀ ਦਾ ਉਸਨੇ ਇੱਕ ਪੇਪਰ ਹੀ ਦਿੱਤਾ ਸੀ। ਉਸ ਵਿੱਚ ਉਸਦੇ 84% ਨੰਬਰ ਆਏ ਸਨ। ਬਾਕੀ ਦੇ ਪੇਪਰਾਂ ਤੋਂ ਪਹਿਲਾਂ 3 ਛੁੱਟੀਆਂ ਸਨ, ਪਰ ਪਾਰਟੀ ਆਦੇਸ਼ਾਂ ਨੂੰ ਪਹਿਲ ਦਿੰਦਿਆਂ ਉਸਨੇ ਬਾਕੀ ਦੇ 3 ਪੇਪਰ ਦੇਣ ਦੀ ਬਜਾਏ ਅੰਗਰੇਜ਼ੀ ਦੀ MA ਹੀ ਛੱਡ ਦਿੱਤੀ। ਪੰਜਾਬ ਯੂਨੀਵਰਸਿਟੀ ਵਿੱਚ MA ਮਨੋਵਿਗਿਆਨ ਕਰਦਿਆਂ ਇੱਕ ਸੌੜੀ ਸੋਚ ਵਾਲੇ ਪ੍ਰੋਫੈਸਰ ਨਾਲ ਆਪਣਾ ਧਰਮ ਇਨਸਾਨੀਅਤ ਦੱਸਣ ਕਾਰਨ ਹੋਏ ਵਿਵਾਦ ਕਾਰਨ ਉਸਨੇ ਚੰਡੀਗੜ੍ਹ ਨੂੰ ਵੀ ਅਲਵਿਦਾ ਕਹਿ ਦਿੱਤੀ। ਫਿਰ ਉਸਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ MA ਸਮਾਜ ਵਿਗਿਆਨ ਬਹੁਤ ਵਧੀਆ ਨੰਬਰਾਂ ਨਾਲ ਪਾਸ ਕੀਤੀ ਅਤੇ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦਾ ਚੁਣਿਆ ਹੋਇਆ ਪ੍ਰਧਾਨ ਬਣਨ ਦਾ ਮਾਣ ਹਾਸਲ ਕੀਤਾ। ਹੁਣ ਤੱਕ ਉਹ ਇੱਕ ਪਰਪੱਕ ਆਗੂ ਬਣ ਚੁੱਕਾ ਸੀ। 1980-81 ਵਿੱਚ ਵਿਦਿਆਰਥੀਆਂ ਵੱਲੋਂ ਖੱਬੇ ਪੱਖੀ ਪਾਰਟੀਆਂ ਦੀ ਅਗਵਾਈ ਵਿੱਚ ਵਧੇ ਹੋਏ ਬੱਸ ਕਿਰਾਏ ਖਿਲਾਫ ਵੱਡੀ ਜੰਗ ਲੜੀ ਗਈ। ਦੀਪਕ ਧਵਨ ਦੀ ਇਸ ਵਿਦਿਆਰਥੀ ਘੋਲ ਵਿੱਚ ਵੀ ਅਹਿਮ ਭੂਮਿਕਾ ਸੀ। ਇਸ ਅੰਦੋਲਨ ਵਿੱਚ ਬਹੁਤ ਸਾਰੇ ਆਗੂਆਂ ਨੂੰ 3-3 ਮਹੀਨੇ ਦੀ ਕੈਦ ਵੀ ਹੋਈ, ਪਰ ਅੰਤ ਵਿੱਚ ਵਿਦਿਆਰਥੀਆਂ ਦੇ ਸੰਘਰਸ਼ ਅੱਗੇ ਸਰਕਾਰ ਨੂੰ ਝੁਕਣਾ ਪਿਆ। ਇਸ ਤੋਂ ਦੀਪਕ ਧਵਨ ਨੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਮੁਹਾਜ਼ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਪੰਜਾਬ ਦਾ ਮਾਹੌਲ ਵਿਗੜਨਾ ਸ਼ੁਰੂ ਹੋਇਆ ਤਾਂ ਪੰਜਾਬ ਦੀ ਖੱਬੇ ਪੱਖੀ ਲਹਿਰ ਨੇ ਨਿਰਦੋਸ਼ਾਂ ਦੇ ਕਤਲਾਂ ਦੇ ਖਿਲਾਫ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਬੋਲਣਾ ਸ਼ੁਰੂ ਕਰ ਦਿੱਤਾ। ਸਾਕਾ ਨੀਲਾ ਤਾਰਾ ਤੋਂ ਬਾਅਦ ਅਗਲੇ 2 ਸਾਲ ਬਹੁਤ ਘੱਟ ਵਾਰਦਾਤਾਂ ਹੋਈਆਂ, ਪਰ 1986 ਵਿੱਚ ਅਕਾਲ ਤਖਤ ਵਿਖੇ ਹੋਏ ਸਰਬੱਤ ਖਾਲਸਾ ਵਿੱਚ ਖਾਲਿਸਤਾਨ ਦੀ ਪ੍ਰਾਪਤੀ ਲਈ ਜਾਰੀ ਹੋਏ ਐਲਾਨਨਾਮੇ ਤੋਂ ਬਾਅਦ ਫਿਰ ਪੰਜਾਬ ਵਿੱਚ ਫਿਰਕੂ ਹਵਾਵਾਂ ਨੇ ਦਮ ਫੜ ਲਿਆ। ਜੋ ਵੀ ਦਹਿਸ਼ਤਗਰਦਾਂ ਖਿਲਾਫ ਬੋਲਦਾ ਸੀ ਉਸ ਨੂੰ ਹੀ AK-47 ਵਾਲੇ ਚੁੱਪ ਕਰਵਾਉਣ ਲਈ ਆ ਪਹੁੰਚਦੇ। ਇਹਨਾਂ ਕਾਇਰਾਨਾ ਕਾਰਵਾਈਆਂ ਤਹਿਤ ਪਿੰਡ ਰਸੂਲਪੁਰ ਨੇੜੇ ਸੰਘਾ ਪਿੰਡ, ਜ਼ਿਲ੍ਹਾ ਤਰਨਤਾਰਨ ਉਦੋਂ ਅੰਮ੍ਰਿਤਸਰ ਵਿਖੇ ਮਿਤੀ 19 ਮਈ 1987 ਨੂੰ ਕੁਝ ਅਖੌਤੀ ਖਾੜਕੂਆਂ ਨੇ ਸਿਰਫ 32 ਸਾਲ ਦੀ ਉਮਰ ਵਿੱਚ ਇੱਕ ਨੌਜਵਾਨ ਨੂੰ ਲੋਕ ਆਗੂ ਗੋਲੀਆਂ ਮਾਰ ਕੇ ਮਾਰ ਦਿੱਤਾ। ਉਸ ਵੇਲੇ ਵੀ ਉਹ ਕਣਕ ਦੇ ਖਰਾਬੇ ਲਈ ਮੁਆਵਜ਼ੇ ਦੀ ਮੰਗਾਂ ਲਈ ਮਜ਼ਦੂਰਾਂ ਤੇ ਕਿਸਾਨਾਂ ਦੀ ਲਾਮਬੰਦੀ ਕਰ ਰਿਹਾ ਸੀ। ਕਾਮਰੇਡ ਦੀਪਕ ਧਵਨ ਦੀ ਮੌਤ ਇੱਕ ਵਿਅਕਤੀ ਦੀ ਮੌਤ ਨਹੀਂ ਸੀ, ਤੁਰਦੀ ਫਿਰਦੀ ਸਮਾਜਿਕ ਸੰਸਥਾ ਦਾ ਅੰਤ ਸੀ। ਦਹਾਕਿਆਂ ਬਾਅਦ ਵੀ ਮਾਝੇ ਵਿੱਚ ਪਾਰਟੀ ਨੂੰ ਉਹਦੇ ਵਰਗਾ ਆਗੂ ਨਹੀਂ ਮਿਲ ਸਕਿਆ। ਦੀਪਕ ਧਵਨ ਦੀ ਮੌਤ ਪਾਰਟੀ ਲਈ ਹੀ ਨਹੀਂ, ਹਿੰਦੂ ਸਿੱਖ ਭਾਈਚਾਰਕ ਸਾਂਝ ਦੇ ਮੁੱਦਿਆਂ ਲਈ ਬਹੁਤ
ਹਿਰਦੇ ਵੇਦਕ ਘਟਨਾ ਸੀ। ਅੱਜ ਦੇ ਦਿਨ ਲੋਕ ਘੋਲਾਂ ਨੂੰ ਪਰਨਾਏ ਹੋਏ ਨੌਜਵਾਨ ਆਗੂ ਸਾਥੀ ਦੀਪਕ ਧਵਨ ਨੂੰ ਲਾਲ ਸਲਾਮ ਕਰਦੇ ਹਾਂ, ਜਿਨ੍ਹਾਂ ਦੇ ਸਦਕਾ ਪੰਜਾਬ ਨੇ ਕਾਲੇ ਦਿਨਾਂ ਤੋਂ ਮੁਕਤੀ ਪ੍ਰਾਪਤ ਕੀਤੀ ਹੈ। ਕਾਮਨਾ ਕਰਦੇ ਹਾਂ ਕਿ ਪੰਜਾਬ ਮੁੜ ਕਦੀ ਉਹ ਦਿਨ ਨਾ ਵੇਖੇ। ਮੇਰਾ ਪੰਜਾਬ ਜੀਵੇ, ਸਾਂਝੀਵਾਲਤਾ ਦਾ ਪੈਗਾਮ ਜੀਵੇ। ਸਰਬਜੀਤ ਸੋਹੀ, ਆਸਟ੍ਰੇਲੀਆ। ਬਹੁਤ ਵਧੀਆ ਜੀ। ਬਿਲਕੁਲ ਜਿਵੇਂ ਸਾਥੀ ਦੱਸ ਕੇ ਗਏ ਨੇ ਕਿ ਉਹਨਾਂ ਦੇ ਕੋਲੇ ਆਪਸ਼ਨ ਸੀਗੀਆਂ। ਹੁਣ ਵੀ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਲਗਭਗ ਉਹਦੇ ਵਿੱਚ ਡਾਕਟਰ, ਪ੍ਰੋਫੈਸਰ, ਇੱਕ ਮੱਧ ਵਰਗੀ ਪਰਿਵਾਰ ਆ। ਉਹਨਾਂ ਦੀ ਆਪਣੀ ਜ਼ਿੰਦਗੀ ਆਰਾਮ ਨਾਲ ਜੀ ਸਕਦੇ ਸੀ, ਪਰ ਮਜ਼ਦੂਰ ਤੇ ਕਿਸਾਨਾਂ ਦੀਆਂ ਚੱਲਦੇ ਸੰਘਰਸ਼ਾਂ ਨੂੰ ਆਪਣਾ ਉਹਨਾਂ ਨੇ ਜੀਵਨ ਸਮਰਪਿਤ ਕੀਤਾ। ਸੋ ਸਾਥੀ ਕਰਤਾਰ ਸਿੰਘ ਸਰਾਭਾ ਦੇ ਨਾਲ ਅੱਜ ਦੀਪਕ ਧਵਨ ਨੂੰ ਵੀ ਅਸੀਂ ਸਲਾਮ ਆਖਦੇ ਹਾਂ ਜੀ, ਸਿਰ ਝੁਕਾਉਂਦੇ ਹਾਂ ਉਹਨਾਂ ਦੀ ਕੁਰਬਾਨੀ ਤੇ ਜੀ। ਬਿਲਕੁਲ। ਤੋਂ ਦੋਸਤੋ ਇੱਕ ਵਾਰ ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਾਮਰੇਡ ਸ਼ਿਵਾਨੀ ਨਾਲ ਅਸੀਂ ਰਾਬਤਾ ਜਿਹੜਾ ਕਾਇਮ ਕਰ ਸਕੀਏ। ਹਾਂਜੀ, ਇੱਕ ਗੀਤ ਤੁਹਾਡੀ ਨਜ਼ਰ ਕਰਕੇ ਅਸੀਂ ਦੁਬਾਰਾ ਤੁਹਾਡੇ ਨਾਲ ਜੁੜ ਜਾਵਾਂਗੇ। ਛੱਡ ਸ਼ਹਿਰ ਕਰਾਂ ਨਾ ਜਿਸ ਦਾ ਰਾਮਾ ਹਟਾ ਦਾ ਸਖਤ ਕਾਮਾ, ਨਾ ਜਿਸ ਦਾ ਰਾਮਾ ਹਟਾ ਦਾ ਸਖਤ ਕਾਮਾ, ਮੱਥੇ ਤੋਂ ਮੁੜਕਾ ਚੋਵੇ ਕਹਿੰਦਾ ਕਮੋੜਾ ਨਾਮਾ, ਨਿੱਕੇ ਦਾ ਕੱਲ ਸਵਾਰਾ ਉਹਦੇ ਲਈ ਦਿੱਲੀ ਜਾਵਾਂ, ਸੁਪਨਿਆਂ ਨੂੰ ਖੰਭਲਾ ਕੇ ਮੈਂ ਅੰਬਰੀ ਉੱਡਣਾ ਚਾਹਾਂ, ਕੋਲਾ ਸੀ ਮੇਰਾ ਰਾਮਾ ਦਿੱਲੀ ਨਾ ਉਹਨੂੰ ਚੱਲਿਆ। ਨਾ ਜਿਸ ਦਾ ਰਾਮਾ ਹਟਾ ਦਾ ਸਖਤ ਕਾਮਾ, ਨਾ ਜਿਸ ਦਾ ਰਾਮਾ ਹਟਾ ਦਾ ਸਖਤ ਕਾਮਾ। ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੇਡੀਓ ਇਨਕਲਾਬ। ਤੋਂ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਹੋ ਗਏ ਨੇ ਕਾਮਰੇਡ ਸ਼ਿਵਾਨੀ, ਜਿਹੜੇ ਕਿ ਮਜ਼ਦੂਰ ਬਿਗੁਲ ਤੋਂ ਨੇ ਔਰ ਨਾਲ ਹੀ ਨਾਲ ਬੜੇ ਸਰਗਰਮ ਕਾਰਕੁਨ ਨੇ ਰੈਵੋਲੂਸ਼ਨਰੀ ਵਰਕਰਸ ਪਾਰਟੀ ਆਫ ਇੰਡੀਆ ਦੇ। ਤੋਂ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਲੋਕਡਾਊਨ ਕਾਰਨ, ਕਰੋਨਾ ਵਾਇਰਸ ਕਾਰਨ ਜਿਹੜੇ ਸਾਡੇ ਮਾਈਗ੍ਰੈਂਟ ਮਜ਼ਦੂਰ ਨੇ, ਵਰਕਰਸ ਨੇ, ਭਾਰਤ ਦੇ ਵਿੱਚ ਇੱਕ ਪ੍ਰਾਂਤ ਤੋਂ ਦੂਜੇ ਪ੍ਰਾਂਤ 'ਚ ਕੰਮ ਕਰਦੇ ਨੇ, ਉਹਨਾਂ ਦੇ ਇਸ ਵਕਤ ਕਿਸ ਤਰ੍ਹਾਂ ਦੇ ਹਾਲਾਤ ਨੇ। कॉमरेड शिवानी, आपका स्वागत है रेडियो इनकलाब पे। शुक्रिया साथी। जी जी जी। साथी, पहले भी हम इस मसले पे एक हफ्ता पहले हम बांग्लादेश से जो गारमेंट यूनियन के वहाँ के हैं प्रेसिडेंट, उनसे बात कर रहे थे। तो मेरे ख्याल डिस्कशन का सबसे अगर उसका शुरुआत किया जाए तो मेरे ख्याल से हमारे साथी हैं कि गगन संग्रामी, उन्होंने अपनी पोस्ट डाली थी फेसबुक पे। तो वो बोलते हैं कि कोरोना ने सिस्टम नहीं हिलाया, हिले हुए सिस्टम को नंगा किया है। सो मेरे ख्याल से कि ये हमारा डिस्कशन पॉइंट सबसे बढ़िया रहेगा कि जो सिस्टम पहले ही, जो कैपिटलिस्ट का, पूंजीवादी का जो सिस्टम है, उसको ये इसने नंगा किया है। तो साथ ही अगर भारत और बांग्लादेश और इंडोनेशिया इन मुल्कों की बात करें तो कोरोना की जो वायरस है वो इन लोगों के लिए, इन सरकारों के लिए, मोदी की सरकार के लिए एक वरदान कैसे साबित हुआ है, तो इससे हम शुरू करेंगे। देखिए, मैं थोड़ा सा इस आर्ग्यूमेंट से डिफर करना चाहूंगी। जैसे सबसे पहली बात तो ये है कि ये बात सच है कि कैपिटलिस्ट सिस्टम, जो कि पहले से ही बहुत ही भयंकर क्राइसिस के दौर से गुजर रहा था, जो पूरा कोरोना पैंडेमिक के बाद जो एक तरीके से आप कह सकते हैं कि ये सिस्टम के फॉल्ट लाइंस को एक्सपोज करने का, आप अगर इसको कहें तो एक ये नोडल पॉइंट बन गया। ये एक बहुत इस तरीके का एक अहम पॉइंट बन गया कि सारी चीजें बहुत साफ साफ दिखाई दे रही हैं। गवर्नमेंट के जो रिस्पॉन्स है वो भी साफ दिखाई दे रहे हैं। वायरल इन्फेक्शंस और वायरस जो फैले, वो उसमें कोई बात नहीं है। उस पर भी कई मार्क्सवादी चिंतक है, बायोलॉजिस्ट हैं, जिन्होंने बेहतरीन काम किया है कि किस प्रकार
जो इंडस्ट्रियल फार्मिंग के पूरे तौर तरीके हैं, लाइव स्टॉक कल्टीवेशन के पूरे तौर तरीके हैं, और इसकी वजह से जो एक तरीके का आप कह सकते हो कि जो कैपिटलिस्ट मोड ऑफ प्रोडक्शन में एग्रीकल्चर से और ब्रॉडर सेंस में नेचर से जो इंटरेक्शन का तरीका है, उसकी वजह से पहले के मुकाबले वायरसेस और वायरल इन्फेक्शंस और इस किस्म के जो पैथोजेंस हैं, उनकी मतलब उनकी संख्या और वो कितने फेटल साबित हो सकते हैं, ये चीज बढ़ी है। अब अपने आप में तो कोई वायरल इन्फेक्शन पैंडेमिक बनता नहीं है या एपिडेमिक नहीं बनता है, लेकिन हम जानते हैं कि पिछले 5 महीने के टाइम में आज अगर आप आज के स्टेटिस्टिक्स उठा के देखें तो 3.5 लाख के करीब जो है मौतें हो चुकी हैं। ये वो मौतें हैं जो रिपोर्टेड हैं, ये रिपोर्टेड हैं, और हमें जाहिरा तौर पे इस पूरे आंकड़े पे शक करना चाहिए, क्योंकि बहुत सारी सरकारें तो लंबे समय से डिनायल मोड में थी कि ऐसी कोई बात ही नहीं है, ये तो इट्स जस्ट अ लिटिल फ्लू, इट्स जस्ट अ सीजनल फ्लू, और ये तो मतलब जैसे जुकाम खांसी होती है वैसे ये है, ये अपने आप ठीक हो जाएगा, और वैसे भी ये तो बुढ़ों को, बीमारों को ही परेशान करता है। यंग पॉपुलेशन को, जो वर्क फोर्स का मतलब मेजॉरिटी है, उसको कोई प्रॉब्लम नहीं, उसको कोई प्रॉब्लम नहीं। तो लंबे समय से तक तो सारी मतलब दुनिया की सरकारें डिनायल मोड में थी और हिंदुस्तान की हुकूमत भी डिनायल मोड में थी। इसलिए मैं इस वाले आर्ग्यूमेंट को आई विल टेक इट विद अ पिंच ऑफ सॉल्ट कि ये इनके लिए वरदान साबित हुआ। ये इनके लिए वरदान, हमें फिर तमाम स्टेटिस्टिक्स पर भी गौर करना चाहिए, किस तरीके से कैपिटलिस्ट इकोनॉमी जो पहले से ही जबरदस्त क्राइसिस का शिकार थी, वो प्लमेट कर रही है इस टाइम पे। वो मतलब ये क्राइसिस और डीपन हुआ है कोविड-19 के आने के बाद, और कोई भी कैपिटलिस्ट स्टेट और कैपिटलिस्ट क्लास अपने पैरों पे कुल्हाड़ी नहीं मारना चाहेगी, है ना। ये बात सच है कि उन्होंने इस चीज का अपने पॉलिटिकल एंड्स के लिए इस्तेमाल किया, लेकिन वो तो करेंगे ही ना। एक जो क्लास पॉलिटिकली सबसे ज्यादा ऑर्गेनाइज्ड है, और इस वक्त मैं बुर्जुआजी की बात कर रही हूँ, कैपिटलिस्ट क्लास की बात कर रही हूँ, तो उसका स्टेट भी जाहिरा तौर पे इस तरीके की पॉलिसीज लाएगा इस दौरान। लेकिन सिर्फ ये कहना कि ये इनके लिए वरदान साबित हुआ है, ये मुझे लगता है कि ये थोड़ा मतलब चीजों को ओवर सिंप्लीफाई करके देखना होगा। हो सकता ये इनके लिए भी बहुत प्रॉब्लमैटिक है इस टाइम, और ये समझ नहीं पा रहे हैं क्या करें। और हिंदुस्तान की सरकार के रिस्पॉन्सेज आपको बता सकते हैं कि दे आर एट देयर विट्स एंड, उनको पता ही नहीं है कि करें क्या। इसलिए इसको थोड़ा सा मुझे लगता है कि और हमें नुआंस्ड अंडरस्टैंडिंग बनानी चाहिए। मैं अगर भारत की बात करूं, देखिए यहाँ पर पहला केस आया था 30 जनवरी को। अब तमाम जितने भी रिसर्चेस हुए हैं, सर्वेज हुए हैं, उनके हिसाब से 18 मार्च को हिंदुस्तान में जो कोविड-19 है वो अपने कम्युनिटी ट्रांसमिशन के फेज में चला गया था। मतलब कि अब सिर्फ जो इंडिविजुअल कैरियर्स थे जो इंटरनेशनल ट्रैवल के बाद हिंदुस्तान में आए थे, सिर्फ उन तक नहीं था, उन्होंने और जगह भी फैला दिया था। लेकिन हिंदुस्तान की सरकार क्या कर रही थी? हिंदुस्तान की सरकार ने तो एयरपोर्ट्स पर थर्मल स्क्रीनिंग बहुत देर से शुरू की, और दूसरी बात, थर्मल स्क्रीनिंग अपने आप में कोई पैमाना नहीं है। आपको पता ही है कि इस वायरस का इंक्यूबेशन पीरियड ही 14 दिन का है। बिल्कुल। तो ये सरकार 30 जनवरी से 18 मार्च तक दिल्ली में फांसीवादी हमले और दंगे करवा रही थी। ट्रंप का स्वागत करने के लिए लाखों लोगों को इकट्ठा कर रही थी अहमदाबाद में, और 24 मार्च को जब मोदी आते हैं और राष्ट्र को संबोधित करते हैं, उससे एक दिन पहले ये मध्य प्रदेश में सरकार गिरा रहे थे और वहां पे खरीद फरोख्त कर रहे थे एमएलए की। तो इसके बाद इनको समझ में आ गया था कि देखिए आंकड़े तो नहीं छुप सकते हैं, लोग मर रहे थे। और हिंदुस्तान के केस में तो मैं स्पेसिफिकली कहूंगी, और उसके बाद यूएस के केस में यहाँ पर केसेस की जबरदस्त अंडर रिपोर्टिंग है। यहाँ टेस्ट ही नहीं बहुत लंबे टाइम तक हुए, जब हुए यूके में भी यूएस, बोरिस जॉनसन का भी, बिल्कुल बोरिस जॉनसन, ये इस तरह के लोग थे जो तो लंबे समय तक डिनायल मोड में थे कि इससे कुछ नहीं होगा, आप हर्ड इम्यूनिटी डेवलप करवाइए। तो मेरे ख्याल से इसको भी हमें थोड़ा सा अपनी अंडरस्टैंडिंग को देखना पड़ेगा कि सरकारों ने, पहली बात,
कैपिटलिस्ट मोड ऑफ प्रोडक्शन की वजह से कोई पैथोजन अगर वो वाइल्ड लाइफ से या लाइफ स्टॉक से जंप करता है और ह्यूमन पॉपुलेशन में आता है, ये हो सकता है। लेकिन इसके लिए भी प्राइमा फेशी और इन द लास्ट एनालिसिस ये सिस्टम जिम्मेदार है, क्योंकि इसने जिस तरीके का पूरा प्रोडक्शन के मेथड्स को अपनाया है और जिस तरीके से पूरा प्रॉफिट ड्रिवन इसका पूरा मामला है, उसकी वजह से वायरल इन्फेक्शंस, पैंडेमिक्स बनते हैं नंबर 1। और दूसरी बात जो सरकारों के रवैये थे उसकी वजह से हिंदुस्तान और बांग्लादेश, आपने सही कहा, यहाँ पर तो अगर, और हम जानते हैं हिंदुस्तान में धारावी में क्या हुआ, जो मुंबई में स्लम क्लस्टर है, वहाँ कौन लोग रहते हैं? वहाँ तो वर्किंग क्लास रहता है, बिल्कुल, वहाँ तो वर्किंग मासेस रहते हैं और वो हॉटस्पॉट बना हुआ है। और बांग्लादेश में भी गारमेंट सेक्टर्स में ये केसेस सामने आने लग गए हैं। हिंदुस्तान में कल ही मारुति सुजुकी का जो प्लांट इन्होंने खुलवाया और मैनेजमेंट ने बाकायदा कहा कि जो वर्कर रिपोर्ट नहीं करेगा काम के लिए उसके खिलाफ पनिटिव एक्शन लिया जाएगा। वहां पर कल एक केस सामने आया है। ओप्पो की फैक्ट्री में नोएडा में 6 केसेस सामने आए। ये वो हैं जो न्यूज रिपोर्ट बन गए, ये खबर बन गए। तो जी आप बताएं। जी साथी, मैं उस पे अगर मेरे ख्याल शायद शब्दों की वो सही मैंने चूज ना किया हो वरदान, लेकिन जिस तरीके से साथी जो कैपिटलिज्म का जो 7 से लेकर 10 साल का जो पीरियड है डाउन टर्न का, सो आई मीन इस क्राइसिस को यूज किया जा रहा है, क्योंकि पूरे का पूरा जो ब्लेम है इस क्राइसिस के ऊपर दिया जा रहा है, जबकि जो नॉर्मल जो पूंजीवाद का जो 7 से लेकर 10 साल तक जो डाउनटर्न आता ही है, मैं उस तरीके से बोल रहा था। और दूसरी बात यह कि हिंदुस्तान में खास करके जो शाहीन बाग जैसी मूवमेंट जो मोदी के लिए एक बहुत इनकी आंख में चुभ रही थी इन लोगों को, सो जितनी वो मूवमेंट थी वो बिल्कुल खत्म हो गई। अभी भी आप पूरे बड़े तरीके से बड़ी संख्या में लोग इकट्ठे होकर कोई मुजाहरा नहीं कर सकते। सो मैं उस तरीके से बोल रहा था, लेकिन आपकी बात बिल्कुल सही है कि कैपिटलिस्ट भी अपनी पैर पे कुल्हाड़ा खुद नहीं मारेंगे। लेकिन साथ ही इसमें ये भी बात है कि जितने भी पहले जो क्राइसिस आए हैं 2008 में जीएफसी का, उसमें जो हमेशा जो बेल आउट दिया जाता है वो तो बैंकों को दिया जाता है, आम लोगों के पास तो कुछ भी नहीं पहुंचता है। इस क्राइसिस में भी जो अंबानी है उनको ही सब्सिडी मिलेगी, उनको ही, और जो गरीब लोग हैं उनके पास कुछ नहीं आएगा। तो साथ ही जो दूसरा जो बहुत ही एक खतरनाक तस्वीरें सामने आ रही हैं कि जो भारत में जो प्रवासी मजदूर हैं वो एक बहुत ही ट्रेजेडी से गुजर रहा है, क्योंकि बसेस और ट्रेन सब बंद हैं और उनके पास नौकरी नहीं है, कुछ खाने को नहीं है, और वो वापस अपने यहाँ पे यूपी बिहार यहाँ से आए हैं वहाँ पे वापस जा रहे हैं, और किस तरीके की वो त्रासदी से गुजर रहे हैं ये आप श्रोताओं को बताएं। जी देखिए, ये काफी जरूरी सवाल है, क्योंकि पहली बात तो ये है कि ये बात सच है कि जो कैपिटलिस्ट क्लास है और जो पूंजीवादी राज्य सत्ताएं हैं, और दुनिया में हर जगह अब कैपिटलिज्म ही डोमिनेंट मोड ऑफ प्रोडक्शन है, तो जो कैपिटलिस्ट स्टेट्स है जाहिर तौर पे वो इस बात का इस्तेमाल कर रहे हैं कि कोविड-19 की वजह से क्राइसिस आया, जो कि एकदम बेबुनियाद बात है, गलत बात है। ये सच है कि इसने इस क्राइसिस को डीपन किया है, लेकिन ये कॉज नहीं है क्राइसिस का। और कई मार्क्सिस्ट इकोनॉमिस्ट्स हैं, माइकल रॉबर्ट्स जैसे लोग, उन्होंने एम्पिरिकली विद एविडेंस विद डेटा ये शो किया कि क्राइसिस तो लंबे समय से चल रही थी। मैं हिंदुस्तान की बात करूं तो यहाँ पर कोविड-19 के शुरू होने से पहले भी अनएम्प्लॉयमेंट रेट जबरदस्त तरीके से बढ़ रहा था और स्लम्प था, और ये तमाम तिगड़म बिठा के कोशिश कर रहे थे कि किस तरीके से इसको थोड़ा टालने की कोशिश करें, जो कि हो नहीं पा रहा था। और बहुत ही हिंदुस्तान और बाकी इकोनॉमीज का भी यही हाल था। ऐसे में जाहिर तौर पे जो कैपिटलिस्ट स्टेट है वो इस चीज का इस्तेमाल करेगा। अब इसमें तो जो वर्किंग क्लास की वैनगार्ड फोर्सेस हैं, जो रेवोल्यूशनरी फोर्सेस है, ये उनका भी दायित्व, उनकी भी रिस्पॉन्सिबिलिटी बनती है कि वो इस पूरे जो फॉल्स
नैरेटिव है उसको एक्सपोज करे। और जहाँ राइट विंग गवर्नमेंट्स होंगी, और भारत के केस में तो जहाँ एक फैसिस्ट गवर्नमेंट है, फैसिस्ट रिजीम है पावर में, वहां पर तो ये जाहिर तौर पे इन्होंने सबसे पहले तबलीगी जमात वाले इंसिडेंट के जरिए जो है मुस्लिम्स को डिमोनाइज करना शुरू किया। जी। फिर इन्होंने तमाम तरीके के गिमिक्स किए कि थाली बजाओ, दिए जलाओ, फूल बरसाओ। ये क्या है, क्योंकि ये जानते हैं कि ये एकदम फेल हो चुके हैं। जी। ये डॉक्टर्स को, हेल्थ केयर वर्कर्स को जब वो साथी में जी साथी में आपको इंटरप्ट, आपकी पहले आवाज बिल्कुल सही आ रही थी, मेरे ख्याल कुछ अभी थोड़ी ठीक नहीं आ रही है आपकी आवाज। अब आ रही है? हाँ, अब बढ़िया, एकदम फर्स्ट क्लास। जी जी हाँ। तो ये मोदी सरकार ने क्या किया, मोदी सरकार ने पहले की जो नाकामियां थी उसको छुपाने का भी जाहिरा तौर पे उसको एक मौका मिला। और दूसरी बात की जो इस टाइम हो रहा था, जैसे कि हेल्थ केयर वर्कर्स डिमांड कर रहे थे, आशा वर्कर्स, आंगनवाड़ी वर्कर्स या और जो इसेंशियल सर्विसेज में लगे हुए लोग थे, वो डिमांड कर रहे थे कि भाई हमें भी बेसिक जो एमिनिटीज है, बेसिक फैसिलिटीज हैं, वो चाहे पीपीई हो, वो चाहे मास्क हो, सैनिटाइजर्स हो, या तमाम जो भी इस तरीके की सुविधाएं वो हमें मिलनी चाहिए। ये सरकार दे नहीं रही थी, तो ये गिमिक्री कर रही थी, जो कि इसका पुराना फंडा है। वो इन्होंने फिर इन्होंने भी अपना समाप्त किया होगा, तो राष्ट्र को संबोधन करना ही मोदी ने बंद कर दिया, क्योंकि ये समझ गया था कि इनका भी नैरेटिव जो है, पहले तो इन्हीं का नीति आयोग कह रहा था कि 16 मई तक हिंदुस्तान में कर्व फ्लैटन हो जाएगा, नया कोई भी केस नहीं आएगा कोविड का। लेकिन ये तो उल्ट, अब आप देखिए इस टाइम डी फैक्टो लॉकडाउन इन्होंने खत्म ही कर दिया है। अभी आपको मैं अगर सच्चाई बताऊं, मैं दिल्ली में रह रही हूँ और दिल्ली में इस टाइम कुछ कंटेनमेंट जोन्स को छोड़ के लॉकडाउन कहने के लिए है, लेकिन खत्म है। कहीं भी जा सकते हैं, पब्लिक ट्रांसपोर्ट चालू कर दिया है सिवाय मेट्रो के, लेकिन आप मतलब फिर भी बसेस चलती हैं डीटीसी की, अगर आप कम्यूट करना चाहते हैं कर सकते हैं। लेकिन आप अगर देखेंगे पिछले 4 दिनों में रिकॉर्ड केसेस सामने आए हैं जो रिपोर्टेड है। मैं बार बार रिपोर्टेड बोल रही हूँ क्योंकि यहाँ पर मिस रिपोर्टिंग और अंडर रिपोर्टिंग तो सरकार, सेंट्रल गवर्नमेंट भी और स्टेट गवर्नमेंट ये लगातार करती रही है। ऐसे वक्त में ये बात बिल्कुल सच है कि ये इस चीज का भी इस्तेमाल कर रहे हैं। तमाम जो प्रोटेस्ट चल रहे थे उन प्रोटेस्ट को अब क्योंकि सेक्शन 144 इम्पोज है, आप कहीं असेंबली नहीं कर सकते हो, तो जाहिर तौर पे वो सारी असेंबलीज, वो सारी गैदरिंग्स नहीं हो पा रही हैं। लेकिन इसका दूसरा पहलू ये भी है कि ये भी तो एनआरसी नहीं लागू कर पाए ना, इनको भी 1 अप्रैल से एनआरसी लागू करनी थी, है ना, ये भी नहीं कर पाए। तो मेरे को लगता है कि जैसे बहुत इस तरीके का, ये वही मैं फिर से बात रिपीट करूंगी कि जो क्लास पॉलिटिकली ऑर्गेनाइज्ड होगा उसका जाहिरा तौर पे जो उसका वैनगार्ड, उसका स्टेट होगा, वो किसी भी इस तरीके की अपॉर्चुनिटी को अपने लिए इस्तेमाल करेगा। अगर वर्किंग क्लास की फोर्सेस ऑर्गेनाइज होंगी तो हम भी तो इस अपॉर्चुनिटी को अपने लिए इस्तेमाल करेंगे। हम इस टाइम हमें अपना क्या चार्टर होना चाहिए, वर्किंग क्लास की क्या डिमांड्स होनी चाहिए और रेवोल्यूशनरी फोर्सेस को किस तरीके से संगठित करने के लिए काम करना चाहिए, ब्रॉडर वर्किंग मासेस को भी और स्पेसिफिकली वर्किंग क्लास को भी, इस पर भी हमें सोचना चाहिए। तो इसलिए ये बात सच है कि इन्होंने और किसी भी गवर्नमेंट में, क्योंकि इनमें से कोई भी प्रो पीपल नहीं है, चाहे वो स्वीडन की गवर्नमेंट क्यों ना हो, इस मॉडल को बहुत ज्यादा चेरिश कर करके लोग बता रहे हैं। अरे वहां की असलियत आपको मैं बताऊं तो हाईएस्ट डेथ रेट से बिल्कुल बिल्कुल, और उन्होंने ओल्ड एज होम्स में बूढ़ों बीमारों को मरने के लिए छोड़ दिया। दूसरी चीज जो एकदम कहीं नहीं आ रही है, वहां इमिग्रेंट्स के बीच में डेथ रेट डिस्प्रपोर्शनेटली ज्यादा है। अब वो इमिग्रेंट्स कौन है, वो स्वीडन में क्या कर रहे हैं, यानी कि वहां की जो वर्किंग क्लास है। बिल्कुल बिल्कुल, ये उन, इसलिए इनमें से तो कोई भी प्रो पीपल या कोई भी सोशलिस्ट सरकार तो कहीं पर है नहीं जिससे हम ये उम्मीद करें कि वो जनता के लिए फॉर द लार्जर बेनिफिट ऑफ द मासेस, वेलबींग ऑफ द मासेस कुछ करेगी। ऐसा तो कुछ नहीं करेगी। हर सरकार अपनी नाकामियों को छुपाने के लिए अलग अलग रास्ते अपना रही है। देखिए, एक रास्ता था पहले इन सबके लिए जिसमें बोरिस जॉनसन से लेकर डोनाल्ड ट्रंप से लेकर बोल्सोनारो जो ब्राजील के प्रेसिडेंट है, उनका एक जो पेट रिस्पॉन्स था कि इट्स नॉट दैट सीरियस, देयर इज नथिंग टू वरी अबाउट, वी शुड
वी शुड कंटिन्यू टू गो अबाउट आवर लाइफ, हमें कुछ नहीं करना चाहिए, हर्ड इम्यूनिटी डेवलप हो जाएगी। ये हर्ड इम्यूनिटी डेवलप करने का लॉजिक बहुत खतरनाक लॉजिक है, क्योंकि आप हर्ड इम्यूनिटी किसके कॉस्ट पे डेवलप करेंगे? आप लोगों को काम पे जाने देंगे, आप प्रोडक्शन की मशीनरी चालू करेंगे जो कि प्रॉफिट की मशीनरी है बेसिकली, आप उसको चालू करेंगे, इसका खामियाजा कौन उठाएगा? सोशल डिस्टेंसिंग, फिजिकल डिस्टेंसिंग, घरों में बैठ के आराम तलबी तो जो खाता पीता वर्ग है, जो तबका है, वो आराम से कर लेगा, लेकिन काम पर तो मजदूर जाएगा। बिल्कुल। और उसके बाद आप और इसी का एक दूसरा एक्सटेंशन लॉजिक का क्या होता है, जो अमीर देश कह रहे हैं, जो तमाम जो सो कॉल्ड डेवलप्ड नेशन है, वो कह रहे हैं कि पुअर नेशंस, फॉर एग्जांपल इंडिया, उनके लिए बड़ा ये अच्छा कि इनकी तो यंग पॉपुलेशन है, इनको ये रास्ता अपनाना चाहिए हर्ड इम्यूनिटी का। ये हर्ड, इनको ये नहीं समझ में आ रहा है कि इस देश में आप अगर टोटल वर्किंग मासेस को जोड़ेंगे तो 70 करोड़ से ऊपर बैठेगा। क्या होगा? आप हर्ड इम्यूनिटी डेवलप करेंगे और उसका तो हम खामियाजा देखिए, जितने अनप्लान तरीके से मोदी गवर्नमेंट ने लॉकडाउन को इम्प्लीमेंट किया, 4 घंटे का समय देकर बिना कोई तैयारी किए, और इससे भी इंपॉर्टेंट चीज, लॉकडाउन जिसके लिए किया जाना था, लॉकडाउन अपने आप में वायरल ट्रांसमिशन या पैंडेमिक को खत्म करने का कोई रास्ता तो है नहीं, आपको ये मोहलत देता है कि आप अपने हेल्थ इंफ्रास्ट्रक्चर को इतना रोबस्ट बनाएं इस पूरे टाइम में। कैसे? आप मास टेस्टिंग करें, आप कॉन्टैक्ट ट्रेसिंग करें, आप क्वारंटीन करें लोगों की, और आप ट्रीटमेंट करें। वो तो इन्होंने कुछ किया नहीं। वियतनाम ने करके दिखला दिया, ये नहीं कर पाए। तो इसलिए ये हर्ड इम्यूनिटी का लॉजिक बहुत जो राइट विंग गवर्नमेंट्स हर जगह उठा रही हैं, और बहुत ताज्जुब की बात है कि हिंदुस्तान में ऐसे तमाम लेफ्ट लोग भी हैं, तथाकथित मार्क्सवादी भी हैं, जो ऐसी बातें कर रहे हैं। मतलब बहुत नहीं है, मेजोरिटी में एक इस तरीके का संगठन है जो ये बात कर रहा है कि भाई, तो आप इनको क्या कहेंगे? तो ल्यूनेटिक मार्क्सिस्ट हैं जो हर्ड इम्यूनिटी का तर्क दे रहे हैं, जो बेसिकली टोटली राइट विंग तर्क है। और अभी तक, अब आपको पता है कि 2nd नंबर पे केसेस सबसे ज्यादा ब्राजील में आए हैं, और ब्राजील में वहां पे रिपोर्ट्स लगातार आ रही हैं कि जबरदस्त तरीके से मजदूरों के बीच में ये फैल रहा है इन्फेक्शन, और सरकार हाथ पे हाथ धरी बैठी हुई है, क्योंकि वहां की सेंट्रल गवर्नमेंट का ही कोई इसमें इंटरेस्ट नहीं है। वो तो लगातार ये लॉजिक दे रहे हैं कि नहीं नहीं, प्रोडक्शन चालू करो, कोई दिक्कत की बात नहीं है, तो सीजनल फ्लू है, ये ठीक हो जाएगा। ये बकवास बात है। और इसलिए ऐसे टाइम में जो वर्किंग क्लास का चार्टर है, उसका चार्टर ये होना चाहिए। और जिस चार्टर को लेके हमने जो 22nd में का, आपको पता होगा कि हिंदुस्तान में कई ट्रेड यूनियंस ने जो लेबर लॉ को एक तरीके से खत्म कर देने की जो पूरी साजिश मोदी गवर्नमेंट ने चलाई और स्टेट गवर्नमेंट ने चलाई, उसके खिलाफ हमने जो स्पेसिफिकली एक चार्टर रखा, वो सिर्फ लेबर लॉज के लिए नहीं था। हमने ये चार्टर रखा कि ना तो हमें कोविड-19 से मरना मंजूर है, और ना हमें भूख और बेरोजगारी से मरना मंजूर है। ये फॉल्स बाइनरी है कि आप या तो लाइफ चुनो या आप लाइवलीहुड चुनो। कि आपको, अच्छा वायरस से तो, वायरस पे तो हमारा कोई कंट्रोल है नहीं, ये इन्फेक्शन तो फैलेगा, चलिए अब आप काम पे लग जाइए। क्यों काम पे लगे? आप यूनिवर्सल फूड राशनिंग कीजिए, बिल्कुल, आप यूनिवर्सल हेल्थ इनकम, आप सबको वो बेनिफिट्स दीजिए। आपने 20 लाख करोड़ का जो आपने, बिल्कुल आपने सही बात कही, वो जो पैकेज है वो तो इनके अपने जो इनके कैपिटल स्ट्रेंथ्स हैं उनके बेल आउट के लिए। इसमें तो आप क्यों नहीं डायरेक्टली जाकर लोगों को कैश दे रहे हैं? आप क्यों नहीं उन फैमिलीज को डायरेक्टली जाकर कॉम्पनसेट कर रहे हैं जो आपके एकदम अनप्लान्ड लॉकडाउन की वजह से जिनकी एक्सीडेंट्स में भूख की वजह से मौत हुई है? तो ये हिंदुस्तान में तो इस टाइम ये एकदम आप देख सकते हैं कि 2 दुनियाओं का फर्क है। और मोदी गवर्नमेंट ने जो है, इसमें कोई शक पहले भी नहीं था, लेकिन ये कितनी एंटी पीपल और कितनी एंटी वर्किंग क्लास हो सकती है, इस पूरे दौर में ये खुल के सामने आया है। तो इसलिए वो मौका, जी बताएं। नहीं, आप जब ये सब बता रहे थे तो मेरे दिमाग में आ रहा था कि इनके आइदर इंटेंशनली और अनइंटेंशनली कुछ तो भी ऐसा मल्थूजियन
कॉन्सेप्ट इनके दिमाग में है कि अगर गरीब मरता है तो मर जाए, नॉट अ बिग डील। इनके लिए कुछ बिल्कुल कुछ खास, क्योंकि जितनी भी फाशीवादी और राइट विंग जिनकी मेंटेलिटी है वो तो मलथूस को तो वो फॉलो करते ही हैं कि अगर ये मर भी जाएं तो देयर इज एनफ वर्क फोर्स इनके पास है अभी। सो साथी अभी आपने बता रहे थे कि जो ऑफिशियली और अनऑफिशियली एक लॉकडाउन तो बिल्कुल एकदम नाम के जैसा ही रह गया है, लेकिन इसके बावजूद भी जो मजदूरों की जो हालत है वो अब किस हालत से अभी गुजर रहे हैं? देखिए, इस टाइम तो यहाँ पर हालात बहुत खराब है, इसलिए क्योंकि जो लॉकडाउन के बाद, जब इन्होंने लॉकडाउन इम्पोज किया उसके बाद जो है जो 4 घंटे का नोटिस दिया उसमें तो जो लोग यहाँ जाना चाहते थे और ज्यादातर वर्कर्स के बीच में भी ये था कि हम अगर शहरों में रहेंगे जहां पर हम हैं तो हम इन्फेक्शन कॉन्ट्रैक्ट कर लेंगे। ये वाकई में ये एक पैल्पेबल डर था कि यहाँ पर आप अगर जाएं दिल्ली एनसीआर के पूरे हिस्से में या हिंदुस्तान में वैसे आप कहीं पर भी जाएं, जो झुग्गी बस्तियां हैं, जिन रिहायशों में मजदूर रहते हैं, और आपको एकदम फ्रेडरिक एंगल्स के वो शब्द याद आते हैं कि कोई भी एपिडेमिक है वो सबसे ज्यादा वर्किंग क्लास की रिहायशों में फैलता है बड़े पैमाने पर, बिल्कुल, और सबसे ज्यादा जाने भी वो वही लेता है। और ये डर तो था ही, और वर्कर्स को वापस अपने घर लौटने का वो भी जानते थे कि वहां पर लॉन्ग टर्म में तो कोई ऑप्शन है नहीं, क्योंकि जो इस तरीके से माइग्रेशन होता है वो तो आमतौर पे ऐसी जगहों पे ही होते हैं जहाँ पे इंडस्ट्रीज बनी है जो एक तरीके से मैग्नेट्स के तौर पे काम करते हैं। तो उनका ये था कि अभी हमें लेकिन तुरंत घर जाना है, क्योंकि यहाँ पर पहली बात लॉकडाउन की वजह से काम भी नहीं बचा है। जो कदम सरकार को उठाने चाहिए थे और वो उठा सकती थी, ऐसा ये कोई इम्पॉसिबल टास्क नहीं है। क्यों? क्योंकि आपके पास ऐसी बहुत सारी जगह है जहाँ पे आप वर्कर्स के लिए रिहाइश तैयार कर सकते थे। आपके पास इतने सारे रियल एस्टेट में फ्लैट्स खाली पड़े हैं, आपके पास स्टेडियम खाली पड़े हैं, आपके पास कम्युनिटी सेंटर्स खाली पड़े हैं। आपने क्यों नहीं वहां पे रिहाइशों का इंतजाम किया? आप उनको वहां पे तब तक के लिए, जितने टाइम के लिए आप लॉकडाउन को चला रहे थे, आप वहां पर उनके रिहाइश का इंतजाम करते, वो आपने किया नहीं। दिल्ली गवर्नमेंट ने फॉर नेम से जो है कुछ खाने पीने का इंतजाम किया जो एकदम इनसफिशिएंट था। हमारे कई लोग गए, हमने वो सारी जगहों पर पूरा जाकर देखा, सर्वे किया, वहां पर लंबी लाइनें लगती थी, सबको खाना भी नहीं मिलता था। इस तरीके की चीजें थी जो कि एकदम मिसमैनेजमेंट था, क्योंकि इनकी प्रायोरिटी नहीं है ना, इनको ये था, और ये समझ नहीं पा रहे थे कि इतना बड़ा एक्सोडस होगा। ये इनके कैलकुलेशन से बाहर था। इनको लगा कि अच्छा यहीं पर रहेंगे, जिस हालत में रहते हैं ऐसे रहेंगे, कोई इंतजाम उस तरीके से करने की जरूरत है। लेकिन एक्सोडस शुरू हुआ, उसके बाद इनको देर सवेर जो है ट्रेनें चालू करनी पड़ी। अब सवाल ये उठता है कि आप अमीरजादों के लड़के लड़कियों को बाहर से चार्टर्ड प्लेन्स में ला सकते हैं, उनके लिए आप एसी सर्विसेज, जब वो हिंदुस्तान पहुंचते हो तो आप एसी बसेस से, आपको पता है कि हरिद्वार में गुजराती कुछ लोग फंस गए थे जो वहां पर तीर्थ पर गए थे, तो गुजरात के गवर्नमेंट ने गुजरात से एसी बसेस भेजी। आप जब ये अमीरों के लिए कर सकते हैं तो आप इस देश के मजदूरों के लिए क्यों नहीं कर सकते? बिल्कुल बिल्कुल बिल्कुल। और आज भी आप देखेंगे, आप जो ट्रेनों में जिस तरीके से भर रहे हैं लोगों को, उससे तो फैलेगा ही और फैल रहा है। अभी 4 दिन पहले जो एक ट्रेन पहुंची बिहार, साथी आपकी आवाज फिर से थोड़ी खराब आ रही है, जो पहले किया था वही करें आप। अब आ रही है? अभी ठीक है। अब आ रही है? जी जी जी। हाँ, वो थोड़ा मैं इधर उधर हिलती हूँ तो उसकी वजह से मुझे लगता है जी। तो अब बिहार ट्रेन पहुंची अभी 4-5 दिन पहले, तो 560 वर्कर्स में से 550 को वो कोरोना पॉजिटिव निकले। तो आप जो कर रहे हैं, जो आप प्रिकॉशंस, और जो कि अपर क्लासेस, अपर मिडिल क्लास और एक हद तक मिडिल क्लास अफोर्ड कर सकता है, वो तो नहीं कर सकता है। तो लॉकडाउन का जो पर्पस था, वो पर्पस तो आपने डिफीट करवा दिया। उसके बाद जो आपको इंतजाम करने थे वो आपने नहीं किए। अब इस टाइम ये है कि जो वर्कर जा रहे हैं वो तो यही कहते हुए जा रहे हैं कि अब हम अभी वापस नहीं आएंगे। तो अब ये क्या करें, जबरदस्ती गाड़ियां नहीं चला रहे। अब ये भी हो रहा है, आपको पता होगा कि कर्नाटका में बिल्डर्स की लॉबी जो है
वो वहां के चीफ मिनिस्टर से मिली कि ट्रेनें मत चलाओ, इनको वापस मत जाने दो, क्योंकि ये वापस गए तो काम यहाँ कौन करेगा। साथी दिस इज वेरी क्रूअल, बहुत क्रूअल है ये तो, बहुत ज्यादा। तो इससे देखिए, इससे तो ये कैपिटलिस्ट आर्ग्यूमेंट भी धराशायी हो जाता है कि वेल्थ मेकर्स जो हैं वो तो कैपिटलिस्ट हैं। अगर वेल्थ मेकर्स कैपिटलिस्ट है तो करें ना आप अपनी वेल्थ क्रिएट। आपको क्या जरूरत है, आप कीजिए वेल्थ। आपके पास फैक्ट्रीज हैं, आपके पास रॉ मटेरियल है, रॉ मटेरियल भी कुछ वक्त के लिए, वहां रॉ मटेरियल में जब माइनिंग मेटलर्जी में काम नहीं होगा तो रॉ मटेरियल भी आप तक नहीं पहुंचेगा। लेकिन अगर आपके पास इंस्ट्रूमेंट्स ऑफ प्रोडक्शन है, आपके पास सब कुछ है, तो आप कीजिए वेल्थ क्रिएट। आपको क्या जरूरत है वर्कर्स की। तो ये पूरा मतलब इस टाइम सिस्टम जो है वो जबरदस्त तरीके से एक्सपोज हुआ है, और जो कॉन्ट्रडिक्शन है लेबर और कैपिटल के बीच में वो इंटेंसिफाई हुए हैं। इसलिए ये अगर आप इसको इस नजर से देखें तो ये रेवोल्यूशनरी फोर्सेस के लिए भी एक अपॉर्चुनिटी है। बिल्कुल बिल्कुल। ये हमारे हम ये सच बात है कि ये फोर्सेस अभी वीक हैं, बिखरी हुई हैं, लेकिन ये अपॉर्चुनिटी तो है ही। आप मतलब देख सकते हैं यार एक रेडिकलाइजेशन का पोटेंशियल इस टाइम है जबरदस्त तरीके से। कुछ वर्कर्स तो जो वापस गांव में जा रहे हैं, उन्होंने कहा कि हम सारी जो इलेक्टोरल पूंजीवादी पार्टीज हैं हम इनका बाइकआउट करेंगे, हम इनको वोट नहीं देंगे। तो जाहिर तौर पे ये अभी एक स्पॉन्टेनियस सेंटिमेंट है, इसको और कॉन्शियस बनाने की और उस तरह मतलब इसको और ज्यादा चैनलाइज करने की जरूरत है। लेकिन हम देख सकते हैं कि अगर कोविड-19 ने उनको भी अपने क्राइसिस को और अपनी नाकामियों को और अपने फेलियर्स को थोड़ा बहुत ढकने तोपने का मौका दिया, हालांकि वो कामयाब नहीं हो पाए इसमें, तो ये वर्किंग क्लास की फोर्सेस को भी ये मौका दे रहा है कि इस वक्त आप सिस्टम को चलाने वाली ताकतों को और जो सरकारें हैं जो पूंजीपतियों के लिए ही काम करती हैं, ये हम जानते हैं। ये तो एक तरीके से मैं एक एक्सियम टाइप बात कह रही हूँ, लेकिन हाँ अभी एकदम साफ दिख रहा है कि ये हो रहा है। वो किन के लिए काम कर रहे हैं, उनको क्या करना चाहिए। इसलिए बहुत सारे लोग जो बहुत किस्म की कॉन्स्पिरेसी थियरीज दे रहे हैं ना कि ये तो सरकारों का षड्यंत्र है कोविड-19, या ये तो फार्मास्यूटिकल कंपनीज का, ये बकवास है। ऐसा कोई षड्यंत्र करने के लिए मतलब कैपिटलिस्ट क्लास में भी जबरदस्त किस्म का कंसेंसस होना बिल्कुल कि वो बैठकर पूरा पूंजीपति वर्ग जो है, और जैसे कि वो बड़ा होमोजीनियस, जैसे उनके बीच में अपने कोई इंटरनल कॉन्ट्रडिक्शन नहीं है, उनके जैसे अपने कोई फैक्शनल इंटरेस्ट ही नहीं है, तो ये बकवास बात है। इस क्राइसिस का, कोविड-19 क्राइसिस का वर्किंग क्लास पे इम्पैक्ट पड़ रहा है, वो भयंकर है और उसको हमें देखना पड़ेगा। और हमारा चार्टर आज के समय में यही होना चाहिए कि हमें, आप हमसे जबरदस्ती काम नहीं करवा सकते। आपको पता है कि जैसे मैंने आपको बताया कि इस टाइम ऑटोमोबाइल सेक्टर में, टेक्सटाइल सेक्टर में जबरदस्ती काम लिया जा रहा है, वर्कर्स नहीं चाहते हैं काम करना। जैसे कि यूएस में हुआ मीट इंडस्ट्री में, यूके में हुआ मीट इंडस्ट्री में, साउथ अफ्रीका में मीट इंडस्ट्री में, वो कह रहे हैं हमें नहीं करना है, आप हमें पेड लीव दो। और कई जगह यूनियंस ने स्ट्राइक की कि हम वी टू हैव राइट टू स्टे बैक एट होम, हमें भी स्टे, आप तो आराम से वर्क एट होम, स्टे एट होम करेंगे, हमारे पास भी तो वो राइट होना चाहिए। बिल्कुल बिल्कुल बिल्कुल। साथ ही मैं प्रोफेसर रिचर्ड वॉल्फ को सुन रहा था कि यहाँ जहाँ पे आपकी बिल्कुल बात सही है कि सबसे ज्यादा इन्फेक्शन अगर हो सकती है तो वो मीट प्रोसेसिंग इंडस्ट्री में हो सकती है, और जो जिसको आप साउथ अमेरिका कहेंगे, न्यूयॉर्क को आप साउथ अमेरिका कहेंगे, वो जो रीजन यहाँ पे यूनियन है जो जितनी ज्यादा स्ट्रांग है, वहां पे उन्होंने पूरा लड़ाई उनको मीट वर्कर्स ने दी है और जीत भी हासिल की है। लेकिन जो दूसरी तरफ बिल्कुल आपकी बात बिल्कुल सही है। तो साथ ही मेरे ख्याल से मैं आपसे वही सवाल करने वाला था कि अभी वर्किंग क्लास को कैसे ऑर्गेनाइज होना चाहिए, और इस क्राइसिस में एक क्रांति होने के भी बहुत ज़्यादा चांसेस हैं। तो मेरे ख्याल से आपने वो बात का जवाब दे दिया है। तो साथ ही अगर आखिर में इसमें आप क्या ऐड करना चाहेंगे, जो अभी न्यूजीलैंड में हमारे श्रोता सुन रहे हैं और बाद में दुनिया में लोग सुनेंगे, कि कोई बात रह गई हो तो उसको भी आप ऐड कर दें। देखिए, इसमें मैं सबसे ज्यादा जिस बात को एम्फेसाइज करूंगी कि इस टाइम वर्किंग क्लास को और तमाम रेवोल्यूशनरी फोर्सेस को अपना चार्टर
और उस चार्टर के अराउंड किस तरीके से हम ऑर्गेनाइज कर सकते हैं। जैसे कि हमने कुछ मांगे उठाई हिंदुस्तान के पर्सपेक्टिव में, और वो हर जगह लागू होती हैं। सबसे पहली चीज कि हमारे सामने ये फॉल्स बाइनरी नहीं होनी चाहिए, जो एक उसमें देखे तो लाइफ लाइवलीहुड का जो वो है लाइफ वर्सेस लाइवलीहुड, या फिर भूख से मरो, बेरोजगारी से मरो, या फिर इन्फेक्शन से मर जाओ। ये फॉल्स बाइनरी, ये चॉइस ही नहीं है, ये फॉल्स ऑल्टरनेटिव्स हैं। हमें ये मंजूर नहीं है। ना तो हमें भूख बेरोजगारी से मरना है और ना हमें कोविड-19 से मरना है। आप अपनी हर्ड इम्यूनिटी हमारे कॉस्ट पे नहीं डेवलप कर सकते हो, और आप अपने मुनाफे की मशीनरी हमारे कॉस्ट पे नहीं डेवलप कर सकते हो। और हमें तमाम उन डिमांड्स को नए सिरे से उठाना होगा जो कि रेवोल्यूशनरी फोर्सेस लंबे समय से कहती आई हैं कि आप क्यों नहीं पब्लिक हेल्थ केयर सिस्टम को रोबस्ट बनाते हैं। आप सारा प्राइवेट हेल्थ केयर सिस्टम का खत्म कीजिए मामला और इस टाइम भी गवर्नमेंट्स के पास, और ये तो कई जहां पर सोशल डेमोक्रेटिक सरकारें थी, और सोशल डेमोक्रेटिक सरकारें भी नहीं जहां पर लिबरल बुर्जुआ गवर्नमेंट थी, उन्होंने किया, उन्होंने नेशनलाइज किया अपने हेल्थ केयर सिस्टम को। तो आप हिंदुस्तान में क्यों नहीं कर सकते? आप कीजिए। आप यूनिवर्सल राशनिंग क्यों नहीं कर सकते हैं? आज की डेट में भी एफसीआई के गोदामों में इतना फूड ग्रेन है कि 7 महीने तक घर बैठे वर्कर्स जो है, वर्किंग क्लास जो है, वर्किंग मासेस जो है, वो घर बैठे खा सकते हैं। लेकिन सरकार नहीं कर रही है। क्यों नहीं कर रही है? तो आप पब्लिक राशनिंग का सिस्टम क्यों नहीं लागू कर रहे हैं? दूसरा, लॉकडाउन के दौरान वर्कर्स को फोर्स नहीं किया जाना चाहिए काम करने के लिए, और पेड लीव का प्रोविजन होना चाहिए। आप प्रॉफिट मशीनरी को चालू करके आप हमारी जान को जोखिम में डाल रहे हैं, क्योंकि जो सीईओज और मैनेजर्स हैं वो तो वर्क एट होम करेंगे, बिल्कुल, और वर्कर्स जाके असेंबली लाइनों पे खटेंगे। और आज भी मैं अभी न्यूज देखी थी, वॉशिंगटन में एप्पल के वर्कर्स ने जबरदस्त स्ट्राइक लड़ी इसी डिमांड को लेकर, और जीत रहे हैं वो लोग। बिल्कुल, बिल्कुल। और ये डिमांड जो ये बहुत एसेंशियल डिमांड है। जैसे इस डिमांड को मुझे नहीं पता कि इसको हम क्यों इतना मतलब आप कह सकते हैं ना संशय के साथ देख रहे हैं। बिल्कुल, ये इंपॉर्टेंट डिमांड है कि वर्कर्स को फोर्स नहीं किया जाना चाहिए। वर्कर्स के पास भी ये राइट होना चाहिए कि वो घरों में वो करें, और जो है वो अपना राइट असर्ट करें कि हमें जो कोविड-19 में मौतें हो रही हैं, हमें उससे भी फ्रीडम चाहिए और हमें भूख से भी फ्रीडम चाहिए। हमारे सामने आप ये ऑल्टरनेटिव नहीं रख सकते हो। और ये जो है आज इसी प्रोग्राम के साथ जो तमाम वर्किंग क्लास की वैनगार्ड फोर्सेस हैं, उनको इन तमाम डिमांड्स के अराउंड आज वर्किंग क्लास को ऑर्गेनाइज करने की जरूरत है। और ये वो डिमांड्स हैं जो हमें और मौका देंगी इस सिस्टम को एक्सपोज करने के, इस सिस्टम को इसके पॉइंट ऑफ इम्पॉसिबिलिटी तक पहुंचाने। तो आप वो डिमांड कीजिए जो ये बाकियों के लिए तो दे सकते हैं। ये वर्क एट होम का ऑप्शन तो अपर क्लास के लिए, अपर मिडिल क्लास के लिए दे सकते हैं, तो वर्कर्स के लिए क्यों नहीं दे सकते? तो इन डिमांड्स को असर्ट करते हुए मुझे लगता है कि आज कहीं पर भी, और न्यूजीलैंड से लेकर हिंदुस्तान तक में जो भी ऐसी फोर्सेस हैं, उनको अपने चार्टर तैयार करने की जरूरत है। ये हमारा एक हम्बल सजेशन है, और हम यहाँ पर जहां जहां हमारी ताकत है हम वो कर रहे हैं, और आगे भी हमारी यही कोशिश रहेगी कि इस चार्टर के अराउंड, क्योंकि अब जैसे जैसे लॉकडाउन ये इसके मतलब पूरा इसको लूजन अप कर रहे हैं, तो हम अब जा जाके कैंपेनिंग भी शुरू कर रहे हैं इस पूरे चार्टर ऑफ डिमांड को लेकर। बिल्कुल, बिल्कुल। क्योंकि अभी तो देखिए हिंदुस्तान में तो वो पीक आया नहीं है जिस पीक की बात हर जगह की जा रही है। आज भी न्यूज में आ रहा है कि एम्स के ही जो डायरेक्टर उन्होंने कहा कि अब अगस्त तक आएगा इसका पीक। बिल्कुल। आज सिंगल लार्जेस्ट पीक है, करीबन 7,000 डेथ्स हुई हैं, सॉरी केसेस सामने आए। तो ये और ये बड़ी बात है कि यहाँ पर तो खैर बहुत ही मतलब मिस रिपोर्टिंग है इसको लेकर, लेकिन हाँ अभी आने वाला वक्त जो है वो हमें ये मौका दे रहा है कि हम अपने चार्टर को तैयार करके वर्किंग क्लास और ब्रॉडर क्रॉस सेक्शन ऑफ वर्किंग मासेस में जाएं, और जो रेडिकलाइजेशन का पोटेंशियल है हम उसको रियलिटी में तब्दील कर सकें। बिल्कुल, बिल्कुल। साथ ही मैं आपको बताना चाहता हूँ कि न्यूजीलैंड में जो यहाँ पे जो माइग्रेंट वर्कर हैं, जो वर्क वीजा के ऊपर हैं, उनको जब सरकार ने सब्सिडी दी तो मतलब यूनियन का काम इतना बढ़ गया था कि जो सब्सिडी
क्योंकि होना तो ऐसे चाहिए था कि एक यूनिवर्सल इनकम का कॉन्सेप्ट होना चाहिए था कि डायरेक्ट वर्कर को उनकी जो पे दी जाती, लेकिन वो मालिकों को दी गई। और बहुत सारे केसेस ऐसे हैं कि सब्सिडी उनको पहुंची ही नहीं। और दूसरी जो हमारी न्यूजीलैंड में अभी जो सबसे बड़ी डिमांड ये है कि जैसे वेलफेयर स्टेट यहाँ के वर्कर को जो उनकी सहूलियात हैं, उनको अनएम्प्लॉयमेंट बेनिफिट मिलता है, सब मिलता है, तो हम ये डिमांड कर रहे हैं कि जो यहाँ पे टेम्पररी वर्कर हैं उनको भी वैसी ही फैसिलिटी मिलनी चाहिए। सो बिल्कुल बहुत सारी ऐसी बातें हैं कि जो न्यूजीलैंड जैसे मुल्क में एक सोशल डेमोक्रेसी जैसे मुल्क में भी वो लागू, मतलब एक जैसी, मैं आप चार्टर की बात कर रहे थे कि मेरे ख्याल से कोई ऐसा चार्टर बन सकता है कि पूरी दुनिया में उसकी कुछ बातें जो है वो सिमिलर रहेंगी। तो साथ ही आपका वो तो साझा होंगे। जी जी बिल्कुल बिल्कुल बिल्कुल। तो साथ ही आपका बहुत बहुत धन्यवाद रेडियो शो पे आने के लिए। तो आगे जाके मजदूरों के साथ और कैसी मूवमेंट चलती है उसके बारे में आपसे जानकारी लेते रहेंगे। तो कॉमरेड लाल सलाम, वेरी नाइस टू टॉक टू यू। लाल सलाम साथी, थैंक यू। तो दोस्तों ये सन कॉमरेड शिवानी मजदूर पिगल तो और रेवोल्यूशनरी वर्कर्स पार्टी ऑफ इंडिया तो हाँ बेशक ਅਸੀਂ ਇੱਕ ਵਿਕਸਿਤ ਮੁਲਕ 'ਚ ਰਹਿ ਰਹੇ ਹਾਂ ਪਰ ਬਹੁਤ ਸਾਰੀਆਂ ਸਮਾਨਤਾਵਾਂ ਨੇ ਜਿਸ ਤਰ੍ਹਾਂ ਕਿ ਤੁਸੀਂ ਭਾਰਤੀ ਜੀ ਆਲਰੇਡੀ ਕਹਿ ਚੁੱਕੇ ਹੋ ਕਿ ਇੱਥੇ ਵੇਜ ਸਬਸਿਡੀ ਬੇਸ਼ੱਕ ਹਰ ਇੱਕ ਨੂੰ ਮੁਹੱਈਆ ਆ ਪਰ ਜਿਹੜੇ ਸਾਡੇ ਟੈਂਪਰਰੀ ਮਾਈਗ੍ਰੈਂਟਸ ਨੇ ਜਾਂ ਮਾਈਗ੍ਰੈਂਟ ਵਰਕਰਸ ਨੇ ਉਹ ਪਹਿਲਾਂ ਹੀ ਥੋੜੇ ਜ਼ਿਆਦਾ ਵਨਰੇਬਲ ਸਿਚੁਏਸ਼ਨ 'ਚ ਹੁੰਦੇ ਨੇ, ਇਸ ਕਰਕੇ ਉਹਨਾਂ ਦਾ ਸ਼ੋਸ਼ਣ ਵੀ ਵੱਧ ਹੁੰਦਾ ਹੈ। ਤਾਂ ਵੇਜ ਸਬਸਿਡੀ ਵਾਲੇ ਮਾਮਲੇ 'ਚ ਵੀ ਉਹਨਾਂ ਦਾ ਕਾਫੀ ਸ਼ੋਸ਼ਣ ਹੋਇਆ ਹੈ ਕਿ ਜਿਹੜੀ ਉਹ ਸਬਸਿਡੀ ਉਹਨਾਂ ਤੱਕ ਪਹੁੰਚਾਈ ਨਹੀਂ ਗਈ, EMPLOYERS ਨੇ ਆਪਣੀਆਂ ਜੇਬਾਂ ਵਿੱਚ ਪਾ ਲਈ ਹੈ। ਹਾਂਜੀ, ਦੂਸਰੇ ਜਿਹੜੇ ਹਿੰਦੁਸਤਾਨ 'ਚ ਬੈਠੇ ਹੋਏ ਨੇ ਉਹਨਾਂ ਤੱਕ ਤੇ ਵੀ ਬਿਲਕੁਲ ਨਹੀਂ ਪਹੁੰਚੀ। ਹਾਂਜੀ ਹਾਂ, ਉਹ ਕੁਝ ਕੇਸਿਸ 'ਚ ਉਹਨਾਂ ਨੂੰ ਕਾਫੀ ਜਦੋਜਹਿਦ ਕਰਨੀ ਪਈ ਹੈ ਤਾਂ EMPLOYERS ਨੇ ਐਪਲੀਕੇਸ਼ਨ ਲਗਾ ਕੇ ਉਹਨਾਂ ਨੂੰ ਪੇ ਕਰ ਦਿੱਤੀ ਵੇਜ ਸਬਸਿਡੀ। ਪਰ ਕਾਫੀ ਸਾਰੇ EMPLOYERS ਇਹੋ ਹੀ ਕਹਿੰਦੇ ਰਹੇ ਕਿਉਂਕਿ ਤੁਸੀਂ ਦੇਸ਼ ਤੋਂ ਬਾਹਰ ਹੋ, ਓਵਰਸੀਜ਼ ਹੋ, ਇਸ ਲਈ ਤੁਸੀਂ ਕੁਆਲੀਫਾਈ ਨਹੀਂ ਕਰਦੇ, ਜਿਹੜੀ ਕਿ ਸਰਾਸਰ ਗਲਤ ਗੱਲ ਸੀ। ਤੋ ਹਾਂਜੀ ਬਸ ਮੈਂ ਇਹਦੇ ਵਿੱਚ ਥੋੜੀ ਜਿਹੀ ਐਡ ਕਰਨਾ ਚਾਹੁੰਦਾ ਸੀਗਾ ਕਿ ਸਾਥੀ ਨੇ ਇੱਕ ਗੱਲ ਬਹੁਤ ਵਧੀਆ ਕੀਤੀ ਕਿ ਜੇ ਕੋਰੋਨਾ ਨਾਲ ਨਹੀਂ ਮਰੇਗੇ ਤੇ ਭੁੱਖ ਨਾ ਮਰਾਂਗੇ। ਸੋ ਬਿਲਕੁਲ ਮੈਂ ਉਹਨਾਂ ਨਾਲ ਸਹਿਮਤ ਹਾਂ ਕਿ ਇਹ ਦੋਨੋਂ, ਨਾ ਭੁੱਖ ਨਾ ਮਰਨਾ ਚਾਹੀਦਾ ਤੇ ਨਾ ਹੀ ਕੋਰੋਨਾ ਨਾਲ। ਪਰ ਇਹਦੇ ਵਿੱਚ ਬਾਰ-ਬਾਰ ਆਪਣੇ ਸਾਹਮਣੇ ਉਹੀ ਸ਼ੌਕ ਡਾਕਟਰਿਨ, ਸਦਮਾ ਸਿਧਾਂਤ ਦਾ ਜਿਹੜਾ ਨੇਮੀ ਕਲਾਈਨ ਦੀ ਕਿਤਾਬ ਹੈ ਉਹ ਸਾਹਮਣੇ ਆ ਰਿਹਾ ਹੈ ਕਿ ਉਹ ਖੁਦ ਮੰਗ ਕਰ ਰਹੇ ਨੇ, ਮਜ਼ਦੂਰ ਵਰਗ ਖੁਦ ਕਹਿ ਰਿਹਾ ਵੀ ਜੇ ਮੈਂ ਭੁੱਖ ਨਾਲ ਨਹੀਂ ਤਾਂ ਮੈਂ ਕੋਰੋਨਾ ਨਾਲ ਨਹੀਂ ਤਾਂ ਮੈਂ ਭੁੱਖ ਨਾਲ, ਮਤਲਬ ਇੰਨਾ ਉਹਨਾਂ ਨੂੰ ਇੱਕ ਕਾਰਨਰ ਦੇ ਵਿੱਚ ਕਰਤਾ ਗਿਆ ਹੈ। ਹਾਂ ਦੇਖੋ ਜਿਹੜੇ ਅਗਰ ਉਹ ਕੰਮ ਤੇ ਨਹੀਂ ਜਾਂਦੇ ਕਿ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਨੇ ਕਿ ਐਕਸਪੋਜ਼ਰ ਨਾ ਹੋਵੇ ਤਾਂ ਕਿ ਉਹਨਾਂ ਨੂੰ ਇਨਫੈਕਸ਼ਨ ਨਾ ਹੋਵੇ, ਤਾਂ ਉਹਨਾਂ ਦਾ ਕਮਾਈ ਦਾ ਸਾਧਨ ਜਿਹੜਾ ਉਹ ਬੰਦ ਹੋ ਜਾਂਦਾ ਅਗਰ ਉਹ ਕੰਮ ਤੇ ਨਹੀਂ ਜਾਂਦੇ, ਰੁਜ਼ਗਾਰ ਨਹੀਂ ਰਹਿੰਦਾ। ਇਹ ਜਿਹੜੇ ਹੈਂਡ ਟੂ ਮਾਊਥ ਅਰਨਰਸ ਨੇ ਜਿਹੜੇ ਡੇ ਟੂ ਡੇ ਅਰਨ ਕਰਦੇ ਨੇ ਉਹਨਾਂ ਦੀ ਗੱਲ ਕਰ ਰਹੇ ਹਾਂ, ਵੀਕ ਟੂ ਵੀਕ ਨੇ ਇੱਥੇ ਜਿਹੜੇ, ਤਾਂ ਉਹਨਾਂ ਦੀ ਕਮਾਈ ਬੰਦ ਹੋ ਜਾਂਦੀ ਹੈ। ਸੋ ਅਗਰ ਐਕਸਪੋਜ਼ ਹੋ ਕੇ ਇਨਫੈਕਸ਼ਨ ਨਾਲ ਨਹੀਂ ਉਹ ਪੀੜਤ ਹੋਣਗੇ ਤਾਂ ਭੁੱਖ ਨਾਲ ਪੀੜਤ ਹੋਣਗੇ। ਸੋ ਉਸ ਸਿਚੁਏਸ਼ਨ 'ਚ ਜਿੰਨੇ ਵੀ ਇੱਥੇ ਸਾਡੇ ਵੀ ਸੋਸ਼ਲਿਸਟ ਗਰੁੱਪਸ ਨੇ, ਯੂਨੀਅਨਸ ਨੇ, ਉਹ ਇਹੋ ਹੀ ਮੰਗ ਕਰਦੀਆਂ ਕਿ ਯੂਨੀਵਰਸਲ ਬੇਸਿਕ ਇਨਕਮ ਹੋਣੀ ਚਾਹੀਦੀ ਹੈ। ਮਤਲਬ ਕਿ ਨਾ ਕੋਈ ਬੈਨੀਫਿਸ਼ਰੀ ਬਣੇ ਨਾ ਕੋਈ ਅਨਐਮਪਲੋਇਡ, ਇੱਕ ਯੂਨੀਵਰਸਲ ਬੇਸਿਕ ਇਨਕਮ ਕਿ ਇੱਕ ਬੇਸਿਕ ਲੋੜ ਮੁਤਾਬਕ ਹਰ ਇੱਕ ਨੂੰ ਉਹ ਪ੍ਰੋਵੀਜ਼ਨ ਹੋਵੇ, ਉਹਦੀਆਂ ਲੋੜਾਂ ਪੂਰੀਆਂ ਹੋਣ ਜਿਹੜੀਆਂ ਬੇਸਿਕ ਲੋੜਾਂ ਨੇ। ਤੋ ਇਹਦੇ ਵਿੱਚ ਕੋਈ ਵੱਡੀ ਰਾਕਟ ਸਾਇੰਸ ਵਾਲੀ ਗੱਲ ਨਹੀਂ ਹੈ, ਬੜਾ ਸਿੱਧਾ ਜਿਹਾ ਸਿਧਾਂਤ ਹੈ। ਔਰ ਜਿਹੜੀ ਇਹਨਾਂ ਨੇ ਖਾਸ ਕਰਕੇ ਮੈਂ ਵੀ ਸੁਣ ਰਿਹਾ ਸੀਗਾ ਸਵਿਟਜ਼ਰਲੈਂਡ ਦੀ ਗੱਲ ਕੀਤੀ ਹੈ, ਜਿਹੜਾ ਇੱਕ ਬਹੁਤ ਅਮੀਰ ਮੁਲਕ ਹੈ ਜੀ, ਪਰ ਫਿਰ ਸਵਾਲ ਉਹੀ ਆ ਜਾਂਦਾ ਕਿ ਸਵੀਡਨ ਦੀ ਗੱਲ ਕਰ ਰਹੇ ਸੀ, ਸਵੀਡਨ ਜਾਂ ਸਵਿਟਜ਼ਰਲੈਂਡ, ਸਵੀਡਨ ਦੀ ਸੌਰੀ, ਹਾਂਜੀ ਨਹੀਂ ਸਵਿਟਜ਼ਰਲੈਂਡ ਦੀ, ਸਵੀਡਨ ਦੀ। ਪਰ ਉੱਥੇ ਜਿਹੜੀ ਸਰਕਾਰ ਆ ਉਹ ਰਾਈਟ ਵਿੰਗ ਵਾ। ਤੋ ਦੁਨੀਆ ਦੇ ਵਿੱਚ ਜੋ ਇਹ ਜਿਹੜੀਆਂ ਸੱਜੇ ਪੱਖੀ ਸਰਕਾਰਾਂ ਨੇ ਉਹਨਾਂ ਦਾ ਇਹ ਕਿ ਡਿਨਾਇਲ ਦੇ ਵਿੱਚ ਬੈਠੇ ਹੋਏ ਆ ਔਰ ਬਾਰ-ਬਾਰ ਆਪਣੇ ਟਰੰਪ ਕਹੀ ਜਾਂਦਾ ਵੀ ਇਹਦੀ ਵੈਕਸੀਨ ਤੇ ਆਉਣੀ ਹੈ, ਜਦਕਿ ਮੈਂ ਉਹਨੂੰ ਜੀ ਸੁਣ ਰਿਹਾ ਸੀਗਾ ਇੱਥੋਂ
ਡੁਨੀਡਨ ਦੇ ਵਿੱਚ ਜਿਹੜਾ ਆਪਣਾ ਵਾਈਕਾਟੋ ਮੈਡੀਕਲ ਕਾਲਜ ਆ ਉੱਥੇ ਦੇ ਸੀਗੇ RNZ ਦੇ ਉੱਪਰ। ਉਹ ਕਹਿ ਰਹੇ ਸੀਗੇ ਕਿ ਡਾਕਟਰ ਕਹਿ ਰਹੇ ਸੀਗੇ ਕਿ ਕਿਉਂਕਿ ਇਹਦੀ ਜਿਹੜੀ ਅਨੂ ਜੀ ਜਿਹੜੀ ਇਹਦੀ ਕੈਟਾਗਰੀ ਹੈ ਨਾ ਕਰੋਨਾ ਦੀ, ਉਹ ਹੈਗੀ ਆ ਜਿਹੜਾ ਤੁਹਾਡਾ ਜਨਰਲ ਫਲੂ ਹੈ, ਜਿਹੜਾ ਜ਼ੁਕਾਮ ਹੁੰਦਾ ਤੁਹਾਨੂੰ, ਉਹਦੇ ਉਸ ਕੈਟਾਗਰੀ ਦੇ ਵਿੱਚ ਆਉਂਦਾ ਕਿ ਅੱਜ ਹੁਣ ਤੱਕ ਦੁਨੀਆ ਦੇ ਵਿੱਚ ਉਹ ਇੱਕ ਜਿਹੜਾ ਤੁਹਾਨੂੰ ਫਲੂ ਹੁੰਦਾ ਹੈ ਜਾਂ ਜ਼ੁਕਾਮ ਹੁੰਦਾ ਆ, ਉਹਦੀ ਕੋਈ ਵੈਕਸੀਨ ਨਹੀਂ ਬਣਾ ਸਕੇ। ਨਹੀਂ, ਫਲੂ ਦੀਆਂ ਵੈਕਸੀਨਸ ਹੈਗੀਆਂ ਨੇ, ਕੁਝ ਇੱਕ ਕਿਸਮ ਦੇ ਫਲੂਸ, ਸਾਰੇ ਫਲੂਸ ਦੀਆਂ ਨਹੀਂ ਵੈਕਸੀਨ ਇਹਨਾਂ ਕੋਲ ਹੈਗੀ। ਹਾਂ ਸਾਰੇ, ਪਰ ਉਹ ਕਹਿੰਦੇ ਕਿ ਇਟਸ ਨੀਅਰ ਇੰਪੋਸੀਬਲ ਹੈ ਕਿ ਉਹਦੀ ਕੋਈ ਵੈਕਸੀਨ ਬਹੁਤ ਮਤਲਬ 1-2 ਸਾਲਾਂ ਤੱਕ ਉਹ ਬਣ ਸਕੇ। ਮਤਲਬ ਕਹਿਣ ਦਾ ਭਾਵ ਹੈ ਕਿ ਜੋ ਟਰੰਪ ਉਦੋਂ ਤੱਕ ਉਹ ਵਾਇਰਸ ਵੀ ਤਾਂ ਮਿਊਟੇਟ ਕਰਦੀ ਰਹਿੰਦੀ, ਉਹ ਆਪਣੀ ਸ਼ਕਲ ਬਦਲ ਲੈਂਦੀ ਹੈ ਬਹੁਤ। ਜਿਹੜੇ ਪੇਸ਼ੈਂਟ ਜਿਹੜੇ ਨੇ ਉਹ ਠੀਕ ਹੋ ਰਹੇ ਨੇ, ਉਹ ਜਦੋਂ ਉਹਨਾਂ ਨੂੰ ਉਹ ਆਰਾਮ ਮਿਲਦਾ, ਕਿਉਂਕਿ ਅਨੂ ਜੀ ਉਹਦੇ ਮੈਂ ਕਾਫੀ ਵਧੀਆ ਸੀਗੀ ਕਿ ਉਹ ਤੁਹਾਡੀ ਜਿਹੜੀਆਂ ਲੰਗਸ ਨੇ, ਜਦੋਂ ਤੁਹਾਨੂੰ ਉਹ ਸਾਹ ਆਉਂਦਾ ਉਹ ਏਦਾਂ ਆਪਸ ਦੇ ਵਿੱਚ ਜੁੜਦੀਆਂ ਨੇ ਤੇ ਖੁੱਲਦੀਆਂ ਨੇ, ਤੇ ਉਹ ਜਿਹੜਾ ਉਹ ਇੱਕ ਜਿਹਨੂੰ ਆਪਾਂ ਬਫਰ ਕਵਾਂਗੇ, ਉਹ ਜਦੋਂ ਉਹਦੇ ਉੱਪਰ ਇਨਫੈਕਸ਼ਨ ਹੁੰਦੀ ਹੈ, ਉਹਦੇ ਉੱਪਰ ਇੱਕ ਤਰ੍ਹਾਂ ਦਾ ਇੱਕ ਗਲੂ ਟਾਈਪ ਦਾ, ਇੱਕ ਜਿਹੜੀ ਗੂੰਦ ਟਾਈਪ ਦਾ ਕੋਈ ਇਨਫੈਕਸ਼ਨ ਹੁੰਦੀ ਹੈ, ਤੇ ਉਹ ਜਿਹੀਆਂ ਖੁੱਲਣੀਆਂ ਤੇ ਉਹ ਬੰਦ ਹੋ ਜਾਂਦੀਆਂ, ਸਾਹ ਰੁਕ ਜਾਂਦਾ। ਇਸੇ ਕਰਕੇ ਫਿਰ ਜਦੋਂ ਵੈਂਟੀਲੇਟਰ ਦਿੰਦੇ ਆ, ਫਿਰ ਉਹ ਸਾਹ ਤੁਹਾਡਾ ਅੰਦਰ ਧੱਕਦਾ ਹੈ ਤੇ ਬਾਹਰ ਕੱਢਦਾ ਹੈ। ਸੋ ਉਹ ਕਿਉਂਕਿ ਜੇ ਤੁਹਾਡਾ ਸਾਹ ਹੀ ਬੰਦ ਹੋ ਗਿਆ ਤੇ ਫਿਰ ਬਾਕੀ ਜਿਹੜਾ ਸਿਸਟਮ ਹੌਲੀ ਹੌਲੀ ਫੇਲ ਹੋਊਗਾ। ਉਹ ਸੋ ਬੇਸਿਕਲੀ ਉਹ ਵੈਂਟੀਲੇਟਰ ਦੇ ਨਾਲ ਤੁਹਾਨੂੰ ਟੈਂਪਰੇਰੀ ਉਹ ਸਾਹ ਦਵਾਉਂਦੇ ਨੇ, ਉਹਦੇ ਨਾਲ ਤੁਹਾਡਾ ਇਮਿਊਨਿਟੀ ਜਿਹੜਾ ਸਿਸਟਮ ਆ ਡਿਵੈਲਪ ਹੁੰਦਾ ਹੈ। ਇਨ ਦ ਮੀਨ ਟਾਈਮ ਤੁਹਾਡੀ ਬਾਡੀ ਰਿਕਵਰ ਕਰਦੀ ਹੈ। ਸੋ ਉਹਦੇ ਨਾਲ ਹੀ ਉਹਦੇ ਵਾਸਤੇ ਜਿਹੜੇ ਹਸਪੀਟਲ ਨੇ ਉਹ ਪੂਰੇ ਦੇ ਪੂਰੇ ਉਹ ਇਕਵਿਪਡ ਹੋਣੇ ਚਾਹੀਦੇ ਬਿਲਕੁਲ। ਹਾਂ, ਔਰ ਵੈਸੇ ਵੀ ਜਿੰਨੀਆਂ ਮੌਤਾਂ ਇੱਥੇ ਨਿਊਜ਼ੀਲੈਂਡ 'ਚ ਅਸੀਂ ਦੇਖਿਆ, ਮੈਨੂੰ ਲੱਗਦਾ ਦੁਨੀਆ ਭਰ 'ਚ ਇਸ ਤਰ੍ਹਾਂ ਕਿ ਜਿੰਨੀਆਂ ਮੌਤਾਂ ਹੋਈਆਂ ਨੇ ਉਹ ਕਿਤੇ ਜ਼ਿਆਦਾ ਉਮਰ ਦੇ ਲੋਕਾਂ 'ਚ ਹੋਈਆਂ ਨੇ, ਔਰ ਉਹਨਾਂ ਦੇ ਹੋਰ ਅੰਡਰਲਾਈਂਗ ਮੈਡੀਕਲ ਇਸ਼ੂਜ਼ ਬਹੁਤ ਸਨ। ਮਤਲਬ ਕਿ ਕਿਸੇ ਇੱਥੇ ਨਿਊਜ਼ੀਲੈਂਡ 'ਚ ਤਾਂ ਇਸ ਤਰ੍ਹਾਂ ਨਹੀਂ ਹੋਇਆ ਕਿ ਕਿਸੇ ਨੌਜਵਾਨ ਦੀ ਟੋਟਲੀ ਸਿਹਤਮੰਦ ਹੋਏ ਜਿਹੜਾ ਉਹਦੀ ਮੌਤ ਹੋਈ ਹੋਵੇ। ਜੀ ਤੋ ਜਿਹੜੇ ਲੋਕ ਪਹਿਲਾਂ ਹੀ ਉਹਨਾਂ ਦੇ ਕਾਫੀ ਹੈਲਥ ਇਸ਼ੂਜ਼ ਨੇ, ਉਹਨਾਂ ਦੀ ਮਤਲਬ ਉਹ ਇਮਿਊਨੋ ਕੰਪਰੋਮਾਈਜ਼ਡ ਨਹੀਂ ਆ, ਉਹਨਾਂ ਦੀ ਇਮਿਊਨਿਟੀ ਲੋ ਆ, ਉਹਨਾਂ ਨੂੰ ਇਹ ਜ਼ਿਆਦਾ ਅਸਰ ਕਰਦੀ ਹੈ ਇਹ ਚੀਜ਼। ਔਰ ਉਹ ਤੇ ਕੁਦਰਤੀ ਵੀ ਉਹ ਚੀਜ਼ ਨੂੰ ਅਸੀਂ ਸਮਝ ਸਕਦੇ ਹਾਂ। ਖਾਸ ਕਰਕੇ ਹਿੰਦੁਸਤਾਨ ਵਰਗੇ ਮੁਲਕਾਂ ਜਿੱਥੇ ਰੋਟੀ ਨਹੀਂ ਖਾਣ ਨੂੰ ਮਿਲਦੀ ਪੂਰੀ ਤਰ੍ਹਾਂ, ਉਹਨਾਂ ਦੀ ਵਿਚਾਰਿਆਂ ਦੀ ਇਮਿਊਨਿਟੀ ਉਹ ਹਮੇਸ਼ਾ ਹੀ ਘੱਟ ਹੋਊਗੀ ਉਹਨਾਂ ਦੀ, ਸੋ ਉਹਨਾਂ ਨੂੰ ਬਿਮਾਰੀਆਂ ਜਲਦੀ ਫੜਨਗੀਆਂ। ਪੌਸ਼ਟਿਕ ਜਿਹੜਾ ਭੋਜਨ ਨਹੀਂ ਮਿਲਦਾ ਹੈ। ਬਿਲਕੁਲ। ਪਿੱਛੇ ਜੇ ਜਦੋਂ ਭਾਰਤ ਵਿੱਚ ਇਹਨਾਂ ਨੇ ਇੱਕ ਡਰਾਈਵ ਚਲਾਈ ਸੀਗੀ, ਜਿਹੜੇ ਉਹ MMR ਦੇ ਵੈਕਸੀਨ ਦੇਣ ਚ, ਉਹ ਵੀ ਇਹ ਕਹਿੰਦੇ ਸੀਗੇ ਕਿ ਉਹ ਛੋਟੇ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਉਹ ਮੀਜ਼ਲਸ ਕਰਕੇ, ਮੇਰੇ ਖਿਆਲ ਮੰਪਸ, ਮੀਜ਼ਲਸ, ਰੂਬੈਲਾ ਕਰਕੇ, ਤੋ ਉਹਦੇ ਚੋਂ ਵੀ ਉਹ ਬਹੁਤ ਸਾਰੇ ਰਿਸਰਚ ਪੇਪਰ ਇਹੋ ਹੀ ਸ਼ੋ ਕਰ ਰਹੇ ਸੀਗੇ ਕਿ ਜਿੱਥੇ ਸਫਾਈ ਨਹੀਂ ਰਹਿੰਦੀ, ਹਾਈਜੀਨ ਨਹੀਂ ਹੈ, ਤੇ ਜਿੱਥੇ ਉਹ ਪੌਸ਼ਟਿਕ ਆਹਾਰ ਨਹੀਂ ਹੈ ਛੋਟੇ ਬੱਚਿਆਂ ਨੂੰ, ਉਹਨਾਂ 'ਚ ਉਹ ਜ਼ਿਆਦਾ ਬਿਮਾਰੀਆਂ ਫੈਲਦੀਆਂ ਨੇ। ਤੋ ਇਹ ਦੋ ਮਤਲਬ ਕਿ ਗਰੀਬੀ ਹਟਾਈ ਜਾਵੇ ਬੇਸਿਕਲੀ। ਬਿਲਕੁਲ। ਤੋ ਹਾਂ, ਖੁਦ ਬਖੁਦ ਉਹ ਚੀਜ਼ਾਂ ਦੇ ਇਲਾਜ ਜਿਹੜੇ ਨੇ ਉਹ ਬਿਮਾਰੀਆਂ ਜ਼ੋਰ ਹੀ ਨਹੀਂ ਫੜਦੀਆਂ ਅਗਰ ਤੁਹਾਡੀ ਉਹ ਸਾਰੇ ਹਾਲਾਤ ਠੀਕ ਹੋਣ। ਔਰ ਬਿਲਕੁਲ ਜਿਵੇਂ ਕਾਮਰੇਡ ਸ਼ਿਵਾਨੀ ਕਹਿ ਗਏ ਨੇ ਕਿ ਜਿਹੜੇ ਫੂਡ ਜਿਹੜੀ ਪ੍ਰੋਸੈਸਿੰਗ ਹੋਆ ਉਹਨੂੰ ਸਹੀ ਕੀਤਾ ਜਾਵੇ, ਜਿੱਥੋਂ ਇਹ ਜਿੱਥੇ ਵੀ ਕਹਿੰਦੇ ਨੇ ਵਾਇਰਸ ਆਇਆ ਜਾਨਵਰਾਂ ਦੇ, ਬਿਲਕੁਲ ਹਾਂ, ਉਹਨੂੰ ਕਿਉਂਕਿ ਜਦੋਂ ਤੁਸੀਂ ਪ੍ਰੋਸੈਸਿੰਗ ਠੀਕ ਕਰੋਗੇ ਤੇ ਉਹਦੇ ਵਿੱਚ ਖਰਚਾ ਆਉਂਦਾ ਹੈ, ਤੇ ਜਦੋਂ ਪ੍ਰੋਫਿਟ ਮਰਦਾ ਹੈ ਤੇ ਫਿਰ ਉਹ ਖਰਚਾ ਤਾਂ ਨਹੀਂ ਨਾ ਕਰ ਸਕਦੇ। ਹਾਂ, ਵੈਸੇ ਵੀ ਹਾਂ, ਉਹ ਜਿਹੜੇ ਇਹ ਸਪੀਸ਼ੀ ਜੰਪ ਕੀਤਾ ਜਿਹੜਾ ਕਰੋਨਾ ਵਾਇਰਸ ਨੇ, ਉਹ ਮੈਂ ਕਿਹਾ ਬੈਟਸ ਜਿਹੜੇ ਚਮਗਿੱਦੜਾਂ ਉਹ ਵੀ ਇੰਪਲੀਕੇਟਡ ਨੇ ਇਹਦੇ 'ਚ। ਤੋ ਚਮਗਿੱਦੜ ਜਿਹੜੇ ਨੇ ਉਹ ਜਨਰਲੀ ਕੋਈ ਵੀ ਇਹੋ ਜਿਹਾ ਜਾਨਵਰ ਹੈ ਜਿਹੜਾ ਉਹ ਵਾਈਲਡ 'ਚ ਰਹਿੰਦਾ, ਜੰਗਲ 'ਚ ਰਹਿੰਦਾ, ਜਿੱਥੇ ਕਿ ਉਹਦਾ ਇੱਕ ਕੁਦਰਤੀ এনवायरमेंट ਹੈ। ਜਦੋਂ ਤੁਸੀਂ ਉਹ ਸਾਰਾ ਉਹਦੇ 'ਚ ਇੰਟਰਫੀਅਰ ਕਰ ਦਿੱਤਾ ਤਾਂ ਉਹਦਾ ਜਿਹੜਾ ਇੱਕ ਕੁਦਰਤ ਦਾ ਸਾਈਕਲ ਹੈ, ਉਹਦੇ 'ਚ ਜਦੋਂ ਤੁਸੀਂ ਤੋੜ ਮਰੋੜ ਕਰੋਗੇ ਤਾਂ ਉਹਦਾ ਕੋਈ ਨਾ ਕੋਈ ਨੈਗੇਟਿਵ ਇੰਪੈਕਟ, ਅਸਰ ਜਿਹੜਾ ਉਹ ਸਾਹਮਣੇ ਆਏਗਾ। ਬਿਲਕੁਲ। ਮੈਂ ਕਿਤੇ ਪੜ੍ਹ ਰਿਹਾ ਸੀਗਾ ਕਿ ਮੈਨੂੰ ਹੁਣ ਮੁਲਕ ਦਾ ਨਾਂ ਯਾਦ ਭੁੱਲ ਗਿਆ, ਹੁਣ ਜਿਹੜੀ ਚਮਗਿੱਦੜਾਂ ਦੀ ਵੀ ਗੱਲ ਹੈ ਕਿ ਉਹ ਮੁਲਕ ਦੇ ਵਿੱਚ ਉਹਨਾਂ ਨੇ ਬਕਾਇਦਾ ਵੀਡੀਓ ਵੀ ਦਿਖਾਈ ਸੀਗੀ ਕਿ ਉਹ ਚਮਗਿੱਦੜਾਂ ਦਾ ਹੈਗਾ
ਜਿੱਦਾਂ ਡੇਰਾ ਕਹਿ ਲਓ ਉੱਥੇ ਉਹ ਲੱਖਾਂ ਦੇ ਹਿਸਾਬ ਨਾਲ ਨੇ ਤੇ ਉਹ ਜਿਹੜੇ ਲੋਕ ਨੇ ਉਹ ਅੰਦਰ ਜਾਂਦੇ ਆ ਤੇ ਉਹਨਾਂ ਜਿਹੜੀਆਂ ਥੀਸਿਸ ਜਿਹੜਾ ਉਹਨਾਂ ਦਾ ਵੇਸਟ ਆ ਉਹਨੂੰ ਉਹ ਇਕੱਠਾ ਕਰਦੇ ਨੇ ਤੇ ਉਹ ਸਭ ਤੋਂ ਵਧੀਆ ਫਰਟੀਲਾਈਜ਼ਰ ਮੰਨਿਆ ਜਾਂਦਾ ਹੈ। ਠੀਕ ਪਰ ਉਹ ਜਦੋਂ ਉਹ ਇਹ ਕੁਦਰਤੀ ਤਰੀਕਾ ਆ ਕਿਉਂਕਿ ਅਸੀਂ ਵੀ ਤੇ ਗੋਹੇ ਨੂੰ ਵੀ ਫਰਟੀਲਾਈਜ਼ਰ ਵਾਂਗੂ ਵਰਤਦੇ ਆ ਪਰ ਜਦੋਂ ਉਹ ਕੁਦਰਤ ਨਾਲ ਤੁਸੀਂ ਖੇਡਦੇ ਹੋ ਪੁੱਠੇ ਤਰੀਕੇ ਨਾਲ ਉਹ ਤੁਸੀਂ ਚੀਜ਼ਾਂ ਨੂੰ ਫਾਸਟ ਟਰੈਕ ਕਰਦੇ ਹੋ ਫਾਸਟ ਫਾਰਵਰਡ ਕਰਦੇ ਹੋ ਕਿ ਉਹ ਜਲਦੀ ਨਾਲ ਬਹੁਤ ਸਾਰਾ ਕੁਝ ਇਕੱਠਾ ਹੋ ਜਾਵੇ ਐਕਿਊਮੂਲੇਟ ਹੋ ਜਾਵੇ ਮੈਸ ਪ੍ਰੋਡਕਸ਼ਨ ਹੋ ਜਾਵੇ ਤਾਂ ਕਿ ਤੁਹਾਡਾ ਜਿਹੜਾ ਮੁਨਾਫਾ ਆ ਉਹ ਵੱਧ ਜਾਵੇ। ਕੈਪੀਟਲਿਜ਼ਮ ਦਾ ਇਹੋ ਹੀ ਹੈ ਨਾ ਪੂੰਜੀਵਾਦ ਦਾ। ਉਦੋਂ ਫਿਰ ਉਹ ਥੋੜਾ ਟਾਈਮ ਤਾਂ ਸ਼ਾਇਦ ਉਹ ਚੱਲ ਜਾਊਗਾ ਪਰ ਉਹਦੇ ਜਿਹੜੇ ਸਾਈਡ ਇਫੈਕਟ ਨੇ ਨੈਗੇਟਿਵ ਐਡਵਰਸ ਇਫੈਕਟ ਨੇ ਉਹਦੇ ਮਾੜੇ ਅਸਰ ਨੇ ਉਹ ਵੀ ਨਾਲ ਆਉਣੇ ਨੇ ਸਾਹਮਣੇ। ਸੋ ਇਹ ਕਰੋਨਾ ਵਾਇਰਸ ਵਾਲੀ ਚੀਜ਼ ਵੀ ਉਸੇ ਚੋਂ ਹੀ ਨਿਕਲੀ ਹੈ। ਬਿਲਕੁਲ। ਹਾਂ ਜੀ ਕੋਈ ਖਬਰ ਆਈ ਹੈ ਇਹ? ਹਾਂਜੀ ਬਿਲਕੁਲ ਹੁਣੇ ਬਕਾਇਦਾ ਬਸ ਥੋੜੇ ਮਿੰਟ ਹੀ ਪਹਿਲਾਂ ਹਾਂਜੀ ਇਹ ਖਬਰ ਚੰਗੀ ਨਹੀਂ ਹੈ। ਹਾਂਜੀ ਇਹ ਅੱਜ ਦੀ ਖਬਰ ਹੈ 4 ਵਜੇ ਦੀ ਹੈ stuff.co.nz ਦੇ ਹਵਾਲੇ ਤੋਂ ਹੈ। ਤੋ ਰੇਡੀਓ ਤਰਾਨਾ ਦੇ ਨੇ ਜੀ ਵੰਦਨਾ ਮਹਾਨ ਉਹਨਾਂ ਨੇ ਗੱਲਬਾਤ ਕੀਤੀ ਹੈ ਇਮੀਗ੍ਰੇਸ਼ਨ ਮਿਨਿਸਟਰ ਈਐਨ ਲੀਸ ਗੈਲੋਵੇ ਨਾਲ ਖਾਸ ਤੌਰ ਤੇ ਜਿਹੜੇ ਟੈਂਪਰੇਰੀ ਵੀਜ਼ਾਸ ਵਾਲੇ ਓਵਰਸੀਜ਼ ਸਟਕ ਨੇ ਇਸ ਵਕਤ ਉਹਨਾਂ ਨੂੰ ਲੈ ਕੇ ਤੋ ਪੂਰੀ ਗੱਲਬਾਤ ਉਹ ਕੀਤੀ ਗਈ ਹੈ ਕਿ ਉਹਨਾਂ ਦਾ ਸਾਰਾ ਉਹਨਾਂ ਤੇ ਪਰਸਨਲ ਬਿਲੋਂਗਿੰਗਸ ਉਹਨਾਂ ਦੀ ਜ਼ਿੰਦਗੀ ਇੱਥੇ ਹੈ ਤੋ ਕਿ ਉਹਨਾਂ ਨੂੰ ਵਾਪਸ ਆਉਣ ਦਿੱਤਾ ਜਾਵੇ। ਤੋ ਇਹ ਕਹਿ ਰਹੇ ਨੇ ਕਿ ਬਾਰਡਰ ਜਿਹੜਾ ਹੈ ਇਨਡੈਫੀਨਿਟਲੀ ਕਲੋਜ਼ਡ ਹੈ ਕੋਈ ਆਸ ਨਹੀਂ ਹੈ ਕਿ ਜਲਦੀ ਬਾਰਡਰ ਜਿਹੜਾ ਉਹ ਖੁੱਲੇਗਾ। ਨਾਲ ਇਹ ਵੀ ਕਹਿ ਰਹੇ ਨੇ ਕਿ ਰਿਸਟ੍ਰਿਕਸ਼ਨ ਇਹ ਹੈ ਕਿ ਇੱਕ ਦਿਨ 'ਚ ਸਿਰਫ ਅਸੀਂ 250 ਲੋਕਾਂ ਨੂੰ ਕੁਆਰੰਟੀਨ ਕਰ ਸਕਦੇ ਹਾਂ। ਤੋ ਕਾਰਨ ਇਹ ਦਿੱਤਾ ਜਾ ਰਿਹਾ ਕਿ ਅਸੀਂ ਉਹ ਕਰੋਨਾ ਦਾ ਸਪਰੈਡ ਜਿਹੜਾ ਉਹਨੂੰ ਕੰਟਰੋਲ ਕਰਨਾ ਚਾਹੁੰਦੇ ਹਾਂ। ਤੋ ਇਹਨਾਂ ਨੂੰ ਕੋਈ ਪੁੱਛੇ ਵੀ ਉਹ ਕੁਆਰੰਟੀਨ ਦਾ ਪ੍ਰੋਸੈਸ ਇਸੇ ਲਈ ਹੈ ਨਾ ਕਿ ਤੁਸੀਂ ਉਹ ਕੰਟਰੋਲ ਕਰਨਾ ਚਾਹੁੰਦੇ ਹੋ। ਤੋ ਪਹਿਲਾਂ ਜਿਹੜੇ ਤੁਸੀਂ ਨਿਊਜ਼ੀਲੈਂਡ ਪਰਮਾਨੈਂਟ ਰੈਜ਼ੀਡੈਂਟ ਤੇ ਸਿਟੀਜ਼ਨ ਜਿਹੜੇ ਆ ਗਏ ਨੇ ਵਾਪਸ ਹੁਣ ਹੋਰ ਵੀ ਸ਼ਾਇਦ ਆਉਣਗੇ ਉਹਨਾਂ ਦਾ ਡੀਐਨਏ ਕੋਈ ਮਤਲਬ ਡੀਐਨਏ ਨਹੀਂ ਕਹਿਣਾ ਚਾਹੀਦਾ ਉਹਨਾਂ ਦੀ ਬਾਇਓਲੋਜੀ ਫਿਜ਼ੀਓਲੋਜੀ ਕੋਈ ਇਹਨਾਂ ਇਨਸਾਨਾਂ ਨਾਲੋਂ ਵੱਖਰੀ ਹੈ ਕਿ ਉਹਨਾਂ ਨੂੰ ਕਰੋਨਾ ਵਾਇਰਸ ਘੱਟ ਇਫੈਕਟ ਕਰਦਾ ਤੇ ਟੈਂਪਰੇਰੀ ਵੀਜ਼ਿਆਂ ਵਾਲਿਆਂ ਨੂੰ ਜ਼ਿਆਦਾ ਇਫੈਕਟ ਕਰਦਾ। ਇਹ ਤਾਂ ਸਰਾਸਰ ਇੱਕ ਗਲਤ ਸਿਲਸਿਲਾ ਹੈ। ਤੋ ਇਹ ਕਹਿ ਰਹੇ ਨੇ ਕਿ ਕਿਉਂਕਿ ਉਹਨਾਂ ਨੇ ਇਹ ਪੁਆਇੰਟ ਰੱਖਿਆ ਕਿ ਉਹ ਲੋਕਾਂ ਨੇ ਇੱਥੇ ਕਿਰਾਏ ਤੇ ਘਰ ਨੇ ਜਾਂ ਸ਼ਾਇਦ ਕਈਆਂ ਦੇ ਆਪਣੇ ਵੀ ਹੋਣ ਪਰ ਜ਼ਿਆਦਾਤਰ ਕਿਰਾਏ ਦੇ ਹੋਣਗੇ ਉਹਨਾਂ ਦੀਆਂ ਪਰਸਨਲ ਬਿਲੋਂਗਿੰਗਸ ਉਹਨਾਂ ਘਰਾਂ 'ਚ ਨੇ ਉਹਨਾਂ ਦੀਆਂ ਕਾਰਾਂ ਗੱਡੀਆਂ ਇੱਥੇ ਨੇ ਤੇ ਉਹ ਕੀ ਕਰਨ ਉਹਦਾ ਉਹ ਕਹਿ ਰਹੇ ਨੇ ਕਿ ਉਹ ਆਪਣੇ ਦੇਸ਼ ਦੇ ਕਾਉਂਸਲੇਟਸ ਐਮਬੈਸੀਆਂ ਨਾਲ ਰਾਬਤਾ ਕਰਕੇ ਆਪਣਾ ਸਮਾਨ ਜਿਹੜਾ ਵਾਪਸ ਮੰਗਵਾਉਣ ਦਾ ਇੰਤਜ਼ਾਮ ਕਰ ਲੈਣ। ਅਨੂ ਜੀ ਇਹ ਬਹੁਤ ਗੰਭੀਰ ਮਸਲਾ ਪਹਿਲਾਂ ਵੀ ਚਰਚਾ ਅਸੀਂ ਇੱਥੇ ਕਰਨਾ ਚਾਹੁੰਦੇ ਸੀਗੇ ਕਿ ਅੱਜ 2 ਹਫ਼ਤੇ ਹੋ ਗਏ ਜੀ। ਹਾਂਜੀ ਇਸ ਬੁੱਧਵਾਰ ਨੂੰ 2 ਹਫ਼ਤੇ ਹੋ ਜਾਣੇ ਆ ਉਹ ਜਿਹੜਾ ਨਵਾਂ ਲਾਅ ਅਮੈਂਡ ਕੀਤਾ ਇਹਨਾਂ ਨੇ ਇਮੀਗ੍ਰੇਸ਼ਨ ਦਾ ਜਿਹਦੇ 'ਚ ਕਿ ਮਿਨਿਸਟਰ ਨੂੰ ਕਾਫੀ ਸਾਰੀ ਜਿਹੜੀਆਂ ਤਾਕਤ ਹੋਏਗੀ ਉਹਦੇ ਕੋਲ ਕਿ ਉਹ ਰਾਦਰ ਦੈਨ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਕੱਲਾ ਵਿਅਕਤੀ ਆਪਣੇ ਵੀਜ਼ਾ ਐਕਸਟੈਂਸ਼ਨ ਜਾਂ ਐਪਲੀਕੇਸ਼ਨ ਲਗਾਵੇ ਤੇ ਉਹ ਮਿਨਿਸਟਰ ਜਿਹੜੇ ਉਹ ਔਨ ਮੈਸ ਇੱਕ ਵੀਜ਼ਾ ਕੈਟੇਗਰੀ ਨੂੰ ਉਹ ਖੋਲ ਸਕਦੇ ਨੇ ਜਾਂ ਰੱਦ ਕਰ ਸਕਦੇ ਨੇ। ਸੋ ਮਤਲਬ ਕਿ ਫਾਸਟ ਟਰੈਕ ਹੋ ਜਾਏਗਾ ਕੰਮ। ਤੋ ਇਹਨਾਂ ਨੇ ਸਪੈਸੀਫਿਕ ਇੱਥੇ ਮੈਂਸ਼ਨ ਕੀਤਾ ਕਿ ਜਿਨ੍ਹਾਂ ਦੇ ਆਲਰੇਡੀ ਵੀਜ਼ੇ ਵੈਲਿਡ ਵੀ ਨੇ ਉਹਨਾਂ ਦੀਆਂ ਅਗਰ ਜੌਬਸ ਵੀ ਇੱਥੇ ਨੇ ਤੋ ਵਾਪਸ ਆਉਣ ਲਈ ਜਿਹੜਾ ਲੇਬਰ ਮਾਰਕੀਟ ਟੈਸਟ ਆ ਉਹ ਕੀਤਾ ਜਾਊਗਾ ਕਿ ਜਿਹੜੇ ਕੀਵੀਜ਼ ਨੇ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਊਗੀ। ਸੋ ਜਿਨ੍ਹਾਂ ਕੋਲ ਆਲਰੇਡੀ ਜੌਬਸ ਹੈਗੀਆਂ ਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਕਹਿ ਰਹੇ ਨੇ ਮਤਲਬ ਕਿ ਲੋਕਾਂ ਦੀਆਂ ਨੌਕਰੀਆਂ ਜਿਹੜੀਆਂ ਜਿਨ੍ਹਾਂ ਕੋਲ ਆਲਰੇਡੀ ਨੇ ਉਹ ਰੱਦ ਕੀਤੀਆਂ ਜਾਣਗੀਆਂ ਤੇ ਇਹ ਤਾਂ ਸਰਾਸਰ ਗਲਤ ਹੈ। ਕੋਈ ਨਹੀਂ ਜੀ ਆਉਂਦੇ ਫਰਾਈਡੇ ਤੋਂ ਮੇਰੇ ਖਿਆਲ 100 ਲੋਕਾਂ ਦੀ ਗੈਦਰਿੰਗ ਦੀ ਇਜਾਜ਼ਤ ਮਿਲ ਜਾਣੀ ਹੈ। ਸੋ ਸਾਨੂੰ ਰੋਕੇ ਹੋਈ ਸੀਗੀ ਹੁਣ ਤੱਕ ਸੜਕਾਂ ਤੇ ਉਤਰਨ ਦੀ ਪ੍ਰੋਟੈਸਟ ਕਰਨ ਦੀ ਕਿ ਅਸੀਂ ਇਹਨਾਂ ਦੇ ਜਿਹੜੇ ਲੋਕਡਾਊਨ ਦੇ ਰੂਲਸ ਨੇ ਅਲੱਗ-ਅਲੱਗ ਲੈਵਲਸ ਦੇ ਅਸੀਂ ਉਹਨਾਂ ਨੂੰ ਆਨਰ ਕਰ ਰਹੇ ਸੀਗੇ। ਅਸੀਂ ਕੋਈ ਜ਼ਿਆਦਾ ਉਹਦੇ ਚ ਜੀ ਹੈਰਾਨੀ ਦੀ ਗੱਲ ਇਹ ਹੈ ਅਸੀਂ ਪਿਛਲੇ 1-2 ਪ੍ਰੋਗਰਾਮਾਂ ਦੇ ਵਿੱਚ ਸਾਨੂੰ ਲੱਗ ਰਿਹਾ ਸੀਗਾ ਕਿ ਸਰਕਾਰ ਦੀ ਇੰਟੈਂਸ਼ਨ ਸਹੀ ਨਹੀਂ ਸਾਨੂੰ ਨਹੀਂ ਸਹੀ ਲੱਗ ਰਹੀ ਸੀਗੀ ਪਿਛਲੇ ਜਿਹੜੇ ਪ੍ਰੋਗਰਾਮ ਆਪਾਂ ਹਾਂਜੀ ਪਰ ਇਹ ਜਿਹੜਾ ਪਿਛਲੇ 2 ਹਫ਼ਤੇ ਆਲਮੋਸਟ ਹੋ ਗਏ ਨੇ ਕਾਨੂੰਨ ਪਾਸ ਹੋਏ ਨੂੰ ਚੁੱਪ ਕਰਕੇ ਬੈਠੇ ਉਹਦੇ ਤੋਂ ਸਾਨੂੰ ਸ਼ੱਕ ਪੈ ਰਿਹਾ ਸੀਗਾ ਕਿ ਕੋਈ ਗੜਬੜ ਹੈ ਕੁਛ ਨਾ ਕੁਛ ਕਿਉਂਕਿ ਸ਼ੁਰੂ ਤੋਂ ਹੀ ਜਦੋਂ ਸਰਕਾਰ ਨੇ ਇਮੀਗ੍ਰੇਸ਼ਨ ਦੀਆਂ ਤਾਕਤਾਂ ਆਪਣੇ ਹੱਥ 'ਚ ਲਈਆਂ ਨੇ ਉਹ ਦੋਨੇ ਪਾਸੇ ਗੱਲ ਜਾ ਸਕਦੀ ਔਰ ਸਾਨੂੰ ਲੱਗ ਰਿਹਾ ਸੀਗਾ ਕਿ ਇਹ
ਸ਼ਾਇਦ ਚੰਗੇ ਪਾਸੇ ਨੂੰ ਹੋਊਗਾ, ਪਰ ਜਿਸ ਤਰੀਕੇ ਨਾਲ ਇਹਨਾਂ ਨੇ ਚੁੱਪ ਧਾਰੀ ਹੋਈ ਸੀਗੀ ਹੁਣ ਤੱਕ, ਔਰ ਜਿਹੋ ਜਿਹੇ ਇਸ਼ਾਰੇ ਇਹਦੇ ਵਿੱਚ ਦਿੱਤੇ ਜਾ ਰਹੇ ਨੇ। ਹਾਂ, ਕਿਉਂਕਿ ਇਹ ਬੇਸ਼ੱਕ ਇਹਨਾਂ ਨੇ ਬਿਆਨ 2 ਹਫ਼ਤੇ ਪਹਿਲਾਂ ਜਦੋਂ ਜਾਂ 10-12 ਦਿਨ ਪਹਿਲਾਂ ਆਇਆ ਕਿ ਦਿੱਤਾ ਕਿ ਕੋਈ ਵੀਜ਼ਾ ਜਿਹੜਾ ਆ ਉਹ ਰਿਵੋਕ ਨਹੀਂ ਕੀਤਾ ਜਾਊਗਾ। ਮਤਲਬ ਤੁਸੀਂ ਜੇ ਬਾਰਡਰ ਇੰਡੈਫੀਨਿਟਲੀ ਕਲੋਜ਼ ਰੱਖਣਾ, ਵੀਜ਼ਾ ਤੁਹਾਨੂੰ ਰਿਵੋਕ ਕਰਨ ਦੀ ਲੋੜ ਹੀ ਨਹੀਂ ਪੈਣੀ, ਲੋਕਾਂ ਦੇ ਵੀਜ਼ੇ ਆਪੇ ਐਕਸਪਾਇਰ ਹੋ ਜਾਣੇ ਨੇ। ਕਿਉਂਕਿ ਇਹਨਾਂ ਨੇ ਉਹ ਨਵੇਂ ਲਾਅ ਦੇ ਵਿੱਚ ਇਹ ਵੀ ਪ੍ਰੋਵੀਜ਼ਨ ਰੱਖੀ ਹੋਈ ਹੈ ਕਿ ਮਿਨਿਸਟਰ ਜਿਹੜੇ ਉਹ ਅਗਰ ਕਿਸੇ ਦਾ ਵੀਜ਼ਾ ਐਕਸਪਾਇਰ ਹੁੰਦਾ ਹੈ ਉਹਨੂੰ ਉਹ ਐਕਸਟੈਂਡ ਕਰ ਸਕਦੇ ਨੇ ਜਾਂ ਔਨ ਮੈਸ ਵੀਜ਼ੇ ਐਕਸਟੈਂਡ ਕੀਤੇ ਜਾ ਸਕਦੇ ਨੇ। ਤਾਂ ਉਹ ਓਰਲ ਸਬਮਿਸ਼ਨ ਚ ਮੈਂ ਪਾਰਟ ਲਿਆ ਸੀ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਵੱਲੋਂ ਪਾਰਲੀਮੈਂਟ ਦੀ ਸਿਲੈਕਟ ਕਮੇਟੀ ਨਾਲ। ਤਾਂ ਉਹਨਾਂ ਨੂੰ ਜਦੋਂ ਮੈਂ ਸਵਾਲ ਰੱਖਿਆ ਕਿ ਇਹ ਤੁਸੀਂ ਆਸ਼ਵਾਸਨ ਦਵਾ ਸਕਦੇ ਹੋ ਕਿ ਇਹ ਜਿਹੜੀ ਕਲੌਜ਼ ਹੈ ਉਹਦੇ ਤਹਿਤ ਜਿਹੜੇ ਓਵਰਸੀਜ਼ ਬੈਠੇ ਨੇ ਉਹਨਾਂ ਦੇ ਅਗਰ ਵੀਜ਼ੇ ਐਕਸਪਾਇਰ ਹੁੰਦੇ ਨੇ ਤਾਂ ਉਹ ਐਕਸਟੈਂਡ ਕਰ ਦਿੱਤੇ ਜਾਣਗੇ। ਤਾਂ ਉਹ ਮਾਈਕਲ ਵੁੱਡ ਹਾਊਸ ਲੀਡ ਕਰ ਰਹੇ ਸੀਗੇ ਉਹ ਸੈਸ਼ਨ ਨੂੰ। ਉਹਨਾਂ ਨੇ ਮੈਨੂੰ ਇਹ ਕਿਹਾ ਕਿ ਨਹੀਂ, ਉਹ ਟੈਂਪਰਰੀ ਵੀਜ਼ਾ ਹੋਲਡਰਸ ਵਾਸਤੇ ਨਹੀਂ ਪ੍ਰੋਵੀਜ਼ਨ, ਉਹ residents ਵਾਸਤੇ ਹੈ। ਸੋ ਮਤਲਬ ਕਿ they will now just let people's visas expire, ਮਤਲਬ ਇਹਨਾਂ ਨੂੰ ਕੁਝ ਕਰਨ ਦੀ ਵੀ ਲੋੜ ਨਹੀਂ ਹੈ। ਬਹੁਤ ਹਾਂਜੀ, ਇਹਦੇ ਤੇ ਮੇਰਾ ਖਿਆਲ ਹੈ ਅਸੀਂ ਆਪਣੀਆਂ ਟੀਮਸ ਦੇ ਵਿੱਚ ਸਿਰ ਜੋੜ ਕੇ ਬੈਠਾਂਗੇ ਇਮੀਡੀਏਟਲੀ। ਆਲਰੇਡੀ ਅਨੂ ਜੀ ਯੂਨਾਈਟ ਯੂਨੀਅਨ ਦੀ ਸਵੇਰ ਦੀ ਸਟੇਟਮੈਂਟ ਹੈ ਕਿ ਜਿਸ ਤਰੀਕੇ ਨਾਲ ਜਿਹੜੇ ਵਰਕ ਵੀਜ਼ਿਆਂ ਸਕਾਈ ਸਿਟੀ ਤੋਂ ਜਿਹੜੇ ਰਿਡੰਡੈਂਟ ਕੀਤੇ ਗਏ 100 ਦੀ ਗਿਣਤੀ ਚ। ਸੋ ਬਿਲਕੁਲ ਇਹ ਜਿਹਦਾ ਸਾਨੂੰ ਖਦਸ਼ਾ ਸੀਗਾ ਵੀ ਇਹ ਕ੍ਰਾਈਸਿਸ ਦੇ ਨਾਲ ਵਰਕਿੰਗ ਕਲਾਸ ਦੇ ਉੱਪਰ ਅਸਰ ਬਹੁਤ ਡੂੰਘਾ ਪਏਗਾ, ਉਹ ਹੌਲੀ ਹੌਲੀ ਸਾਹਮਣੇ ਆ ਰਿਹਾ। ਔਰ ਸਰਕਾਰਾਂ ਦਾ ਇਹਦੇ ਵਿੱਚ ਕੀ ਰੋਲ ਹੁੰਦਾ ਜਿਹੜਾ ਸਾਨੂੰ ਦਿਸ ਰਿਹਾ ਹੈ। ਔਰ ਜਿਹੜੇ ਓਵਰਸੀਜ਼ ਪਰਿਵਾਰ ਸਟਕ ਨੇ ਉਹਨਾਂ ਚੋਂ ਕਾਫੀ ਸਾਰਿਆਂ ਦੇ ਬੱਚੇ ਨੇ ਜਿਹੜੇ ਨਿਊਜ਼ੀਲੈਂਡ ਬੌਰਨ ਬੱਚੇ ਨੇ, ਸਕੂਲ ਗੋਇੰਗ ਬੱਚੇ ਨੇ। ਉਹ ਬੱਚਿਆਂ ਨੇ ਨਿਊਜ਼ੀਲੈਂਡ ਤੋਂ ਇਲਾਵਾ ਹੋਰ ਕਦੀ ਕੁਛ ਉਹਨਾਂ ਲਈ ਦੁਨੀਆ 'ਚ ਐਗਜ਼ਿਸਟ ਨਹੀਂ ਕਰਦਾ। ਉਹਨਾਂ ਦਾ ਇਹੋ ਹੀ ਦੇਸ਼ ਹੈ, ਇਹੋ ਹੀ ਘਰ ਆ। ਬੇਸ਼ੱਕ ਇਮੀਗ੍ਰੇਸ਼ਨ ਦੇ ਪੱਖੋਂ ਉਹ ਪਤਾ ਨਹੀਂ ਉਹ ਸਟੇਟਲੈਸ ਨੇ ਉਹ ਹੁਣ ਇਸ ਵਕਤ, ਅਗਰ ਇਹਨਾਂ ਨੇ ਨਹੀਂ ਕੁਛ ਕਰਨਾ। ਔਰ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਚਾਰਟਰ ਇਹਨਾਂ ਨੇ ਸਾਈਨ ਕੀਤਾ ਹੋਇਆ ਉਹਦੇ ਚ ਉਹ ਬੱਚਿਆਂ ਦੇ ਜਿਹੜੇ ਰਾਈਟਸ ਨੇ ਉਹਦੇ ਤਹਿਤ ਮੇਰਾ ਖਿਆਲ ਹੈ ਕਿ ਇਹ ਸਰਾਸਰ ਧੱਕਾ ਹੋਏਗਾ ਇੱਕ ਬੱਚੇ ਦੇ ਉਹਦੇ ਆਪਣੇ ਰਾਈਟਸ ਨਾਲ ਕਿ ਅਗਰ ਉਹਨਾਂ ਨੂੰ ਕੋਈ ਮਦਦ ਨਹੀਂ ਕਰਦੇ ਵਾਪਸ ਲਿਆਉਣ ਦੀ। ਤਾਂ ਇਹਦੇ ਚ ਤਾਂ ਥੋੜਾ ਜਿਹਾ ਆਈ ਨੋ ਇਸ ਇੱਕ ਮਟੀਰੀਅਲਿਸਟਿਕ ਔਰ ਇੰਡੀਵਿਜੂਅਲਿਸਟਿਕ ਸਿਸਟਮ 'ਚ ਬਹੁਤੇ ਲੋਕ ਆਪਣੇ ਤੱਕ ਹੀ ਸੀਮਤ ਨੇ। ਹੁਣ ਸ਼ਾਇਦ ਹੋਰ ਜ਼ਿਆਦਾ ਆਪਣੇ ਤੱਕ ਸੀਮਤ ਹੋ ਜਾਣਗੇ ਕਿਉਂਕਿ ਸ਼ਿਕੰਜਾ ਕੱਸਿਆ ਜਾਣਾ ਹੈ, ਨੌਕਰੀਆਂ ਨਹੀਂ ਰਹਿਣੀਆਂ, ਤਾਂ ਸਾਰਾ ਕੁਝ ਲਿਮਿਟਿਡ ਹੋ ਜਾਣਾ ਹੈ। ਹਾਂ, ਉਹ ਡਰ ਪਾ ਦਿੱਤਾ ਗਿਆ। ਤਾਂ ਥੋੜਾ ਜਿਹਾ ਮੈਂ ਇਹ ਵੀ ਕਹਾਂਗੀ ਜਿਹੜੇ 2-3 ਜਹਾਜ਼ ਭਰ ਕੇ ਆਏ ਨੇ, ਖਾਸ ਕਰਕੇ ਭਾਰਤ ਤੋਂ ਜਾਂ ਹੋਰ ਦੇਸ਼ਾਂ ਤੋਂ ਵੀ ਆਏ ਨੇ, ਉਹ ਆਪਣੀ ਮਿੱਟੀ ਵਾਜਾ ਮਾਰਦੀ ਔਰ ਮਿੱਟੀ ਦਾ ਪਿਆਰ, ਮੋਹ ਵਗੈਰਾ ਵਗੈਰਾ, ਉਹ ਸਾਰੀ ਗੱਲ ਨੂੰ ਅਗਰ ਅਸੀਂ ਉਸੇ ਖੂਹ ਖਾਤੇ ਚ ਪਾਈਏ ਤਾਂ ਉਹ ਜਿਹੜੇ ਉੱਥੇ ਸਟਕ ਨੇ ਹੁਣ ਉਹ ਵੀ ਤੁਹਾਡੀ ਮਿੱਟੀ ਦਾ ਹਿੱਸਾ ਨੇ, ਸਾਡੀ ਮਿੱਟੀ ਦਾ ਹਿੱਸਾ ਨੇ। ਤਾਂ ਜਿਹੜੇ ਆ ਗਏ ਨੇ $5,500 ਦੀ ਟਿਕਟ ਲੈ ਕੇ, ਉਹਨਾਂ ਦਾ ਵੀ ਮੈਨੂੰ ਲੱਗਦਾ ਕੁਝ ਫਰਜ਼ ਬਣਦਾ ਹੈ ਕਿ ਜਿਹੜੇ ਪਿੱਛੇ ਰਹਿ ਗਏ ਨੇ ਉਹਨਾਂ ਲਈ ਕੋਈ ਹਾਂ ਦਾ ਨਾਰਾ ਮਾਰਨ, ਕੋਈ ਆਵਾਜ਼ ਉਠਾਉਣ। ਬਿਲਕੁਲ ਜੀ, ਅਸੀਂ ਤਾਂ ਜੋ ਕਰਦੇ ਆ ਕਰੀ ਜਾਣਾ ਆ। ਅਸੀਂ ਉਹਦੇ ਵਿੱਚ ਉਹ ਸਾਡੀ ਜੋ ਰੈਗਿੰਗ ਹੀ ਮੈਂ ਕਹੂੰਗੀ, ਰੈਗਿੰਗ ਵੀ ਬਹੁਤ ਹੁੰਦੀ ਹੈ ਸਾਡੀ ਔਰ ਉਹ ਹੁੰਦੀ ਵੀ ਰਹਿਣੀ ਆ। ਉਹ ਪਾਰਟ ਐਂਡ ਪਾਰਸਲ ਹੈ ਉਹ ਸਾਰੀ ਚੀਜ਼। ਹਾਂ ਦਾ ਨਾਰਾ ਮਾਰ ਸਕਦੇ ਕਿਉਂਕਿ ਜਿਵੇਂ ਸ਼ਿਵਾਨੀ ਦੱਸ ਰਹੇ ਸੀਗੇ ਕਿ ਪਹਿਲਾਂ ਉਹਨਾਂ ਨੂੰ ਜਿਹੜੇ ਪ੍ਰਵਾਸੀ ਕਾਮੇ ਨੇ ਉਹਨਾਂ ਨੂੰ ਮਤਲਬ ਟ੍ਰੇਨਾਂ ਨਹੀਂ ਚੱਲਦੀਆਂ ਸੀਗੀਆਂ। ਹੁਣ ਜਦੋਂ ਲੱਗਿਆ ਵੀ ਸਾਰਾ ਕੰਮ ਖਤਮ ਹੋ ਚੱਲਿਆ, ਮਜ਼ਦੂਰ ਹੈ ਨਹੀਂਗੇ ਕੰਮ ਵਾਸਤੇ, ਤੇ ਜਾਣ-ਬੁੱਝ ਕੇ ਜਿਹੜੇ ਠੇਕੇਦਾਰਾਂ ਨੇ ਟ੍ਰੇਨਾਂ ਬੰਦ ਕਰਵਾਈਆਂ ਨੇ। ਠੀਕ ਹੈ ਨਾ, ਫਲਾਈਟਸ ਬੰਦ ਨੇ। ਜੋ ਇਹ ਇੱਥੇ ਵੀ ਇਦਾਂ ਹੋ ਸਕਦਾ ਕਿ ਹਾਂ ਤੁਹਾਡੀ ਗੱਲ ਸਹੀ ਹੈ ਕਿ ਸ਼ਾਇਦ ਉਹ ਲੋਕ ਇਹਨਾਂ ਦੇ ਹੱਕ ਦੇ ਵਿੱਚ ਆ ਜਾਣ ਕਿਉਂਕਿ ਉਹਨਾਂ ਤੋਂ ਬਿਨਾਂ ਇਹਨਾਂ ਨੂੰ ਇੱਥੇ ਚੀਪ ਲੇਬਰ ਨਹੀਂ ਮਿਲਣੀ। ਹਾਂ, ਕਿਉਂਕਿ ਪਰ ਕਦੇ ਵੀ ਇਹ ਲੋਕ ਸਹੀ ਇੰਟੈਂਸ਼ਨ ਦੇ ਨਾਲ ਉਹਨਾਂ ਦੇ ਭਲੇ ਵਾਸਤੇ ਸਾਹਮਣੇ ਨਹੀਂ ਆਉਣਗੇ। ਜਿਹਨਾਂ ਦਾ ਕੰਮ ਹੀ ਲੁੱਟਣਾ ਆ, ਆਪਣੇ ਜਿਹੜੇ ਦੇਸੀ ਲੁੱਟੂ ਨੇ। ਹਾਂ, ਅਸੀਂ ਇਹ ਨਹੀਂ ਕਹਿ ਰਹੇ ਕਿ ਸਾਰੇ ਇਸ ਤਰ੍ਹਾਂ ਨੇ, ਸਾਰੇ ਇਸ ਤਰ੍ਹਾਂ ਨਹੀਂ ਹੈਗੇ। ਤਾਂ ਬਿਲਕੁਲ ਇਹ ਦੇਸ਼ ਇੱਕ ਲੋ ਵੇਜ ਇਕਨੋਮੀ ਬਣ ਚੁੱਕਿਆ ਆ ਔਰ ਕਿਉਂਕਿ ਮਾਈਗ੍ਰੈਂਟਸ ਦੇ ਸਿਰ ਤੇ ਇਸ ਤਰ੍ਹਾਂ ਹੋਇਆ ਆ। ਪਰ ਇਹ ਨਾਲ ਗੱਲਾਂ ਇਹ ਵੀ ਕਰ ਰਹੇ ਨੇ ਕਿ ਬਾਰਡਰ ਜਿਹੜਾ ਆ ਉਹ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਖੋਲ ਦਿੱਤਾ ਜਾਵੇ। ਸੋ ਉਹਦੇ ਤੇ ਵੀ ਜਿਹੜੇ ਆਲਰੇਡੀ ਸਟਕ ਨੇ ਜਾਂ ਜਿਹੜੇ ਇੱਥੇ ਨੇ ਇੰਟਰਨੈਸ਼ਨਲ ਸਟੂਡੈਂਟ ਰੂਟ ਤੋਂ ਜਿਹੜੇ ਇੱਥੇ ਆਏ ਨੇ 5-5 10 ਸਾਲ ਪਹਿਲਾਂ, ਉਹਨਾਂ ਨੂੰ ਉਸ ਗੱਲ ਦੀ ਬਹੁਤ ਤਕਲੀਫ ਹੋਈ ਔਰ ਹੋਣੀ ਵੀ ਚਾਹੀਦੀ ਹੈ।
ਉਹ ਇਹ ਕਹਿ ਰਹੇ ਨੇ ਕਿ ਤੁਸੀਂ ਸਾਨੂੰ ਉਸ ਰੂਟ ਤੋਂ ਲੈ ਕੇ ਆਏ ਹੋ, ਸਾਡਾ ਤੇ ਕੁਝ ਅਜੇ ਤੱਕ ਤੁਸੀਂ ਬਣਨ ਨਹੀਂ ਦਿੱਤਾ, ਹੋਰ ਲੋਕਾਂ ਨੂੰ ਕਿਉਂ ਲੈ ਕੇ ਆ ਰਹੇ ਹੋ ਖਰਾਬ ਕਰਨ ਜਿਹੜੇ ਵਾਸਤੇ। ਹੋਰ ਜਿਹੜੇ ਕਹਿੰਦੇ ਕਿ 5-6 ਬਿਲੀਅਨ ਦੀ ਹੋਰ ਇੰਡਸਟਰੀ ਸਟੂਡੈਂਟ ਦੀ, ਫਿਰ ਮਤਲਬ ਉਹ ਤੁਸੀਂ ਜਿਹੜਾ ਪਹਿਲੇ ਉਹ ਵੱਖਰੇ ਮਨੁੱਖਾਂ ਨੇ ਆਉਣਾ ਭਾਰਤ ਤੋਂ। ਹਾਂ ਉਹ ਕਰੋਨਾ ਨਹੀਂ ਨਾਲ ਲੈ ਕੇ ਹਾਂ ਉਹ ਨਹੀਂ ਰਿਸਕ ਆ ਉਹ ਵੀ, ਪਰ ਉਹ ਇਹਨਾਂ ਨੂੰ 5-6 ਬਿਲੀਅਨ ਡਾਲਰ ਸਾਲ ਦਾ ਦਿਸਦਾ ਨਾ, ਉਹ ਜਿਹੜੇ ਸਟੂਡੈਂਟ ਹੋਣਗੇ ਉਹਨਾਂ ਨਵੇਂ ਸਟੂਡੈਂਟ ਹੋਣਗੇ ਉਹ ਫੀਸਾਂ ਪੇ ਕਰਨਗੇ। ਪਰ ਇਹ ਜਿਹੜੇ ਮਾਈਗ੍ਰੈਂਟਸ ਓਵਰਸੀਜ਼ ਸਟਕ ਨੇ ਇਹਨਾਂ ਨੇ ਉਹ ਡਾਲਰਾਂ ਦੀਆਂ ਪੰਡਾਂ ਨਹੀਂ ਨਾਲ ਲੈ ਕੇ ਆਉਣੀਆਂ, ਉਹਨਾਂ ਨੇ ਇੱਥੇ ਆ ਕੇ ਹਾਂ ਆਪਣੀਆਂ ਜੌਬਸ ਕਰਨਗੇ ਓਬਵੀਅਸਲੀ, ਜੇ ਉਹਨਾਂ ਦੀਆਂ ਜੌਬਸ ਸਟਿਲ ਹੋਣਗੀਆਂ। ਸੋ ਉਹ ਜ਼ਿਆਦਾ ਲਾਈਵ ਹੁੰਦਾ ਸੌਦਾ ਲੱਗਦਾ ਇਹਨਾਂ ਨੂੰ ਕਿ ਸਟੂਡੈਂਟਸ ਜਿਹੜੇ ਹੋਰ ਉਹ ਲੈ ਆਂਦੇ ਜਾਣ। ਕਿਉਂਕਿ ਉਹਨਾਂ ਦੇ ਪ੍ਰਤੀ ਕੋਈ ਲਾਇਬਿਲਿਟੀ ਨਹੀਂ ਨਾ। ਹਾਂ ਲਾਇਬਿਲਿਟੀ ਨਹੀਂ, ਉਹ ਜੇ ਵਰਕਰ ਆਊਗਾ ਤੇ ਉਹ ਫਿਰ ਕਹੂਗਾ ਕਿ ਵੈਲਫੇਅਰ ਸਿਸਟਮ ਦੇ ਹਿਸਾਬ ਨਾਲ ਮੈਨੂੰ ਵੀ ਪੱਤਾ ਦਿੱਤਾ ਜਾਵੇ। ਹਾਂ ਸੋ ਇਹਦੇ ਚੋਂ ਇਹ ਸਰਕਾਰ ਜਿਹੜਾ ਇਹਨਾਂ ਕਲੇਮ ਕਰਦੀ ਹੈ ਵੀ ਅਸੀਂ ਕੰਪੈਸ਼ਨੇਟ ਆ ਤੇ ਦੇ ਆਰ ਅਸ ਤੇ ਵੀ ਆਰ ਵਨ ਤੇ ਪਤਾ ਨਹੀਂ ਕੌਣ ਅਸ ਨੇ, ਉਹ ਸਾਰਾ ਇਹਨਾਂ ਦਾ ਬਕਵਾਸ ਮਾਮਲਾ ਆ। ਕਿਉਂਕਿ ਇਹ ਹੁਣ ਇਹ ਸਮਾਂ ਆ ਇਹਨਾਂ ਨੂੰ ਟੂ ਪੁੱਟ देयर ਮਨੀ ਵੇਅਰ देयर ਮਾਊਥ ਇਜ਼। ਇੱਕ ਗੱਲ ਮੈਂ ਨੂੰ ਜਿਹਦੇ ਵਿੱਚ ਐਡ ਕਰਨਾ ਚਾਹੁੰਦਾ ਕਿ ਜੇ ਕਿਸੇ ਨੂੰ ਕੋਈ ਭੁਲੇਖਾ ਹੈ ਕਿ ਇਹ ਇਹਨਾਂ ਦੀ ਜਗ੍ਹਾ ਤੇ ਨੈਸ਼ਨਲ ਸਰਕਾਰ ਹੁੰਦੀ ਕੁਝ ਚੰਗਾ ਕਰਦੀ, ਭੁੱਲ ਜਾਓ ਬਿਲਕੁਲ। ਓਕੇ ਉਹਨਾਂ ਦੀ ਵੀ ਸੁਣ ਲਓ। ਹਾਂ ਉਹਨਾਂ ਨੇ ਸਾਨੂੰ ਪਤਾ ਹੀ ਆ ਫਾਲਟੀ ਫ੍ਰਿਜਸ ਕਿਹਾ ਗਿਆ ਸਟੂਡੈਂਟਸ ਨੂੰ ਜਿਹੜੇ ਡਿਪੋਰਟ ਹੋਏ ਇੰਟਰਨੈਸ਼ਨਲ ਸਟੂਡੈਂਟਸ, ਉਹ ਕਿਸੇ ਨੂੰ ਭੁੱਲੀ ਨਹੀਂ ਆ ਗੱਲ। ਔਰ ਨੈਸ਼ਨਲ ਪਹਿਲਾਂ ਜਦੋਂ ਸੀਗੀ ਸਰਕਾਰ 'ਚ ਡੋਜੀ ਕਾਲਜ ਖੁੱਲਣ ਦਿੱਤੇ ਉਹਨਾਂ ਨੇ, ਇੰਗਲਿਸ਼ ਲੈਂਗੁਏਜ ਦੀ ਰਿਕੁਆਇਰਮੈਂਟ ਉਹਨਾਂ ਨੇ ਇੰਨੀ ਰਿਲੈਕਸ ਕੀਤੀ ਕਿ ਵਿਚਾਰੇ ਲੋਕ ਜਿਨ੍ਹਾਂ ਨੂੰ ਇੰਗਲਿਸ਼ ਦੇ 2 ਸ਼ਬਦ ਨਹੀਂ ਬੋਲਣੇ ਆਉਂਦੇ ਉਹ ਵੀ ਇੱਥੇ ਆ ਗਏ। ਮੈਂ ਨਹੀਂ ਕਹਿੰਦੀ ਕਿ ਉਹਨਾਂ ਨੂੰ ਨਹੀਂ ਆਉਣ ਦੀ ਇਜਾਜ਼ਤ ਹੋਣੀ ਚਾਹੀਦੀ, ਪਰ ਚੰਗੀ ਤਰ੍ਹਾਂ ਲੈ ਕੇ ਆਓ, ਉਹਨਾਂ ਦਾ ਚੰਗੀ ਤਰ੍ਹਾਂ ਧਿਆਨ ਰੱਖੋ। ਇੱਥੇ ਆ ਕੇ ਕਮ ਸੇ ਕਮ ਉਹਨਾਂ ਨੂੰ ਇਹ ਕੰਪਲਸਰੀ ਹੁੰਦਾ ਕਿ ਉਹ ਭਾਸ਼ਾ ਸਿੱਖਣ ਤਾਂ ਕਿ ਉਹ ਆਪਣੇ ਆਪ ਨੂੰ ਅੱਗੇ ਪ੍ਰੋਗਰੈਸ ਕਰ ਸਕਦੇ। ਹਾਂ ਉਹ ਪ੍ਰੋਗਰੈਸ ਕਰ ਸਕਦੇ ਆਪਣੇ ਆਪ ਨੂੰ, ਰਾਦਰ ਦੈਨ ਕਿ ਉਹ ਖੱਜਲ ਖਵਾਰ ਹੋ ਕੇ ਕਿਸੇ ਪਾਸੇ ਨਹੀਂ ਲੱਗੇ। ਉਸ ਤੋਂ ਬਾਅਦ ਇਹਨਾਂ ਨੇ 2016 ਚ ਜਿਹੜੀ ਉਹ ਪੇਰੈਂਟ ਵੀਜ਼ਾ ਕੈਟੇਗਰੀ ਉਹਨੂੰ ਫਰੀਜ਼ ਕਰਕੇ ਉਹਦਾ ਕੁਝ ਨਹੀਂ ਕੀਤਾ, ਉਹਨੂੰ ਉਸ ਤਰ੍ਹਾਂ ਹੀ ਛੱਡ ਦਿੱਤਾ। ਤੋ ਹਾਂ ਕਈ ਨੇ ਪੁਆਇੰਟ ਇਹਨਾਂ ਦੇ। ਔਰ ਹੁਣ ਜਿਹੜਾ ਇਹਨਾਂ ਦਾ ਨਵਾਂ ਇਹਨਾਂ ਨੇ ਲੈ ਕੇ ਆਂਦਾ ਆ ਟੌਡ ਮਲਰ, ਜਿਹੜਾ ਟਰੰਪ ਦਾ ਟਰੰਪ ਦਾ ਫੈਨ ਆ। ਔਰ ਲੈਕਚਰ ਮੈਂ ਵੀ ਸੁਣਿਆ, ਓਪਨਿੰਗ ਸਪੀਚ ਜਿਹੜੀ ਸੀਗੀ ਟੌਡ ਮਲਰ ਦੀ, ਉਹਨੂੰ ਕਈ ਲੋਕ ਬਹੁਤ ਵਧੀਆ ਮੰਨ ਰਹੇ ਨੇ। ਹਾਂਜੀ ਬਹੁਤ ਵਧੀਆ ਬੋਲਦਾ, ਪਰ ਉਹਨੇ ਕਿਹਾ ਕੀ, ਉਹਦਾ ਵਿਸ਼ਲੇਸ਼ਣ ਕਰਨਾ ਚਾਹੀਦਾ, ਉਹਦਾ ਕ੍ਰਿਟੀਕਲ ਐਨਾਲਿਸਿਸ ਕਰੋ ਉਹਨੇ ਕਿਹਾ ਕੀ ਆ। ਮਾਈਗ੍ਰੈਂਟਸ ਦਾ ਭਲਾ ਸੋਚਣ ਵਾਲੀ ਇਹ ਕੌਮ ਨਹੀਂ ਹੈ, ਇਹ ਵਿਅਕਤੀ ਨਹੀਂ ਨੇ। ਕੌਮ ਤਾਂ ਸਾਰੀ ਨੂੰ ਨਹੀਂ ਕਹਿਣਾ ਚਾਹੀਦਾ, ਇਹ ਵਿਅਕਤੀ ਜਿਹੜਾ ਇੱਕ ਆ ਉਹ ਜੋ ਟਰੰਪ ਦਾ ਫੈਨ ਆ। ਬਾਕੀ ਉਹਨਾਂ ਦੇ ਲੈਕਚਰ ਜੋ ਮੈਂ ਸੁਣਿਆ ਉਹ ਆਪਣੇ ਆਪ ਨੂੰ ਜਸਟੀਫਾਈ ਕਰਦਾ ਪਿਆ ਕਿ ਇਕੱਲਾ ਮੇਰੇ ਕੋਲ ਮੇਕ ਅਮਰੀਕਾ ਗ੍ਰੇਟ ਵਾਲੀ ਉਹ ਟੋਪੀ ਨਹੀਂ ਹੈਗੀ, ਮੇਰੇ ਕੋਲੇ ਹਿਲਰੀ ਕਲਿੰਟਨ ਦੀ ਵੀ ਉਹ ਕੈਂਪੇਨ ਦੇ ਬੈਚ ਹੈਗੇ ਆ। ਸੋ ਦੋਸਤੋ ਇਹ ਹਿਲਰੀ ਕਲਿੰਟਨ ਉਹੀ ਆ ਜਿਹਨੇ ਲੀਬੀਆ ਦਾ ਜੰਗਾਂ ਹਰ ਥਾਂ ਤੇ ਜਾ ਕੇ ਜੰਗ ਉਹਨਾਂ ਨੇ ਲਾਈ ਹੈ। ਬਿਲਕੁਲ ਅਸੀਂ ਉਹ ਇੱਕੋ ਹੀ ਸਿੱਕੇ ਦੇ ਦੋ ਪਾਸੇ ਨੇ, ਰਿਪਬਲਿਕਨ ਡੈਮੋਕ੍ਰੇਟਸ, ਜਸਟੀਫਿਕੇਸ਼ਨ ਨਹੀਂ ਹੈ। ਤੋ ਮੇਰਾ ਪੁਆਇੰਟ ਇਹ ਹੈ ਕਿ ਬੇਸ਼ੱਕ ਆਉਂਦੀ ਇਲੈਕਸ਼ਨ ਸੈਪਟੈਂਬਰ 'ਚ ਇਲੈਕਸ਼ਨ ਹੈ, ਉਹਦੇ ਲਈ ਆਪਣੀਆਂ ਵੋਟਾਂ ਸਿਕਿਉਰ ਕਰਨ ਲਈ ਇਹ ਮਾਈਗ੍ਰੈਂਟਸ ਨੂੰ ਵਰਾ ਲੈਣਗੇ ਸ਼ਾਇਦ ਥੋੜਾ ਬਹੁਤ, ਪਰ ਇਨ ਦ ਲੌਂਗ ਰਨ ਇਹ ਖਾਸ ਕਰਕੇ ਜਿਹੜੇ ਟੈਂਪਰੇਰੀ ਮਾਈਗ੍ਰੈਂਟਸ ਨੇ ਉਹਨਾਂ ਨੂੰ ਤੇ ਬਿਲਕੁਲ ਕੋਈ ਵੀ ਕੰਸੀਡਰ ਨਹੀਂ ਕਰ ਰਿਹਾ, ਕਿਉਂਕਿ ਉਹ ਵੋਟਾਂ ਨਹੀਂ ਨੇ, ਵੋਟ ਨਹੀਂ ਪਾ ਸਕਦੇ। ਔਰ ਅਨੂ ਜੀ ਲੈਫਟ ਰਾਈਟ ਦੀ ਗੱਲ ਚੱਲਣ ਰਹੀ ਸੀਗੀ, ਜਿਹਨੂੰ ਆਪਾਂ ਨਿਊਜ਼ੀਲੈਂਡ ਦੇ ਵਿੱਚ ਅਸੀਂ ਸਪੋਰਟ ਵੀ ਕੀਤੀ ਔਰ ਸਾਨੂੰ ਇਸ ਗੱਲ ਦਾ ਪੱਕਾ ਯਕੀਨ ਵੀ ਹੈ ਕਿ ਗ੍ਰੀਨ ਦੇ ਵਿੱਚ, ਪਾਰਟੀ ਗ੍ਰੀਨ ਦੇ ਵਿੱਚ ਬਹੁਤ ਚੰਗੇ ਲੋਕ ਹੈਗੇ ਨੇ, ਹੁਣ ਵੀ ਹੈਗੇ ਨੇ। ਪਰ ਜਿਸ ਤਰੀਕੇ ਨਾਲ ਗ੍ਰੀਨ ਦੇ ਵਿੱਚੋਂ ਮਟੀਰੀਆ ਥੋੜੇ ਨੂੰ ਕੱਢਿਆ ਗਿਆ ਔਰ ਉਹਨਾਂ ਦੀ ਜਗ੍ਹਾ ਤੇ ਜਿਹੜਾ ਜੇਮਸ ਸ਼ੋ ਆਇਆ ਆ, ਉਹ ਜਿਹੜਾ ਨਹੀਂ ਉਹਨਾਂ ਦੀ ਜਗ੍ਹਾ ਤੇ ਨਹੀਂ ਆਇਆ, ਜੇਮਸ ਸ਼ੋ ਪਹਿਲਾਂ ਹੀ ਨਾਲ ਸੀਗਾ, ਉਹਨਾਂ ਦੀ ਜਗ੍ਹਾ ਤੇ ਮਰਾਮਾ ਡੇਵਿਡਸ ਆਈ ਆ, ਪਰ ਉਹ ਪਹਿਲਾਂ ਹੈਡ ਸੀਗਾ। ਔਰ ਜਿਹੜਾ ਇੱਕ ਕੈਥਰੀਨ ਡੈਲਾ ਹੰਟੀ ਜਿਹੜੇ ਪੁਰਾਣੇ ਗ੍ਰੀਨ ਦੇ ਹਾਂਜੀ ਐਕਟਿਵਿਸਟ ਨੇ, ਉਹਨਾਂ ਨੇ ਇੱਕ ਆਰਟੀਕਲ ਜਾਂ ਇੱਕ ਲਿਖਿਆ ਕਿ ਜਿਹਦੇ ਵਿੱਚ ਉਹਨਾਂ ਨੇ ਕੰਪੇਅਰ ਕੀਤਾ ਹੈ ਕਿ ਇਹ ਜਿਹੜਾ ਉਹਨਾਂ ਨੇ ਮੈਨੂੰ ਟੌਡ ਮਲਰ ਦਾ ਸਭ ਤੋਂ ਵਧੀਆ ਐਨਾਲਿਸਿਸ ਉਹਨਾਂ ਦਾ ਹੀ ਲੱਗਿਆ, ਮੇਰੇ ਫੇਸਬੁੱਕ ਤੇ ਪੇਜ ਤੇ ਆਇਆ। ਹਾਂਜੀ ਉਹ ਮੈਂ ਪਹਿਲੇ ਲੱਭ ਕੇ ਰੱਖਿਆ ਹੋਇਆ ਸੀਗਾ ਆਰਟੀਕਲ। ਖੈਰ ਉਹ ਬੇਸਿਕਲੀ ਉਹ ਆਪਣਾ ਇੱਕ ਐਕਸਪੀਰੀਅੰਸ ਸ਼ੇਅਰ ਕਰ ਰਹੇ ਨੇ। ਕੁਝ ਸਾਲ ਪਹਿਲਾਂ ਕਹਿੰਦੇ ਕਿ ਵਾਈਟੰਗੀ ਗਰਾਊਂਡਸ, ਵਾਈਟੰਗੀ ਡੇ ਤੇ ਸਾਰੇ ਜਾਂਦੇ ਨੇ, ਤੋ ਐਮਪੀਜ਼
ਵੀ ਤਕਰੀਬਨ ਸਾਰੇ ਜਾਂਦੇ ਨੇ ਪਾਰਟੀ ਲੀਡਰਸ। ਤੋਂ ਉਹ ਕਹਿੰਦੇ ਕਿ ਉਸ ਸਾਲ ਜਿਹੜੇ ਫਲਾਈਟਸ ਕੈਂਸਲ ਹੋ ਗਈਆਂ ਕਿਸੇ ਵਜ੍ਹਾ ਕਰਕੇ, ਮੌਸਮ ਖਰਾਬ ਹੋਊਗਾ ਜਾਂ ਕੁਛ, ਤਾਂ ਕਹਿੰਦੇ ਕਿ ਸਾਨੂੰ ਖੜੇ ਪੈਰੀ ਕਾਰਾਂ ਹਾਇਰ ਕਰਕੇ ਡਰਾਈਵ ਕਰਕੇ ਜਾਣਾ ਪਿਆ। ਤਾਂ ਕਹਿੰਦੇ ਕਿ ਮੈਂ ਜਿਹੜੀ ਕਾਰ 'ਚ ਗਈ ਹਾਂ ਉਹਦੇ ਵਿੱਚ ਸੀਗੇ ਟੌਡ ਮਲਰ ਤੇ ਗ੍ਰੇਮ ਕੈਨੇਡੀ ਜਿਹੜੇ ਕਿ ਉਹ ਗ੍ਰੀਨ ਪਾਰਟੀ ਦੇ ਨੇ। ਤਾਂ ਉਹ ਕਹਿੰਦੇ ਕਿ ਉਹ ਸਾਰਾ ਸਫ਼ਰ ਇੱਥੋਂ ਮਤਲਬ ਲੰਬਾ ਹੀ ਸਫ਼ਰ ਹੈ ਡਰਾਈਵ ਦਾ। ਤੇ ਕਹਿੰਦੇ ਕਿ ਮੈਂ ਨਾਰਮਲੀ ਕਹਿੰਦੇ ਮੈਂ ਕਾਫੀ ਗੱਲਬਾਤ ਕਰਦੀ ਹਾਂ, ਪਰ ਕਹਿੰਦੇ ਕਿ ਉਹਨਾਂ ਦੋਨਾਂ ਨਾਲ ਮਤਲਬ ਇੱਕ ਉਹਨਾਂ ਦੇ ਆਪਣੀ ਪਾਰਟੀ ਦੇ ਨੇ, ਕਹਿੰਦੇ ਉਹਨਾਂ ਦੋਨਾਂ ਨਾਲ ਮੈਨੂੰ ਕੋਈ ਬਹੁਤਾ ਕਾਮਨ ਕੁਛ ਨਹੀਂ ਲੱਗਿਆ, ਇਸ ਲਈ ਮੈਂ ਚੁੱਪ ਕਰਕੇ ਸਾਰਾ ਰਸਤਾ ਉਹਨਾਂ ਦੀਆਂ ਗੱਲਾਂ ਸੁਣਦੀ ਗਈ। ਤੋ ਇੱਥੇ ਜਿਹੜਾ ਉਹ ਜ਼ੀਰੋ ਕਾਰਬਨ ਐਕਟ ਦਾ ਜਿਹੜਾ ਹੈਗਾ ਜੋ ਕੁਛ ਜੇਮਸ ਸ਼ॉ ਜੀ ਦੇ ਲੀਡ 'ਚ ਨੇ, ਇਹ ਟੌਡ ਮੁਲਰ ਉਹਦੇ 'ਚ ਵੀ ਬੈਠਦੇ ਨੇ ਤੇ ਉਹ ਗ੍ਰੇਮ ਕੈਨੇਡੀ ਵੀ ਉਹਦੇ 'ਚ ਬੈਠਦੇ ਨੇ। ਸੋ ਉਹ ਦੋਨੋਂ ਉਹ ਗੱਲਾਂ ਕਰਦੇ ਗਏ। ਤੋ ਬੇਸਿਕਲੀ ਆਬਵੀਅਸਲੀ ਕੈਥਰੀਨ ਡਲਹੰਟੀ ਉਹਦੀ ਸਪੋਰਟ ਨਹੀਂ ਕਰਦੇ, ਅਸੀਂ ਵੀ ਸਪੋਰਟ ਨਹੀਂ ਕਰਦੇ ਉਹ ਕਾਰਬਨ ਜ਼ੀਰੋ ਵਾਲਾ। ਉਹ ਇੱਕ ਗ੍ਰੀਨ ਕੈਪੀਟਲਿਜ਼ਮ ਦਾ ਉਹ ਏਜੰਡਾ ਹੈ, ਉਹ एनवायरमेंट ਨੂੰ ਫਾਇਦਾ ਪਹੁੰਚਾਉਣ ਵਾਲੀ ਉਹਦੇ 'ਚ ਕੋਈ ਖਾਸ ਗੱਲ ਨਹੀਂ, ਕੋਈ ਵੀ ਗੱਲ ਨਹੀਂ ਹੈ ਖਾਸ ਤਾਂ ਕਿ। ਤਾਂ ਉਹਨਾਂ ਦਾ ਸਿੱਟਾ ਬੇਸਿਕਲੀ ਉਹਨਾਂ ਦਾ ਇਹ ਸੀਗਾ ਕਿ ਰੋਡ ਟੂ ਨੋਵੇਅਰ ਵਿਦ ਟੈਡ ਐਂਡ ਕੈਨ, ਸੋ ਟੌਡ ਐਂਡ ਕੈਨ ਸੌਰੀ। ਤਾਂ ਉਹ ਬੇਸਿਕਲੀ ਇਹ ਕਹਿ ਰਹੇ ਸੀਗੇ ਕਿ ਇੱਕ पोलाइटनेस ਸੀਗੀ, ਉਹ ਮਤਲਬ ਬੜੇ ਸਭਿਅਕ ਤਰੀਕੇ ਨਾਲ ਇੱਕ ਦੂਸਰੇ ਨਾਲ ਗੱਲਬਾਤ ਕਰ ਰਹੇ ਸੀਗੇ। ਤਾਂ ਉਹ ਕਹੇ ਸੀ ਕਿ ਮੈਨੂੰ ਮੈਂ ਸ਼ੱਕ ਦੀ ਮੇਰਾ ਸ਼ੱਕ ਜਿਹੜਾ ਨਾ ਉਹ ਹੋਰ ਜ਼ਿਆਦਾ ਪਰਪੱਕ ਹੋ ਜਾਂਦਾ ਹੈ ਜਦੋਂ when I see privileged white men being polite। ਤੇ ਉਹ ਕਹਿੰਦੇ ਕਿ ਉਹ ਇਸ ਵਕਤ ਸਮੇਂ ਦੀ ਲੋੜ ਪੋਲਾਈਟਨੈਸ ਨਹੀਂ ਹੈ, ਸਮੇਂ ਦੀ ਲੋੜ ਇਹ ਹੈ ਕਿ ਅਸੀਂ ਬਿਲਕੁਲ ਤਿੱਖੇ ਰੂਪ 'ਚ ਬਾਹਰ ਆਈਏ ਔਰ ਗੱਲ ਕਰੀਏ ਉਹਨਾਂ ਲੋਕਾਂ ਦੀ ਜਿਹੜੇ ਕਿ ਬਿਲਕੁਲ ਪਹਿਲਾਂ ਹੀ ਹਾਸ਼ੀਏ ਤੇ ਧੱਕੇ ਹੋਏ ਸੀਗੇ, ਹੁਣ ਹੋਰ ਜ਼ਿਆਦਾ ਧੱਕੇ ਜਾ ਚੁੱਕੇ ਨੇ ਇਹ ਸਾਰੇ ਕ੍ਰਾਈਸਿਸ ਕਰਕੇ। ਇਸ ਕਰਕੇ ਉਹ ਟੌਡ ਮਲਰ ਦੀ ਜਿਹੜੀ ਉਹ ਕਹਿੰਦੇ ਕਿ ਇੱਕ ਪਰਸਨੈਲਿਟੀ ਪੋਲਿਟਿਕਸ ਹੈ। ਨਾਲ ਉਹ ਇਹ ਵੀ ਗੱਲ ਰੱਖ ਦਿੰਦੇ ਆ ਕਿ ਜਿਹੜੀ ਪ੍ਰਧਾਨ ਮੰਤਰੀ ਦੀ ਪੋਲਿਟਿਕਸ ਹੈ ਉਹ ਵੀ ਟੂ ਲਾਰਜ ਐਕਸਟੈਂਟ ਪਰਸਨੈਲਿਟੀ ਪੋਲਿਟਿਕਸ ਹੀ ਹੈ, ਪਰ ਉਹ ਨਾਲੇ ਕਹਿੰਦੇ ਆ ਕਿ ਉਹ ਬਕਾਇਦਾ ਉਹਦੇ ਤੇ ਮਿਹਨਤ ਕੀਤੀ ਗਈ ਹੈ ਪ੍ਰਧਾਨ ਮੰਤਰੀ ਵੱਲੋਂ ਖੁਦ। ਉਹ ਇਹ ਕਹਿ ਰਹੇ ਨੇ ਕਿ ਜਸਿੰਡਾ ਸ਼ੁਰੂ ਤੋਂ ਇਸ ਤਰ੍ਹਾਂ ਦੀ ਨਹੀਂ ਸੀਗੀ, ਉਹਨੇ ਮਿਹਨਤ ਕੀਤੀ ਹੈ ਜਾਂ ਉਹਨੂੰ ਕਾਰਵ ਕੀਤਾ ਗਿਆ ਇਸ ਰੋਲ ਲਈ। ਤਾਂ ਉਹ ਇਸ ਗੱਲ ਨੂੰ ਬਹੁਤਾ ਰੇਟ ਨਹੀਂ ਕਰਦੇ ਜਿਹੜੀ ਪਰਸਨੈਲਿਟੀ ਪੋਲਿਟਿਕਸ ਵਾਲੀ ਹੈ। ਸੋ ਅਗੇਨ ਮੇਰਾ ਖਿਆਲ ਉਹ ਉਹਨਾਂ ਲਈ ਟੌਡ ਮਲਰ ਜਸਿੰਡਾ ਆਰਡਨ ਸ਼ਾਇਦ ਬਰਾਬਰ ਜੇ ਰੱਖ ਰਹੇ ਆ ਉਹਨਾਂ ਨੂੰ। ਕਹਿਣ ਦਾ ਭਾਵ ਇਹ ਹੈ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਸਮਾਜਵਾਦੀ ਜਿਹੜਾ ਅਲਟਰਨੇਟਿਵ ਆ ਉਹਦੀ ਇਸ ਟਾਈਮ ਬਹੁਤ ਸਖਤ ਲੋੜ ਹੈ। ਬਿਲਕੁਲ। ਔਰ ਅਨੁਜੀਤ ਜਿਹੜੀ ਤੁਹਾਡੀ RNZ ਦੇ ਉੱਪਰ ਮਾਰਨਿੰਗ ਨੂੰ 9 to noon ਉਹਦੇ ਵਿੱਚ ਵੀ ਜਿਹੜੀ ਗੱਲਬਾਤ ਖਾਸ ਕਰਕੇ ਸੂ ਮਰੂਨੀ ਨੇ ਕੀਤੀ ਸੀ, ਉਹਨਾਂ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਉਹਨਾਂ ਨੇ ਪ੍ਰਵਾਸੀ ਕਾਮਿਆਂ ਦੇ ਹੱਕ ਦੇ ਵਿੱਚ ਲਗਭਗ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਇਹ ਸੀਗਾ ਕਿ ਵਰਕ ਐਂਡ ਇਨਕਮ ਦੇ ਥਰੂ ਜਿਹੜੇ ਅਨਐਮਪਲੋਇਡ ਟੈਂਪਰੇਰੀ ਮਾਈਗ੍ਰੈਂਟ ਵਰਕਰਸ ਨੇ ਉਹਨਾਂ ਨੂੰ ਵੀ ਅਨਐਮਪਲੋਇਮੈਂਟ ਬੈਨੀਫਿਟ ਮਿਲਣਾ ਚਾਹੀਦਾ ਆ, ਚਾਹੇ ਟੈਂਪਰੇਰੀ ਤੌਰ ਤੇ ਮਿਲੇ 2-4 ਮਹੀਨੇ ਜਦੋਂ ਤੱਕ ਅਸੀਂ ਕ੍ਰਾਈਸਿਸ ਚੋਂ ਥੋੜਾ ਬਾਹਰ ਨਹੀਂ ਆ ਜਾਂਦੇ। ਤਾਂ ਉਹ ਜਿਹੜਾ ਸੋਸ਼ਲ ਸਿਕਿਉਰਿਟੀ ਐਕਟ ਹੈ ਉਹਦੇ ਵਿੱਚ ਇੱਕ ਸੈਕਸ਼ਨ 64 ਹੈਗਾ ਆ ਜਿਹੜਾ ਕਿ ਐਮਰਜੈਂਸੀ ਦੇ ਦੌਰਾਨ ਲਾਗੂ ਕੀਤਾ ਜਾ ਸਕਦਾ ਆ ਤਾਂ ਕਿ ਹਰ ਇੱਕ ਵਿਅਕਤੀ ਨੂੰ ਜਿਹੜਾ ਉਹ ਬੈਨੀਫਿਟ ਮਿਲ ਸਕੇ ਜਿਹਨੂੰ ਉਹਦੀ ਲੋੜ ਹੈ। ਬਿਲਕੁਲ ਅਨੂ ਜੀ, ਬਿਲਕੁਲ ਆਪਾਂ ਨੂੰ ਇਹ ਅਸੀਂ ਲੰਬੀ ਗੱਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਕਰਨਾ ਚਾਹੁੰਦੇ ਸੀਗੇ, ਕੋਈ ਨਹੀਂ ਅਗਲੇ ਹਫ਼ਤੇ ਜ਼ਰੂਰ ਕਰਾਂਗੇ। ਪਰ ਫਿਲਹਾਲ ਲਲਕਾਰ ਦਾ ਇੱਕ ਛੋਟਾ ਜਿਹਾ ਸਾਥੀ ਕਰਤਾਰ ਸਿੰਘ ਸਰਾਭੇ ਤੇ ਲਿਖਿਆ ਹੋਇਆ ਇਹ ਆਪਾਂ ਜਾਂਦੇ ਜਾਂਦੇ ਜ਼ਰੂਰ ਪੜ੍ਹ ਚਲੀਏ, ਬਹੁਤ ਜ਼ਰੂਰੀ ਹੈ। ਹਾਂਜੀ, ਅੱਜ 24 ਮਈ 1896 ਨੂੰ ਜੱਬੇ ਗਦਰੀ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਹੈ। ਉਹਨਾਂ ਨੂੰ 16 ਨਵੰਬਰ 1915 ਨੂੰ ਅੰਗਰੇਜ਼ੀ ਹਕੂਮਤ ਵੱਲੋਂ ਫਾਂਸੀ ਦਿੱਤੀ ਗਈ ਤਾਂ ਉਸ ਵੇਲੇ ਉਹਨਾਂ ਦੀ ਉਮਰ ਸਿਰਫ 19.5 ਸਾਲ ਸੀ। ਉਹਨਾਂ ਕਿਸੇ ਨੂੰ ਕਤਲ ਨਹੀਂ ਕੀਤਾ ਸੀ, ਫਿਰ ਉਹਨਾਂ ਨੂੰ ਫਾਂਸੀ ਕਿਉਂ ਹੋਈ? ਇਸ ਦਾ ਜਵਾਬ ਸਜ਼ਾ ਸੁਣਾਉਣ ਵਾਲੇ ਜੱਜ ਦੇ ਫੈਸਲੇ ਵਿੱਚੋਂ ਵੀ ਮਿਲਦਾ ਹੈ, ਜਿਸ ਨੇ ਲਿਖਿਆ ਕਿ ਉਹ ਸਭ ਤੋਂ ਖਤਰਨਾਕ ਅਪਰਾਧੀਆਂ ਵਿੱਚੋਂ ਇੱਕ ਹੈ। ਅਮਰੀਕਾ ਜਾਂ ਭਾਰਤ ਵਿੱਚ ਸਾਜ਼ਿਸ਼ ਦਾ ਇੱਕ ਵੀ ਹਿੱਸਾ ਨਹੀਂ ਹੈ ਜਿਸ ਵਿੱਚ ਉਸਨੇ ਉੱਘਾ ਹਿੱਸਾ ਨਾ ਪਾਇਆ ਹੋਵੇ। ਹਾਂ, 17-18 ਸਾਲ ਦੀ ਉਮਰ ਵਿੱਚ ਅਮਰੀਕਾ ਵਿੱਚ ਗਦਰ ਅਖਬਾਰ ਕੱਢਣ, ਉਸ ਲਈ ਲਿਖਣ, ਉਸ ਨੂੰ ਲੋਕਾਂ ਤੱਕ ਲਿਜਾਣ, ਨਵੇਂ ਲੋਕਾਂ ਤੱਕ ਗਦਰ ਦਾ ਸੁਨੇਹਾ ਲਿਜਾਣ ਤੇ ਇਸ ਲਹਿਰ ਲਈ ਫੰਡ ਇਕੱਠਾ ਕਰਨ ਦੀਆਂ ਜ਼ਿੰਮੇਵਾਰੀਆਂ ਵਿੱਚ ਕਰਤਾਰ ਸਿੰਘ ਸਰਾਭਾ ਹਮੇਸ਼ਾ ਮੋਹਰੀ ਹੁੰਦੇ ਸਨ। 1914 ਵਿੱਚ ਭਾਰਤ ਆਉਣ ਮਗਰੋਂ ਵੀ ਖਿੰਡੀ ਹੋਈ ਗਦਰ ਲਹਿਰ ਨੂੰ ਮੁੜ ਜਥੇਬੰਦ ਕਰਨ, ਹੋਰਨਾਂ ਸੂਬਿਆਂ ਦੇ ਗਦਰੀਆਂ ਨਾਲ ਸੰਬੰਧ ਬਣਾਉਣ, ਗਦਰ ਲਈ ਫੰਡ ਇਕੱਠਾ ਕਰਨ, ਹਥਿਆਰਾਂ ਠਿਕਾਣਿਆਂ ਦਾ ਪ੍ਰਬੰਧ
ਕਰਨ ਤੇ ਦੇ ਕੰਮ ਵਿੱਚ ਵੀ ਕਰਤਾਰ ਸਿੰਘ ਸਰਾਭਾ ਹੀ ਅੱਗੇ ਸਨ। ਉਹਨਾਂ ਨੂੰ ਆਪਣੇ ਕੰਮਾਂ ਲਈ ਭੇਸ ਵਟਾਉਣ ਦੀ ਮੁਹਾਰਤ ਹਾਸਲ ਸੀ ਤੇ ਇੰਨੀ ਛੋਟੀ ਉਮਰ ਵਿੱਚ ਵੀ ਉਹਨਾਂ ਨੇ ਗਦਰ ਲਈ ਹਥਿਆਰ ਚਲਾਉਣੇ ਤੇ ਹਵਾਈ ਜਹਾਜ਼ ਉਡਾਉਣਾ ਵੀ ਸਿੱਖ ਲਿਆ ਸੀ। ਜੇਲ੍ਹ ਦੇ ਤਸੀਆਂ ਤੇ ਮੋੜ ਨੇੜੇ ਆਉਣ ਤੇ ਵੀ ਉਹਨਾਂ ਦਾ ਜੋਸ਼ ਤੇ ਬਹਾਦਰੀ ਮੱਠੀ ਨਾ ਪਈ। ਮੌਤ ਜੇਲ੍ਹ ਦੇ ਤਸੀਆਂ ਤੇ ਮੌਤ ਨੇੜੇ ਆਉਣ ਤੇ ਵੀ ਉਹਨਾਂ ਦਾ ਜੋਸ਼ ਤੇ ਬਹਾਦਰੀ ਮੱਠੀ ਨਾ ਪਈ। ਅਦਾਲਤ ਵਿੱਚ ਉਹਨਾਂ ਨੂੰ ਆਪਣੀ ਸਫਾਈ ਪੇਸ਼ ਕਰਨ ਲਈ ਆਖਿਆ ਗਿਆ ਤਾਂ ਉਹਨਾਂ ਨੇ ਫਖਰ ਨਾਲ ਕਿਹਾ, ਜੋ ਕੁਝ ਮੈਂ ਕੀਤਾ ਹੈ ਉਹ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਕੀਤਾ ਹੈ ਤੇ ਮੈਨੂੰ ਉਸ ਉੱਪਰ ਉੱਕਾ ਵੀ ਅਫਸੋਸ ਨਹੀਂ। ਉਹਨਾਂ ਫਾਂਸੀ ਦੀ ਸਜ਼ਾ ਲਈ ਰਹਿਮ ਦੀ ਅਪੀਲ ਕਰਨੋਂ ਵੀ ਕੋਰੀ ਨਾ ਕਰ ਦਿੱਤੀ। ਸ਼ਹੀਦ ਭਗਤ ਸਿੰਘ ਨੇ ਕਰਤਾਰ ਸਿੰਘ ਸਰਾਭਾ ਬਾਰੇ ਠੀਕ ਹੀ ਲਿਖਿਆ ਸੀ ਕਿ 19 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੇ ਇੰਨੇ ਕੰਮ ਕਰ ਵਿਖਾਏ ਕਿ ਸੋਚ ਕੇ ਹੈਰਾਨੀ ਹੁੰਦੀ ਹੈ। ਇੰਨੀ ਜੁਰਤ, ਇੰਨੀ ਲਗਨ ਬਹੁਤ ਘੱਟ ਦੇਖਣ ਨੂੰ ਮਿਲੇਗੀ। ਭਾਰਤ ਵਿੱਚ ਐਸੇ ਇਨਸਾਨ ਘੱਟ ਹੀ ਪੈਦਾ ਹੋਏ ਹੋਣਗੇ ਜਿਨ੍ਹਾਂ ਨੂੰ ਕਿ ਸਹੀ ਅਰਥਾਂ ਵਿੱਚ ਬਾਗੀ ਆਖਿਆ ਜਾ ਸਕਦਾ ਹੈ, ਪਰੰਤੂ ਇਹਨਾਂ ਗਿਣਿਆਂ ਮਿੱਥਿਆਂ ਆਗੂਆਂ ਵਿੱਚ ਕਰਤਾਰ ਸਿੰਘ ਦਾ ਨਾਂ ਸੂਚੀ ਦੇ ਉੱਪਰ ਹੈ। ਉਹਨਾਂ ਦੀ ਰਗ-ਰਗ ਵਿੱਚ ਇਨਕਲਾਬ ਦਾ ਜਜ਼ਬਾ ਸਮਾਇਆ ਹੋਇਆ ਸੀ। ਉਹਨਾਂ ਦੀ ਜ਼ਿੰਦਗੀ ਦਾ ਇੱਕੋ ਮਕਸਦ, ਇੱਕੋ ਖਾਹਿਸ਼ ਤੇ ਇੱਕੋ ਉਮੀਦ ਜੋ ਕੁਝ ਵੀ ਸੀ ਇਨਕਲਾਬ ਸੀ। ਇਸ ਦੇ ਲਈ ਉਹਨਾਂ ਜ਼ਿੰਦਗੀ ਵਿੱਚ ਪੈਰ ਪਾਇਆ ਤੇ ਅਖੀਰ ਇਸੇ ਲਈ ਹੀ ਦੁਨੀਆ ਤੋਂ ਚਲਾਣਾ ਕਰ ਗਏ। ਅੱਜ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ ਦੀ ਇਨਕਲਾਬੀ ਲੜਾਈ ਲਈ ਨੌਜਵਾਨਾਂ ਦੇ ਪ੍ਰੇਰਨਾ ਸਰੋਤ ਹਨ। ਜਿਸ ਭਾਰਤੀ ਸਮਾਜ ਵਿੱਚ ਉਮਰ ਦੀ ਤਾਨਾਸ਼ਾਹੀ ਚੱਲਦੀ ਹੈ ਤੇ ਛੋਟੀ ਉਮਰ ਦੇ ਨੌਜਵਾਨਾਂ ਨੂੰ ਜਿਸ ਤਰ੍ਹਾਂ ਕੋਈ ਬਹੁਤਾ ਮਹੱਤਵ ਨਹੀਂ ਦਿੱਤਾ ਜਾਂਦਾ, ਅਜਿਹੇ ਸਮਾਜ ਲਈ ਇੰਨੀ ਛੋਟੀ ਉਮਰੇ ਕੀਤੇ ਉਹਨਾਂ ਦੇ ਹੈਰਾਨਕੁਨ ਕਾਰਨਾਮੇ ਉਮਰ ਦੀ ਇਸ ਮਿੱਥ ਨੂੰ ਤੋੜਨ ਲਈ ਵੀ ਮਿਸਾਲ ਹਨ। ਉਹਨਾਂ ਦੇ ਜਨਮ ਦਿਨ ਮੌਕੇ ਉਹਨਾਂ ਨੂੰ ਸਾਡਾ ਸਲਾਮ। ਬਿਲਕੁਲ ਜੀ, ਸਲਾਮ। ਹਾਂਜੀ, ਤੋ ਇਹ ਪ੍ਰੇਰਨਾ ਸਰੋਤ ਜਿਹੜੇ ਸਾਡੇ ਇਤਿਹਾਸਕ ਸ਼ਖਸੀਅਤਾਂ ਨੇ, ਇਹਨਾਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ। ਤੋ ਦੋਸਤੋ, ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੈ। ਅਗਲੇ ਸੋਮਵਾਰ ਦੁਬਾਰਾ ਮਿਲਾਂਗੇ ਜੀ। ਅਲਵਿਦਾ। ਸਲਾਮ। ਮੈਂ ਹਾਂ ਇੱਕ ਮਜ਼ਦੂਰ ਵੇ ਲੋਕੋ, ਮੈਂ ਹਾਂ ਇੱਕ ਮਜ਼ਦੂਰ। ਬਾਪ ਮੇਰੇ ਨੇ ਸਾਡੀ ਖਾਤਰ ਬਲਦਾਂ ਵਾਂਗ ਕਮਾਇਆ, ਬਲਦਾਂ ਵਾਂਗ ਕਮਾਇਆ। ਜੂਨ ਬੰਦੇ ਦੀ ਕੰਮ ਪਸ਼ੂ ਦਾ ਸਾਡੇ ਹਿੱਸੇ ਆਇਆ, ਸਾਡੇ ਹਿੱਸੇ ਆਇਆ। ਠੰਡੀਆਂ ਰਾਤਾਂ ਹੋ ਕੇ ਪਰਦਾ, ਠੰਡੀਆਂ ਰਾਤਾਂ ਹੋ ਕੇ ਪਰਦਾ, ਥੱਕਿਆ ਹੁੰਦਾ